सत श्री अकाल जी, मैं हाँ मनप्रीत धामी हाजरा लैके प्रोग्राम एक नज़र। उम्मीद है कि तुसी सारे ठीक होवोगे, तंदुरुस्त होवोगे। तो मैं हरमिंदर सिंह बसरा जिथे असी रोज़ लैके प्रोग्राम हाजिर होने एक नज़र। अज की एक नज़र दे विच असी नज़र रखांगे जिथे असी करोना की गल करांगे, किस तरीके नाल मामले वध रहे हैं तो की जिहड़ा नवां हो रहा है। जिथे इहदी गल करांगे उत्थे नाले लॉकडाउन दौरान घर बैठ के किद्दां बनाई नौजवानों ने अपनी इनकम, ਉਹਦੇ ਬਾਰੇ ਗੱਲ ਕਰਾਂਗੇ। ਤੇ ਨਾਲ ਦੀ ਨਾਲ ਜੋ ਰੇਤ ਮਾਫੀਆ ਜਾਂ ਰੇਤ ਦੇ ਰੇਟ ਜਾਂ ਹੋਰ ਰੇਟ ਜਿਹੜੇ ਵਧੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਤੇ ਕਿੱਥੇ ਕਿੱਥੇ ਦੁਕਾਨਾਂ ਦੇ ਲਈ ਕੀ ਰੂਲਸ ਚੇਂਜ ਹੋਏ ਨੇ ਉਹਦੇ ਬਾਰੇ ਵੀ ਜਿਹੜੀ ਗੱਲ ਕਰਾਂਗੇ। ਪਹਿਲਾਂ ਅੱਜ ਦੀ ਰਿਪੋਰਟ ਤੇ ਜੇਕਰ ਸਰ ਅਸੀਂ ਪੰਜਾਬ ਦੀ ਗੱਲ ਕਰੀਏ, ਜਿਵੇਂ 2-3 ਦਿਨਾਂ ਤੋਂ ਅੰਕੜਾ ਵਧਦਾ ਜਾ ਰਿਹਾ, ਇਕੱਠੇ ਕੇਸ ਜਿਹੜੇ ਜ਼ਿਆਦਾ ਸਾਹਮਣੇ ਆ ਰਹੇ ਨੇ ਤੇ ਅਸੀਂ 2200 ਤੋਂ ਉੱਪਰ ਦਾ ਜਿਹੜਾ ਅੰਕੜਾ ਆ ਉਹ ਪਾਰ ਕਰ ਲਿਆ ਤੇ 47 ਮੌਤਾਂ ਹੋ ਗਈਆਂ ਨੇ। 1946 ਜਿਹੜੇ ਠੀਕ ਹੋ ਚੁੱਕੇ ਨੇ। ਕਹਿ ਲਓ ਕਿ ਥੋੜੇ ਕੇਸ ਜਿਹੜੇ ਸਰਗਰਮ ਨੇ, ਪਰ ਨਵੇਂ ਕੇਸ ਜਿਹੜੇ ਆ ਰਹੇ ਨੇ ਉਹ ਥੋੜਾ ਜਿਹਾ ਚਿੰਤਾ ਦਾ ਜਿਹੜਾ ਵਿਸ਼ਾ ਉਹ ਬਣੇ ਹੋਏ ਨੇ। हाँ मनप्रीत, तो इत्थे एक चीज़ देखने वाली है कि WHO ने कहा कि जिहड़ी हैल्थ एडवाइजरी है उन्हें कहा कि पंजाब दे विच 8000 तो वध मौतां नहीं होणगियां, लेकिन 46 मौतां होईयां जिद्दां ना लगभग। तां 8000 ਦਾ ਅੰਕੜਾ ਕਿੱਡਾ ਵੱਡਾ ਲੱਗਦਾ ਸਾਨੂੰ। ਬਿਲਕੁਲ। ਤੇ ਉਹਨਾਂ ਨੇ ਕਹਿਤਾ ਕਿ 8000 ਤੋਂ ਵੱਧ ਨਹੀਂ ਹੋਣਗੀਆਂ ਤੇ ਨਾਲ ਇਹ ਵੀ ਕਿਹਾ ਕਿ ਬਈ ਜਿਹੜਾ ਪੰਜਾਬ ਹਰਿਆਣਾ ਜਾਂ ਇਧਰਲੇ ਪ੍ਰਦੇਸ਼ ਹੈਗੇ ਨੇ ਉਹਨਾਂ ਦੇ ਵਿੱਚ ਲੱਗਦਾ ਨਹੀਂ ਕਿ ਹੁਣ ਬਹੁਤ ਜ਼ਿਆਦਾ ਤੇਜ਼ ਹੋਏਗਾ ਕਰੋਨਾ, ਲੇਕਿਨ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਨੇ ਬਿਆਨ ਇਹਦੇ ਤੇ ਆ ਰਹੇ ਨੇ ਡਾਕਟਰਸ ਦੇ। ਕਈ ਕਹਿ ਰਹੇ ਨੇ ਕਿ ਅਗਸਤ ਸਤੰਬਰ ਦੇ ਵਿੱਚ ਜਿਹੜਾ ਪੀਕ ਤੇ ਹੋਏਗਾ, ਕਈ ਕਹਿ ਰਹੇ ਨੇ ਕਿ ਪੰਜਾਬ ਵਗੈਰਾ ਜਿਹੜੇ ਇਧਰਲੇ ਪ੍ਰਦੇਸ਼ ਨੇ ਇਹਨਾਂ ਵਿੱਚ ਜ਼ੋਰ ਲੱਗ ਚੁੱਕਾ, ਹੁਣ ਜਿਹੜਾ ਆ ਜ਼ਿਆਦਾ ਨਹੀਂ ਵਧੇਗਾ। ਲੇਕਿਨ ਇੱਕ ਗੱਲ ਇਹ ਵੀ ਦੇਖਣ ਨੂੰ ਆਈ ਹੈ ਜਿਹੜੀ ਜਾਂ ਫਿਰ ਸਰਕਾਰ ਵੱਲੋਂ ਜਾਂ ਫਿਰ ਵਿਗਿਆਨੀਆਂ ਵੱਲੋਂ ਜਿਹੜੀਆਂ ਐਡਵਾਈਜ਼ਰੀ ਜਾਰੀ ਕੀਤੀਆਂ ਗਈਆਂ ਸੀ ਕਰੋਨਾ ਵਾਇਰਸ ਨੂੰ ਲੈ ਕੇ, ਉਹ ਜ਼ਿਆਦਾਤਰ ਕਹ ਲੋ ਸਹੀ ਸਾਬਤ ਨਹੀਂ ਹੋਈਆਂ ਇਹਨਾਂ ਦਿਨਾਂ ਦੇ ਵਿੱਚ। ਜੇ ਅਸੀਂ ਕਰੋਨਾ ਦੇ ਦੌਰ ਦੀ ਗੱਲ ਕਰੀਏ, ਪਹਿਲਾਂ ਕਹਿੰਦੇ ਕਿ ਗਰਮੀ ਆਏਗੀ, ਬਿਲਕੁਲ ਜਿਹੜਾ ਆ ਉਹ ਕਰੋਨਾ ਖਤਮ ਹੋ ਜਾਏਗਾ, ਗਰਮੀ ਆਏਗੀ है ना, ਤੇ ਉਹਦੇ ਨਾਲ ਕਰੋਨਾ ਖਤਮ ਹੋਇਆ, ਲੇਕਿਨ ਗਰਮੀ ਆਈ, ਗਰਮੀ ਦੇ ਆਏ ਨਾਲ ਵੀ ਨਹੀਂ ਖਤਮ ਹੋਇਆ। ਬਿਲਕੁਲ। ਰਾਜਸਥਾਨ ਦੀ ਗਰਮੀ ਹੈ, ਉੱਥੇ 2 ਦਿਨਾਂ ਦੇ ਵਿੱਚ ਅੰਕੜਾ ਜਿਹੜਾ ਬਹੁਤ ਜ਼ਿਆਦਾ ਵੱਧ ਰਿਹਾ। ਇਸ ਕਰਕੇ ਸਾਨੂੰ ਵੀ ਇਹੀ ਲੱਗਦਾ ਹੈ ਕਿ ਗਰਮੀ ਨਾਲ ਇਹਦੇ ਤੇ ਜ਼ਿਆਦਾ ਅਸਰ ਨਹੀਂ ਪੈਂਦਾ, ਸਿਰਫ ਉਹੀ ਅਸਰ ਪੈਂਦਾ ਕਿ ਜੇ ਕਿਸੇ ਨੇ ਕੋਈ ਥੁੱਕ ਦਿੱਤਾ ਆ ਤਾਂ ਉਹ ਜਲਦੀ ਸੜ ਜਾਏਗਾ ਤੇ ਉਹ ਜ਼ਿਆਦਾ ਪੈਰਾਂ ਨੂੰ ਨਹੀਂ ਲੱਗੇਗਾ, ਬਸ ਇੰਨਾ ਹੀ ਮੇਰੇ ਹਿਸਾਬ ਨਾਲ ਫਰਕ ਪੈਂਦਾ ਹੋਏਗਾ। ਤੇ ਬਾਕੀ ਇੱਕ ਚੰਗੀ ਖਬਰ ਇਹ ਹੈ ਕਿ ਫਗਵਾੜਾ ਤੋਂ 39 ਮਰੀਜ਼ਾਂ ਦੀ ਜਿਹੜੀ ਆ, ਮਰੀਜ਼ ਨਹੀਂ ਮੈਂ ਕਹਿ ਸਕਦਾ, ਫਗਵਾੜਾ ਤੋਂ 39 ਲੋਕਾਂ ਦੀ ਜਿਹੜੀ ਰਿਪੋਰਟ ਸ਼ੱਕੀ ਉਹਨਾਂ ਦੀ ਰਿਪੋਰਟ ਜੋ ਆ ਨੈਗੇਟਿਵ ਆਈ ਆ। ਫਗਵਾੜੇ ਲਈ ਬੜੀ ਜਿਹੜੀ ਆ ਰਾਹਤ ਦੀ ਖਬਰ ਆ। ਤੇ ਜਲੰਧਰ ਜਿਹੜਾ ਆ ਉਹ ਹਜੇ ਵੀ ਉੱਥੇ ਮਰੀਜ਼ ਵੱਧ ਰਹੇ ਨੇ, ਮਤਲਬ 3 ਕੇਸ ਨਵੇਂ ਸਾਹਮਣੇ ਆਏ ਨੇ। ਟਾਈਮ ਟੂ ਟਾਈਮ ਜਿਹੜੇ ਨੇ ਹਰ ਥੋੜੇ ਟਾਈਮ ਬਾਅਦ ਕੋਈ ਨਾ ਕੋਈ ਕੇਸ ਨਵਾਂ ਹੁੰਦੀ ਉੱਥੋਂ ਜਿਹੜੀ ਖਬਰ ਆ ਰਹੀ ਆ। ਲੇਕਿਨ ਇਹ ਜ਼ਰੂਰ ਆ ਗਿਆ ਜਲੰਧਰ ਦੇ ਵਿੱਚ ਕਿ ਹਜੇ ਜਿਹਦਾ ਡਿਸਟ੍ਰਿਕਟ ਕਪੂਰਥਲਾ ਆ ਉੱਥੇ ਕੈਟਾਗਰੀ ਵਾਈਜ਼ ਸ਼ਾਪਸ ਖੁੱਲ ਰਹੀਆਂ ਨੇ, ਲੇਕਿਨ ਉੱਥੇ ਡੀਸੀ ਸਾਹਿਬ ਨੇ ਆਰਡਰ ਕਰ ਦਿੱਤਾ ਕਿ ਸੋਮਵਾਰ ਤੋਂ ਲਾ ਕੇ ਸ਼ਨੀਵਾਰ ਤੱਕ ਸਵੇਰੇ 7 ਤੋਂ ਲਾ ਕੇ ਸ਼ਾਮ 6 ਵਜੇ ਤੱਕ ਜਿਹੜੀਆਂ ਦੁਕਾਨਾਂ ਨੇ ਉਹ ਖੁੱਲ ਸਕਦੀਆਂ ਨੇ। ਯਾਨੀ ਕਿ ਸਾਰੀਆਂ ਕੈਟਾਗਰੀ ਜਿਹੜੀਆਂ ਆ ਉਹ ਇੱਕੋ ਵਾਰੀ ਖੁੱਲ ਸਕਦੀਆਂ, ਕੋਈ ਔਡ ਈਵਨ ਜਿਹੜਾ ਆ ਉਹ ਵੀ ਨਹੀਂ ਹੋਵੇਗਾ। ਉਸੇ ਤਰ੍ਹਾਂ ਸਰ ਜਿੱਦਾਂ ਅਸੀਂ ਜਾਣਦੇ ਹਾਂ ਕਿ ਜਿਹੜਾ ਲੋਕਡਾਊਨ ਦਾ ਸਮਾਂ ਉਹ 31 ਮਈ ਤੱਕ ਜਿਹੜਾ ਰੱਖਿਆ ਗਿਆ ਹੈ ਨਾ, ਉਸ ਤੋਂ ਅੱਗੇ ਸਰਕਾਰ ਨੇ ਸਾਨੂੰ ਦੱਸਣਾ ਕਿ ਅੱਗੇ ਕੀ ਜਿਹੜੇ ਨਿਯਮ ਹੋਣਗੇ, ਕੀ ਮਤਲਬ ਲੋਕਡਾਊਨ ਵਧਾਇਆ ਜਾਂਦਾ, ਕਦੋਂ ਤੱਕ ਵਧਾਇਆ ਜਾਂਦਾ, ਉਹਦੇ ਬਾਰੇ ਜਿਹੜੀ ਅੱਜ ਪੰਜਾਬ ਕੈਬਨਿਟ ਦੀ ਬੈਠਕ ਹੋ ਰਹੀ ਹੈ ਉਸ ਦੇ ਵਿੱਚ ਸ਼ਾਇਦ ਉਹਦੇ ਬਾਰੇ ਵਿਚਾਰ ਕੀਤਾ ਜਾਵੇਗਾ। ਕਰੋਨਾ ਦੇ ਨਵੇਂ ਨਿਯਮਾਂ ਨੂੰ ਲੈ ਕੇ ਜਾਂ ਫਿਰ ਲੋਕਡਾਊਨ ਵਧਾਉਣ ਦੇ ਲਈ ਜਾਂ ਫਿਰ ਕੀ ਹੋਰ ਸਾਡੇ ਲਈ ਨਵੀਆਂ ਖੁੱਲ੍ਹਾਂ ਹੋ ਸਕਦੀਆਂ ਹਨ, ਉਹਦੇ ਬਾਰੇ ਜਿਹੜੀ ਅੱਜ ਉਹ ਚਰਚਾ ਕੀਤੀ ਜਾਣੀ ਹੈ। ਸੋ ਉਮੀਦ ਹੈ ਕਿ ਦੁਪਹਿਰ ਤੱਕ ਥੋੜੀ ਬਹੁਤੀ ਜਿਹੜੀ ਜਾਣਕਾਰੀ ਹੈ ਉਹ ਸਾਡੇ ਤੱਕ ਪਹੁੰਚ ਜਾਵੇ। ਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਸ ਲੋਕਡਾਊਨ ਦੇ ਦੌਰਾਨ ਜਿੱਦਾਂ ਹੁਣ ਲੋਕਡਾਊਨ ਚੱਲ ਰਿਹਾ ਹੈ, ਕਰੋਨਾ ਦਾ ਗੇੜ ਚੱਲ ਰਿਹਾ, ਉਹਦੇ ਵਿੱਚ ਜਿਹੜੀਆਂ ਫਲਾਈਟਾਂ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਹੜੀਆਂ ਘਰੇਲੂ ਫਲਾਈਟਾਂ ਹੈਗੀਆਂ ਨੇ ਹਨਾ। ਤੇ ਸਰ ਇਹੀ ਦੇਖਣ ਚ ਆਇਆ ਕਿ ਜਿਹੜੀਆਂ ਫਲਾਈਟਾਂ ਸ਼ੁਰੂ ਹੋ ਰਹੀਆਂ ਨੇ ਉਹਨਾਂ ਦੇ ਵਿੱਚ 1-2 ਮਰੀਜ਼ ਦੇ ਕਾਰਨ ਵੀ ਜਿਹੜਾ ਪੂਰੀ ਹੀ ਫਲਾਈਟ ਨੂੰ ਜਿਹੜੇ ਕਰੂ ਮੈਂਬਰ ਨੇ ਉਹਨਾਂ ਨੂੰ ਜਿਹੜਾ ਕੁਆਰੰਟਾਈਨ ਕੀਤਾ ਗਿਆ। ਹਾਂ, ਕਾਰਨ ਵੀ ਆ ਕਿ ਮਨਪ੍ਰੀਤ ਦੇਖੋ ਕਿ ਉਹ ਫਲਾਈਟ ਦੇ ਵਿੱਚ ਜਦੋਂ ਪੂਰਾ ਸਭ ਕੁਝ ਬੰਦ ਹੁੰਦਾ ਉਸ ਟਾਈਮ ਕਿੰਨਾ ਸਮਾਂ ਜਿਹੜਾ ਆਪਾਂ ਉੱਥੇ ਘੰਟੇ ਦੀ ਫਲਾਈਟ ਆ, 2 ਘੰਟੇ ਦੀ ਫਲਾਈਟ ਆ ਜਾਂ 2.5 ਘੰਟੇ ਦੀ ਫਲਾਈਟ ਆ, ਉਹਨਾਂ ਸਮਾਂ ਸਾਰਿਆਂ ਨੇ ਇਕੱਠੇ ਰਹਿਣਾ, ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਹੱਥ ਟੱਚ ਜਾਂ ਕਿਸੇ ਆਪਾਂ ਵਾਸ਼ਰੂਮ ਯੂਜ਼ ਕੀਤਾ ਜਾਂ ਕੋਈ ਹੋਰ ਤੇ ਉਹ ਚੀਜ਼ਾਂ ਇਹ ਰਹਿਣੀਆਂ ਆ। ਤੇ ਨਾਲੇ ਹੁਣ ਸ਼ਾਇਦ 6 ਤਰੀਕ ਤੱਕ ਉਹਨਾਂ ਨੇ ਕਹਿਤਾ ਕਿ 에ਅਰ ਇੰਡੀਆ ਜਿਹੜਾ ਆ ਜਿਹੜੀ ਗਵਲੀ ਸੀਟ ਯੂਜ਼ ਕਰ ਸਕਦਾ ਤੇ 6 ਤਰੀਕ ਤੋਂ ਬਾਅਦ ਨਹੀਂ ਕਰ ਸਕਦਾ। ਮੈਨੂੰ ਇਹ ਨਹੀਂ ਸਮਝ ਲੱਗੀ ਕਿ 6 ਤਰੀਕ ਤੱਕ ਕਰੋਨਾ ਛੁੱਟੀ ਤੇ ਹਾਂ ਵੀ
ਤੇ ਬਾਕੀ 에ਅਰਲਾਈਨਸ ਨੂੰ ਇਹ ਹੁਕਮ ਜਾਰੀ ਕੀਤੇ ਗਏ ਨੇ ਤੇ ਫਿਰ 에ਅਰ ਇੰਡੀਆ ਨੇ ਉਹਨੂੰ ਕਿਉਂ ਖੋਲ ਦਿੱਤੀ ਗਈ ਹੈ ਹਨਾ, ਕਿਉਂ ਜਿਹੜੀ ਆ ਉਹ ਖੋਲ ਤੇ ਇਸੇ ਤਰ੍ਹਾਂ ਸਰ ਜਿਹੜਾ 에ਅਰ ਇੰਡੀਆ ਦਾ ਜਹਾਜ਼ ਹੈ ਦਿੱਲੀ ਤੋਂ ਲੁਧਿਆਣਾ ਜਿਹੜੀ ਫਲਾਈਟ ਹੈ ਉਹਦੇ ਵਿੱਚ ਕਰੋਨਾ ਮਰੀਜ਼ ਮਿਲਣ ਕਰਕੇ ਜਿਹੜੀ ਦਹਿਸ਼ਤ ਫੈਲ ਗਈ, ਇੱਕ ਕਰੋਨਾ ਦਾ ਮਰੀਜ਼ ਮਿਲਿਆ ਤੇ ਤੁਸੀਂ ਇਹ ਦੇਖੋ ਜਿੰਨੇ ਯਾਤਰੀ ਸੀਗੇ ਸਾਰਿਆਂ ਨੂੰ ਕੁਆਰੰਟਾਈਨ ਕੀਤਾ ਗਿਆ, ਨਾਲ ਦੀ ਨਾਲ ਜਿਹੜੇ ਕਰੂ ਮੈਂਬਰ ਹੈ ਉਹਨਾਂ ਨੂੰ ਵੀ ਜਿਹੜਾ ਕੁਆਰੰਟਾਈਨ ਕਰ ਦਿੱਤਾ ਗਿਆ। ਕਹ ਲੋ ਕਿ ਇੱਕ ਹਿਸਾਬ ਦੀ ਉਹ ਫਲਾਈਟ ਜਿਹੜੀ ਰੁਕ ਗਈ ਹੈ। ਹਾਂਜੀ, ਤੇ ਮਤਲਬ ਇੱਕ ਮਰੀਜ਼ ਦੇ ਆਉਣ ਇੱਕ ਮਰੀਜ਼ ਦੇ ਦੇਖੋ ਪੂਰੀ ਫਲਾਈਟ ਵੀ ਰੁਕ ਗਈ ਤੇ ਨਾਲੇ ਹਜੇ ਪਹਿਲੇ ਦਿਨ ਮੈਨੂੰ ਲੱਗਾ ਫਲਾਈਟ ਦੇ ਉੱਤੇ ਚੜੇ ਹੋਣੇ ਆ ਤੇ ਕਰੂ ਮੈਂਬਰ ਜਿੰਨੇ ਆ ਉਹ ਉਹਨਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ। ਇੱਕ ਉਹਦੇ ਨਾਲ ਕਿੰਨਾ ਬਾਕੀ ਜਿਹੜੇ ਮੈਂਬਰ ਨੇ ਬਾਕੀ ਮੈਨੂੰ ਲੱਗਦਾ ਥੋੜੇ ਜਿਹੇ ਮੈਂਬਰ ਦਾ ਕਹਿੰਦੇ ਉਹਨੇ ਵਧੀਆ ਹੋਇਆ ਸਾਨੂੰ ਛੁੱਟੀ ਮਿਲ ਗਈ ਬਟ ਨਹੀਂ ਇੱਕ ਦੇਖਿਆ ਕਿ ਡਰ ਇੱਕ ਪੈਦਾ ਹੋਇਆ ਸੀ ਨਾ, ਬਾਕੀਆਂ ਦੇ ਉੱਤੇ ਡਰ ਕਿੰਨਾ ਪੈਦਾ ਹੋ ਜਾਂਦਾ। ਬਿਲਕੁਲ ਹਨਾ, ਉਹਨਾਂ ਦੀ ਫੈਮਿਲੀ ਵੀ ਨਾਲ ਉਹਨਾਂ ਦੇ ਅਟੈਚ ਆ, ਉਹਨਾਂ ਨੂੰ ਕਿੰਨਾ ਜਿਹੜਾ ਆ ਇਹਦਾ ਖਮਿਆਜਾ ਆਪਾਂ ਕਹਿ ਸਕਦੇ ਆ ਉਹ ਜਿਹੜਾ ਆ ਉਹ ਭੁਗਤਣਾ ਉਹ ਪੈ ਸਕਦਾ। ਮੈਂ ਵੀ ਉਹੀ ਕਹਿਣ ਲੱਗਾ ਸੀ, ਮੈਂ ਆਪਣੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਕਿ ਜਿਹੜਾ ਲਾਕਡਾਊਨ ਆ ਉਹ 31 ਤਰੀਕ ਤੋਂ ਅੱਗੇ ਵਧਣਾ ਚਾਹੀਦਾ ਕਿ ਨਹੀਂ ਵਧਣਾ ਚਾਹੀਦਾ। ਜੇ ਵਧਣਾ ਚਾਹੀਦਾ ਤਾਂ ਕੀ ਰੂਲਸ ਹੋਣੇ ਚਾਹੀਦੇ ਨੇ, ਕੀ ਜਿਹੜੀ ਆ ਸ਼ਾਪਸ ਖੁੱਲ ਰਹੀਆਂ ਨੇ ਇਹ ਖੁੱਲਣੀਆਂ ਚਾਹੀਦੀਆਂ ਨੇ ਕਿ ਪ੍ਰੋਪਰ ਲਾਕਡਾਊਨ ਕਰਕੇ ਪਹਿਲਾਂ ਕਰੋਨਾ ਨਾਲ ਨਜਿੱਠ ਲਿਆ ਜਾਵੇ। ਇਹਦੇ ਬਾਰੇ ਆਪਣੇ ਵਿਚਾਰ ਜਿਹੜੇ ਆ ਤੁਸੀਂ ਦੱਸ ਸਕਦੇ ਹੋ। ਸਾਡੇ ਨੰਬਰ ਜਿਹੜੇ ਨੇ ਸਕਰੀਨ ਦੇ ਉੱਤੇ ਡਿਸਪਲੇ ਨੇ 01824508709 ਤੇ 380-113 ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜਾ ਆ ਉਹ ਸਾਡੇ ਨਾਲ ਉਹ ਗੱਲ ਕਰ ਸਕਦੇ ਹੋ ਜੀ। ਤੇ ਜਿਹੜਾ ਆਉਣ ਵਾਲੇ ਦਿਨਾਂ 'ਚ ਜਿਹੜਾ ਲਾਕਡਾਊਨ ਸਰਕਾਰ ਵੱਲੋਂ ਲਗਾਇਆ ਜਾਂਦਾ ਜਾਂ ਨਹੀਂ ਲਗਾਇਆ ਜਾਂਦਾ ਉਹ ਤਾਂ ਚਲੋ ਸਾਨੂੰ ਪਤਾ ਲੱਗ ਜਾਣਾ ਥੋੜੇ ਸਮੇਂ ਦੇ ਵਿੱਚ। ਤੁਹਾਡਾ ਕੀ ਕਹਿਣਾ ਕਿ ਜਿਹੜੀਆਂ ਚੀਜ਼ਾਂ ਬੰਦ ਨੇ ਫਿਲਹਾਲ ਜਿਵੇਂ ਸਕੂਲ ਨੇ, ਇੰਸਟੀਚਿਊਟ ਨੇ ਜਾਂ ਫਿਰ ਜਿਮ ਨੇ, ਤੁਹਾਨੂੰ ਕੀ ਲੱਗਦਾ ਕਿ ਖੁੱਲਣੀਆਂ ਚਾਹੀਦੀਆਂ? ਤੁਹਾਡੇ ਕੀ ਵਿਚਾਰ ਨੇ ਇਹ ਜਾਣਕਾਰੀ ਸਾਡੇ ਤੱਕ ਜਰੂਰ ਪਹੁੰਚਾਇਓ ਜੀ ਤੇ ਤਾਂ ਕਿ ਅਸੀਂ ਜਾਣ ਸਕੀਏ ਕਿ ਤੁਸੀਂ ਕਿਸ ਨਿਗਾਹ ਦੇ ਨਾਲ ਇਸ ਦੌਰ ਵੈਸੇ ਮੇਰੀ ਇੱਛਾ ਇਹ ਹੈ ਕਿ ਜਿਮ ਜਰੂਰ ਖੁੱਲ ਜਾਣੇ ਚਾਹੀਦੇ ਆ, ਜਿਹੜੇ ਸਪੋਰਟਸ ਸੈਂਟਰ ਨੇ ਉਹ ਜਰੂਰ ਖੁੱਲ ਜਾਣੇ ਚਾਹੀਦੇ ਆ। ਚਲੋ ਸਕੂਲ ਵੀ ਖੁੱਲਣਗੇ ਲੇਕਿਨ ਮੈਂ ਆਪਣੀ ਪਹਿਲਾਂ ਦੱਸਦੀ ਮੈਂ ਕਾਲ ਤਾਂ ਨਹੀਂ ਕਰ ਸਕਦਾ, ਮੈਂ ਲਾਈਵ ਬੈਠਾ ਹਾਂ। ਜਿੱਦਾਂ ਬੱਚੇ ਟੀਚਰ ਪੁੱਛਦੇ ਵੀ ਦੱਸੋ ਕੌਣ ਰਾਜੀ ਹੈ, ਤੁਸੀਂ ਪਹਿਲਾਂ ਹੀ ਹੱਥ ਖੜਾ ਕਰਦਾ ਵੀ ਜਿਹੜਾ ਜਿਮ ਤੇ ਜਿਹੜਾ ਸਪੋਰਟਸ ਸੈਂਟਰ ਨੇ ਉਹ ਸਾਰੇ ਉਹ ਖੁੱਲ ਜਾਣੇ ਚਾਹੀਦੇ ਆ ਕਿਉਂਕਿ ਬੇਸ਼ੱਕ ਨਿਯਮਾਂ ਦੇ ਨਾਲ ਖੁੱਲਣ, ਕੋਈ ਨਿਯਮ ਲਾਗੂ ਕੀਤੇ ਜਾਣ। ਬੇਸ਼ੱਕ ਜਿੱਥੇ ਇੰਨੀਆਂ ਚੀਜ਼ਾਂ ਬਾਕੀ ਚੱਲ ਰਹੀਆਂ ਨੇ ਤੇ ਜੇ ਉੱਥੇ ਇਹ ਵੀ ਨਾਲ ਖੁੱਲ ਜਾਣਗੇ ਤਾਂ ਕੋਈ ਨੁਕਸਾਨ ਨਹੀਂ ਹੋਣਾ। ਸਮਾਂ ਇਹਦਾ ਤਾਂ ਫਾਇਦਾ ਹੀ ਹੈ ਕਿ ਜਿਹੜੇ ਬੱਚੇ ਆ ਉਹਨਾਂ ਦਾ ਇਮਿਊਨ ਸਿਸਟਮ ਜਿਹੜਾ ਆ ਉਹ ਵੀ ਸਟਰੋਂਗ ਹੋਏਗਾ। ਪਰ ਸਰ ਇਹ ਜੇ ਜਿਮ ਦੇ ਵਿੱਚ ਕਹਿ ਦਿੱਤਾ ਗਿਆ ਕਿ ਪੀਪੀਈ ਕਿੱਟਾਂ ਪਾ ਕੇ ਤੁਹਾਨੂੰ ਐਕਸਰਸਾਈਜ਼ ਕਰਨੀ ਪੈਣੀ, ਫਿਰ ਤੁਸੀਂ ਐਕਸਰਸਾਈਜ਼ ਕਿੱਦਾਂ ਕਰੋਗੇ? ਉਹ ਤਾਂ ਪੋਸੀਬਲ ਨਹੀਂ ਹੈ। ਗਲਵਜ਼ ਪਾਏ ਜਾ ਸਕਦੇ ਆ, ਗਲਵਜ਼ ਪਾਏ ਜਾ ਸਕਦੇ ਆ ਕਿ ਉੱਥੇ ਫਿਰ ਜਿੱਦਾਂ ਪਸੀਨਾ ਆਉਂਦਾ ਆ, ਤੁਸੀਂ ਜਿਹੜੇ ਟੂਲਸ ਨੂੰ ਟੱਚ ਕਰਦੇ ਆ ਉਹਦੇ ਨਾਲ ਥੋੜਾ ਜਿਹਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ। ਉਹਦੇ ਲਈ ਇਹੀ ਹੈ ਕਿ ਜੇ ਜਿਮ ਦੇ ਵਿੱਚ ਜਿਹੜੀਆਂ ਰੋਡ ਹੁੰਦੀਆਂ ਜਾਂ ਹੋਰ ਜਿੰਨਾ ਵੀ ਸਮਾਨ ਹੁੰਦਾ ਉਹਦੇ ਤੇ ਇਹ ਹੈ ਕਿ ਜੇ ਇੱਕ ਬੰਦਾ ਯੂਜ਼ ਕਰਦਾ ਹੈ ਉਸ ਤੋਂ ਬਾਅਦ ਦੂਜਾ ਬੰਦਾ ਸੈਨੀਟਾਈਜ਼ ਕਰਕੇ ਹੀ ਉਹਨੂੰ ਯੂਜ਼ ਕਰੇ, ਹੈ ਨਾ, ਫਿਰ ਇਹ ਚੀਜ਼ਾਂ ਪੋਸੀਬਲ ਹੈਗੀਆਂ ਆ। ਮਤਲਬ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਜਿਮ ਆ ਉਹ ਖੁੱਲ ਜਾਣੇ ਚਾਹੀਦੇ ਤਾਂ ਕਿ ਫਿਟ ਰਹਿ ਸਕੀਏ। ਇਦਾਂ ਨਾ ਹੋਵੇ ਨਾ ਅਸੀਂ ਕਰੋਨਾ ਦੇ ਦੌਰ ਦੇ ਵਿੱਚ ਹੋਰ ਹੀ ਅਨਫਿਟ ਹੋ ਜਾਈਏ, ਹੈ ਨਾ, ਫ੍ਰੀ ਰਹਿ ਕੇ। ਇਹਨਾਂ ਦੇ ਵਿੱਚ ਹਾਂਜੀ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਹਿ ਲਓ ਕਿ ਮੈਂਟਲੀ ਅਪਸੈਟ ਜਿਹੜੇ ਲੋਕ ਉਹ ਜ਼ਿਆਦਾ ਹੋ ਰਹੇ ਨੇ ਘਰਾਂ ਦੇ ਵਿੱਚ ਰਹਿ ਕੇ। ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਆ, ਕਸਰਤ ਕਰਦੇ ਆ, ਤੁਸੀਂ ਥੋੜਾ ਜਿਹਾ ਫਰੈਸ਼ ਜਿਹੜਾ ਆਪਣੇ ਆਪ ਨੂੰ ਫੀਲ ਕਰਦੇ ਆ ਨਾ। ਸੋ ਇਹ ਸਰਕਾਰ ਅੱਗੇ ਅਸੀਂ ਕਹਿ ਸਕਦੇ ਆਪਣੇ ਤੌਰ ਤੇ ਗੁਹਾਰ ਹੈ ਕਿ ਜਿਹੜੀਆਂ ਜਿਮਸ ਆ ਉਹ ਖੋਲ ਦਿੱਤੀਆਂ ਜਾਣੀਆਂ ਚਾਹੀਦੀਆਂ ਤਾਂ ਕਿ ਥੋੜਾ ਬਹੁਤਾ ਜਿਹੜਾ ਵਰਕਆਊਟ ਆ ਉਹ ਕੀਤਾ ਜਾ ਸਕੇ ਤੇ ਤੰਦਰੁਸਤ ਜਿਹੜਾ ਆ ਉਹ ਰਿਹਾ ਜਾ ਸਕੇ ਜੀ। ਤੇ ਮਨਪ੍ਰੀਤ ਇੱਕ ਇਹ ਸੀ ਕਿ ਵੀ ਜਿਹੜਾ ਲਾਕਡਾਊਨ ਦਾ ਪੀਰੀਅਡ ਆ ਬਹੁਤ ਲੋਕਾਂ ਨੇ ਇਹਦਾ ਅਲੱਗ-ਅਲੱਗ ਤਰੀਕੇ ਦੇ ਨਾਲ, ਕਿਸੇ ਨੇ ਨੁਕਸਾਨ ਖਾਧਾ, ਕਿਸੇ ਨੇ ਫਾਇਦਾ ਲਿਆ ਤੇ ਕਿਸੇ ਨੇ ਆਪਣੀ ਜਿਹੜੀ ਅੰਦਰਲੀ ਪ੍ਰਤਿਭਾ ਸੀ ਉਹਨੂੰ ਬਾਹਰ ਕੱਢਿਆ। ਬਿਲਕੁਲ। ਤੇ ਉਹਨੇ ਅਗਰ ਕਲਾਕਾਰੀ ਸੀ ਕੁਛ ਸੀ, ਕਿਸੇ ਨੇ ਟਿਕਟੌਕ, ਕਿਸੇ ਨੇ ਹੋਰ ਸੋਸ਼ਲ ਮੀਡੀਆ। ਲੋਕ ਕਹ ਲੋ ਕਿ ਟਿਕਟੌਕ ਤਾਂ ਮੇਨ ਸੋਸ਼ਲ ਮੀਡੀਆ ਦਾ ਜਿਹੜਾ ਕਿ ਸਾਧਨ ਬਣਿਆ ਲੋਕਾਂ ਨੂੰ ਘਰਾਂ ਦੇ ਵਿੱਚ ਰੋਕਣ ਦੇ ਲਈ। ਕਿੰਨੇ ਲੋਕ ਇਸ ਸਮੇਂ ਦੇ ਦੌਰਾਨ ਫੇਮਸ ਹੋ ਗਏ ਨੇ ਵੀਡੀਓ ਬਣਾ ਕੇ। ਤੇ ਇਦਾਂ ਇੱਕ ਫਗਵਾੜੇ ਦਾ ਸਟਾਰ ਆ ਮੁੰਡਾ ਪ੍ਰਭ ਸਿੰਘ, ਤੇ ਉਹਨੇ ਵੀ ਜਿਹੜਾ ਟਿਕਟੌਕ ਦੇ ਉੱਤੇ ਤੇ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਉਹਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਆਪਾਂ ਆਪਣੀ ਇਨਕਮ ਨੂੰ ਜਨਰੇਟ ਕਰ ਸਕਦੇ ਹਾਂ, ਐਂਟਰਟੇਨਮੈਂਟ ਕਰ ਸਕਦੇ ਹਾਂ, ਲੋਕਾਂ ਨੂੰ ਇੱਕ ਅੱਛਾ ਮੈਸੇਜ ਦੇ ਸਕਦੇ ਹਾਂ। ਤੇ ਉਹਦੇ ਨਾਲ ਅਸੀਂ ਇਸ ਸੰਬੰਧੀ ਗੱਲਬਾਤ ਕੀਤੀ ਤੇ ਪਹਿਲਾਂ ਮੈਂ ਚਾਹੁੰਦਾ ਕਿ ਉਹਨੂੰ ਦਰਸ਼ਕਾਂ ਨੂੰ ਮਿਲਾਇਆ ਜਾਵੇ ਪ੍ਰਭ ਸਿੰਘ ਨਾਲ। ਬਿਲਕੁਲ। ਲਾਕਡਾਊਨ ਦੌਰਾਨ ਸੋਸ਼ਲ ਮੀਡੀਆ ਬਣਿਆ ਕਮਾਈ ਅਤੇ ਐਂਟਰਟੇਨਮੈਂਟ ਦਾ ਸਾਧਨ। ਇਸੇ ਹੀ ਤਰ੍ਹਾਂ ਫਗਵਾੜਾ ਦਾ ਇੱਕ ਨੌਜਵਾਨ ਜਿਹੜਾ ਕਿ ਇਸ ਸਮੇਂ ਦੌਰਾਨ ਟਿਕਟੌਕ ਸਟਾਰ ਵਜੋਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪ੍ਰਭ ਸਿੰਘ ਦੀ, ਜਿਹੜਾ ਕਿ ਫਗਵਾੜਾ ਦਾ ਵਸਨੀਕ ਹੈ ਤੇ ਉਹ ਇਸ ਲਾਕਡਾਊਨ ਦੌਰਾਨ ਘਰ ਰਹਿ ਕੇ ਹੀ ਕਮਾ ਰਿਹਾ ਹੈ ਪੈਸੇ, ਸੋਸ਼ਲ ਮੀਡੀਆ ਰਾਹੀਂ, ਨਾਲ ਹੀ ਲੋਕਾਂ ਦਾ ਕਰ ਰਿਹਾ ਹੈ ਮਨੋਰੰਜਨ। ਪ੍ਰਭ ਸਿੰਘ ਜਿੱਥੇ ਟਿਕਟੌਕ ਤੇ ਵੀਡੀਓ ਜ਼ਰੀਏ ਪੈਸੇ ਕਮਾ ਰਿਹਾ ਹੈ, ਇਸੇ ਹੀ ਤਰ੍ਹਾਂ ਵੱਖੋ ਵੱਖਰੇ ਪ੍ਰੋਡਕਟਸ ਨੂੰ ਪ੍ਰਮੋਟ ਕਰਕੇ ਵੀ ਕਮਾਈ ਦਾ ਸਾਧਨ ਬਣਾ ਰਿਹਾ ਹੈ।
ਪ੍ਰਭ ਨੌਜਵਾਨ ਪੀੜ੍ਹੀ ਦੇ ਲਈ ਇੱਕ ਮਿਸਾਲ ਬਣ ਕੇ ਉੱਭਰ ਰਿਹਾ ਹੈ ਤੇ ਉਹ ਆਪਣੇ ਮਾਂ-ਬਾਪ ਦਾ ਨਾਮ ਵੀ ਚਮਕਾ ਰਿਹਾ ਹੈ। ਆਓ ਅਸੀਂ ਤੁਹਾਨੂੰ ਵੀ ਮਿਲਾਉਂਦੇ ਹਾਂ ਉਸ ਨੌਜਵਾਨ ਦੇ ਨਾਲ। ਇੱਕ ਨਜ਼ਰ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਕਿ ਤੁਹਾਡੇ ਆਪਣੇ ਪ੍ਰਭ ਸਿੰਘ ਵੱਲੋਂ ਪਿਆਰ ਤੇ ਨਿਮਰਤਾ ਭਰੀ ਸਤਿ ਸ਼੍ਰੀ ਅਕਾਲ। ਇਹ ਉਪਰਾਲਾ ਇੱਕ ਨਜ਼ਰ ਜੋ ਕਿ ਨਵਰੰਗ ਟੀਵੀ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਦੀਆਂ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਤੇ ਉਸ ਸਮੱਸਿਆਵਾਂ ਨੂੰ ਸਿਰਫ ਜਾਣੂ ਨਹੀਂ ਕਰਵਾਇਆ ਜਾ ਰਿਹਾ, ਹੱਲ ਕੀਤਾ ਜਾ ਰਿਹਾ, ਜਿਸ ਦੀ ਮੈਂ ਬਹੁਤ ਹੀ ਪ੍ਰਸ਼ੰਸਾ ਕਰਦਾ। ਬਾਕੀ ਮੈਂ ਟਿਕਟੌਕ ਵੀ ਯੂਜ਼ ਕਰਦਾ, ਜਿੱਥੇ ਮੈਂ ਲੋਕਾਂ ਨੂੰ ਵੱਖ-ਵੱਖ ਤਰੀਕੇ ਹਸਾ ਕੇ ਵੀਡੀਓਜ਼ ਪਾਉਣਾ ਜਾਂ ਥੋੜੀਆਂ ਜਾਂ ਮੈਸੇਜ ਵਾਲੀਆਂ ਵੀਡੀਓਜ਼ ਅਪਲੋਡ ਕਰਦਾ। ਮੈਂ ਲੋਕਡਾਊਨ ਦੇ ਵਿੱਚ ਟਿਕਟੌਕ ਨੂੰ ਸਟਾਰਟ ਕੀਤਾ, ਜਿਹਨੂੰ ਮੈਂ ਪਹਿਲਾਂ ਬਹੁਤ ਘੱਟ ਯੂਜ਼ ਕਰਦਾ ਸੀ। ਲੋਕਡਾਊਨ ਦੇ ਵਿੱਚ ਮੈਂ ਉਸ ਨੂੰ ਵਾਅਦਾ ਕੀਤਾ, ਬਹੁਤ ਹੀ ਮੈਂ ਸੁਣਿਆ ਸੀ ਪਲੇਟਫਾਰਮ ਬਹੁਤ ਗੁੱਡ ਆ ਤੇ ਹਾਂਜੀ ਮੈਂ ਉੱਥੇ ਲੋਕਾਂ ਨੂੰ ਹਸਾਉਣਾ ਸ਼ੁਰੂ ਕੀਤਾ। ਲੋਕਾਂ ਨੇ ਉੱਥੇ ਮੈਨੂੰ ਬਹੁਤ ਪਿਆਰ ਦਿੱਤਾ ਤੇ ਲੋਕਡਾਊਨ ਦੇ ਵਿੱਚ ਮੈਂ ਉਹ ਬ੍ਰਾਂਡ ਦੀਆਂ ਪ੍ਰਮੋਸ਼ਨ ਬਹੁਤ ਕਰ ਰਿਹਾ, ਜਿਹੜੀਆਂ ਆ ਰਹੀਆਂ ਉਹਨਾਂ ਨੂੰ ਮੈਂ ਘਰ ਦੇ ਵਿੱਚ ਬੈਠ ਕੇ ਉਹ ਪ੍ਰਮੋਸ਼ਨਸ ਕਰ ਰਿਹਾ ਸਾਰੀਆਂ। ਜੇ ਕੋਈ ਵੀ ਬ੍ਰਾਂਡ ਆਉਂਦਾ, ਚਾਹੇ ਜਿਹੜਾ ਮਰਜ਼ੀ ਹੋਵੇ, ਉਹਨੂੰ ਘਰ ਦੇ ਅੰਦਰ ਰਹਿ ਕੇ ਮੈਂ ਇੱਕ ਵਾਲ ਤਿਆਰ ਕੀਤੀ ਹੋਈ ਆ, ਉਹ ਵਾਲ ਦੇ ਅੱਗੇ ਮੈਂ ਸਾਰੇ ਸ਼ੂਟਸ ਕਰਦਾ ਮੈਂ ਘਰ ਦੇ ਅੰਦਰ ਰਹਿ ਕੇ ਤੇ ਪੈਸਾ ਵੀ ਘਰ ਦੇ ਅੰਦਰ ਰਹਿ ਕੇ ਕਮਾ ਲਿਆ। ਲੋਕਡਾਊਨ ਦਾ ਮੇਰਾ ਇਦਾਂ ਹੀ ਗਿਆ, ਲਾਈਕ ਲੋਕੀ ਸੋਚ ਰਹੇ ਨਾ ਕਿ ਆਪਾਂ ਕਰਾਂਗੇ ਕੀ ਕਰਾਂਗੇ, ਸਾਡਾ ਕੰਮ ਠੱਪ ਹੋ ਗਿਆ। ਬਟ ਮੈਂ ਲੋਕਾਂ ਨੂੰ ਇੱਥੇ ਇੱਕ ਦੱਸੂਗਾ ਕਿ ਜੇ ਆਪਣੇ ਕੋਲ ਫੋਨ ਹੈਗਾ ਨਾ, ਆਪਣੇ ਹੱਥਾਂ ਦੇ ਵਿੱਚ ਫੋਨ ਆ, ਲੋਕੀ ਕਹਿੰਦੇ ਬੇਰੁਜ਼ਗਾਰੀ ਬਹੁਤ ਆ, ਕੰਮ ਨਹੀਂ ਮਿਲਦੇ, ਇਹ ਨਹੀਂ ਮਿਲਦਾ, ਉਹ ਨਹੀਂ ਮਿਲਦਾ। ਬਟ ਮੈਂ ਕਹੂੰਗਾ ਜੇ ਅੱਜ ਦਾ ਕੋਈ ਅਜਿਹਾ ਬੰਦਾ ਨਹੀਂ ਹੋਊਗਾ ਜਿਹਦੇ ਵਿੱਚ ਕੋਈ ਟੈਲੈਂਟ ਨਹੀਂ ਹੋਊਗਾ। ਇਹ ਹੋ ਸਕਦਾ ਤੁਹਾਡੇ ਚ ਹਿਡਨ ਆ, ਤੁਹਾਨੂੰ ਨਹੀਂ ਪਤਾ, ਤੁਹਾਨੂੰ ਆਪਣੇ ਆਪ ਨੂੰ ਤਰਾਸ਼ਣਾ ਪਊਗਾ ਕਿ ਮੇਰੇ ਅੰਦਰ ਕੀ ਆ। ਜੇ ਤੁਹਾਡੇ ਹੱਥ ਦੇ ਵਿੱਚ ਫੋਨ ਆ, ਤੁਸੀਂ ਪੈਸਾ ਕਮਾ ਸਕਦੇ ਹੋ। ਸਮਾਂ ਲੋਕੀ ਕੰਪਨੀਆਂ ਤੁਹਾਡੀਆਂ ਵੇਟ ਕਰ ਰਹੀਆਂ ਨੇ, ਸਾਨੂੰ ਬੰਦੇ ਚਾਹੀਦੇ ਆ, ਕੰਪਨੀ ਨੂੰ ਬੰਦੇ ਨਹੀਂ ਮਿਲ ਰਹੇ। ਬਟ ਇਹ ਗੱਲ ਨਹੀਂ ਕਿ ਕੰਮ ਨਹੀਂ ਹੈਗਾ, ਕੰਮ ਬਹੁਤ ਆ, ਤੁਸੀਂ ਕੰਮ ਕਰਨ ਵਾਲੇ ਬਣੋ। ਇਸ ਲਾਈਨ ਚ ਪੇਸ਼ੈਂਸ ਮਸਟ ਆ ਤੇ ਮੇਰੇ ਪੇਰੈਂਟਸ ਨੇ ਪੇਸ਼ੈਂਸ ਰੱਖੇ, ਮੇਰੇ ਤੇ ਵਿਸ਼ਵਾਸ ਰੱਖਿਆ ਤੇ ਅੱਜ ਉਹ ਮੇਰੇ ਤੋਂ ਜ਼ਿਆਦਾ ਖੁਸ਼ ਆ। ਬਲਕਿ ਜਿਹੜਾ ਕੰਮ ਕਈ ਵਾਰ ਇਦਾਂ ਹੁੰਦਾ, ਮੈਂ ਸ਼ੂਟ ਜਿਹੜਾ ਕਰਨਾ ਹੁੰਦਾ, ਮੇਰੇ ਕੋਲ ਹੁਣ ਇੱਕ ਬੰਦਾ ਕੁਝ ਨਹੀਂ ਕਰ ਸਕਦਾ। ਲੋਕਡਾਊਨ ਦੇ ਵਿੱਚ ਮੇਰੀ ਟੀਮ ਮੇਰੇ ਨਾਲ ਨਹੀਂ ਆ, ਬਲਕਿ ਮੇਰੀ ਫੈਮਿਲੀ ਮੇਰੇ ਨਾਲ ਆ, ਉਹ ਮੇਰੇ ਸ਼ੂਟਸ ਕਰ ਰਹੇ ਸਾਰੇ। ਤੇ ਇੱਥੋਂ ਵੱਧ ਹੁਣ ਫੈਮਿਲੀ ਸਪੋਰਟ ਕੁਝ ਹੋ ਹੀ ਨਹੀਂ ਸਕਦੀ ਨਾ। ਤੁਸੀਂ ਵੇਖ ਰਹੇ ਹੋ ਜੀ ਨਵਰੰਗ ਟੀਵੀ ਤੇ ਮੁੜ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਇੱਕ ਨਜ਼ਰ ਪ੍ਰੋਗਰਾਮ ਚੱਲ ਰਿਹਾ ਤੇ ਅਸੀਂ ਇਹ ਜਿਹੜੀ ਝਲਕ ਮਾਰੀ ਹੈ ਜੀ, ਮੁੰਡਾ ਹੈ ਪ੍ਰਭਜੀਤ ਸਿੰਘ, ਜਿਹੜਾ ਕਿ ਫਗਵਾੜਾ ਦਾ ਵਸਨੀਕ ਹੈਗਾ ਤੇ ਇਸ ਸਮੇਂ ਲੋਕਡਾਊਨ ਦੇ ਸਮੇਂ ਦੌਰਾਨ ਜਿਹੜਾ ਕਿ ਇਹਨੇ ਕਮਾਈ ਦਾ ਇੱਕ ਸਾਧਨ ਬਣਾਇਆ, ਐਂਟਰਟੇਨਮੈਂਟ ਦਾ ਸਾਧਨ ਬਣਿਆ। ਇਹ ਟਿਕਟੌਕ ਤੇ ਲੋਕਾਂ ਨੂੰ ਜਿੱਥੇ ਮਨੋਰੰਜਨ ਕਰ ਰਿਹਾ, ਉੱਥੇ ਹੀ ਵੱਖਰੇ ਪ੍ਰੋਡਕਟਸ ਨੂੰ ਪ੍ਰਮੋਟ ਕਰਕੇ ਜਿਹੜੇ ਮਤਲਬ ਪੈਸੇ ਕਮਾ ਰਿਹਾ। ਕਹਿ ਸਕਦੇ ਕਿ ਅਸੀਂ ਇਸ ਸਮੇਂ ਦੌਰਾਨ ਜਿੱਥੇ ਫ੍ਰੀ ਬੈਠੇ ਸੀਗੇ, ਤੁਸੀਂ ਦੇਖੋ ਨੌਜਵਾਨ ਦੀ ਸੋਚ ਕਿੱਦਾਂ ਦੀ ਹੈ ਕਿ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਕਹਿ ਲਓ ਕਿ ਇਨਕਮ ਦਾ ਸੋਰਸ ਬਣਾ ਲਿਆ ਹੈ ਨਾ। ਨਾਲ ਦੀ ਨਾਲ ਜਿੱਥੇ ਨੌਜਵਾਨ ਇਸ ਸਮੇਂ ਟਿਕਟੌਕ ਤੇ ਸਟਾਰ ਬਣਿਆ ਹੈ, ਤੁਸੀਂ ਇਹ ਦੇਖੋ ਕਿ ਫੈਮਿਲੀ ਵੀ ਨਾਲ ਸਪੋਰਟ ਕਰ ਰਹੀ ਹੈ ਪੂਰੀ ਤਰ੍ਹਾਂ, ਮਤਲਬ ਫੈਮਿਲੀ ਦਾ ਪੂਰੀ ਤਰ੍ਹਾਂ ਮਨੋਰੰਜਨ ਹੋ ਰਿਹਾ। ਕਹਿ ਲਓ ਕਿ ਇਹ ਕਹਿ ਨਹੀਂ ਸਕਦੇ ਕਿ ਲੋਕਡਾਊਨ ਖੋਲਣ ਦੀ ਇਹ ਗੁਹਾਰ ਲਗਾ ਸਕਦੇ, ਇਹ ਕਹਿੰਦੇ ਕਿ ਵਧੀਆ ਲੋਕਡਾਊਨ ਜੇ ਲੱਗਾ ਹੋਇਆ ਸੀ ਘਰ ਦੇ ਵਿੱਚ ਸਮਾਂ ਵਧੀਆ ਬਤੀਤ ਹੋ ਜਾਂਦਾ ਤੇ ਨਾਲ ਆਪਣੀ ਜਿਹੜੀ ਅੰਦਰਲੀ ਕਲਾਕਾਰੀ ਆ ਉਹਨੂੰ ਲੈ ਕੇ ਵਪਾਰ ਆ। ਮਤਲਬ ਹਰੇਕ ਇਨਸਾਨ ਦੇ ਵਿੱਚ ਕੋਈ ਨਾ ਕੋਈ ਕਲਾਕਾਰ ਕਹਿੰਦੇ ਜ਼ਰੂਰ ਹੁੰਦਾ, ਪਰ ਉਹ ਸਮਾਂ ਆਉਣ ਤੇ ਬਾਹਰ ਆਉਂਦਾ ਤੇ ਇਹਨਾਂ ਦਾ ਸਮਾਂ ਸੀਗਾ ਲੋਕਡਾਊਨ ਦਾ ਜੀ। ਤੇ ਸਾਡੇ ਨਾਲ ਕਾਲਰ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ। ਹੈਲੋ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਸੀ? ਮੈਂ ਪ੍ਰਭ ਸਿੰਘ ਹੀ ਗੱਲ ਕਰ ਰਿਹਾ। ਅੱਛਾ, ਤੁਸੀਂ ਵੀਡੀਓ ਦੇਖ ਕੇ ਨਾਲ ਹੀ ਸਾਡੇ ਨਾਲ ਜੁੜ ਗਏ ਹੈ? ਨਹੀਂ, ਮੈਂ ਸਭ ਤੋਂ ਪਹਿਲਾਂ ਤਾਂ ਇੱਕ ਨਜ਼ਰ ਪ੍ਰੋਗਰਾਮ ਜੋ ਕਿ ਤੁਹਾਡਾ ਬਹੁਤ ਹੀ ਵਧੀਆ ਉਪਰਾਲਾ ਨਾ, ਕਿ ਲੋਕਾਂ ਨੂੰ ਪਹਿਲਾਂ ਸਮੱਸਿਆਵਾਂ ਤੋਂ ਤੁਸੀਂ ਦੱਸਦੇ ਆ, ਫਿਰ ਉਹਦਾ ਹੱਲ ਕਰਦੇ ਤੇ ਇਸ ਦੇ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿ ਤੁਸੀਂ ਜਿੱਦਾਂ ਦੇਖਿਆ ਕਿ ਨੌਜਵਾਨ ਪੀੜ੍ਹੀ ਅੱਗੇ ਲੰਘ ਰਹੀ। ਇੱਕ ਪਾਸੇ ਆਪਣੀ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ ਤੇ ਲੱਗੀ ਹੋਈ ਆ ਤੇ ਇੱਕ ਪਾਸੇ ਅਸੀਂ ਜਿਹੜੇ ਨਸ਼ਿਆਂ ਨੂੰ ਸਾਈਡ ਦੇ ਕਰਕੇ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੇ ਆ। ਬਟ ਕਾਫੀ ਏਦਾਂ ਦੇ ਲੋਕ ਆ ਜਿਹੜੇ ਉਹ ਚੀਜ਼ਾਂ ਨੂੰ ਨਹੀਂ ਅੱਗੇ ਆਉਣ ਦਿੰਦੇ ਨਾ। ਬਟ ਮੈਂ ਨਵਰੰਗ ਫਾਸਟਵੇ ਦਾ ਇੰਨਾ ਕੁ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੀ ਇੰਨਾ ਕੁ ਸਾਨੂੰ ਸਮਝਿਆ ਤੇ ਮੇਰਾ ਤੁਸੀਂ ਇੰਟਰਵਿਊ ਚਲਾਇਆ, ਮੇਰੀ ਇੰਨੀ ਕੁ ਔਕਾਤ ਸਮਝੀ। ਨਹੀਂ ਇਹ ਤਾਂ ਇਹ ਕਿ ਤੁਹਾਡੀ ਗੁਣ ਸੀ, ਤੁਹਾਡੇ 'ਚ ਟੈਲੈਂਟ ਹੈਗਾ ਆ ਤੇ ਜਿਹਦੇ 'ਚ ਟੈਲੈਂਟ ਆ ਉਹ ਹਮੇਸ਼ਾ ਹੀ ਅੱਗੇ ਆਊਗਾ। ਘਰਦਿਆਂ ਨੂੰ ਕਿੱਦਾਂ ਲੱਗਦਾ ਕਿ ਹੁਣ ਲੋਕ ਜਿਹੜੇ ਨੇ ਪਹਿਚਾਨ ਲੈਂਦੇ ਨੇ ਉਹਨਾਂ ਦੇ ਬੇਟੇ ਨੂੰ ਜਾਂਦੇ ਨੂੰ, ਕਈ ਕਰਿਆਨੇ ਵਾਲੇ ਵੀ ਦੇ ਦਿੰਦੇ ਕਾਕਾ ਤੂੰ ਉਹੀ ਆ ਟਿਕਟੌਕ ਵਾਲਾ, ਹਨਾ? ਕਿੱਦਾਂ ਫੀਲ ਹੁੰਦਾ ਫਿਰ? ਨਹੀਂ ਫੀਲ ਬਹੁਤ ਗੁੱਡ ਹੁੰਦਾ। ਮੈਂ ਇਹ ਚੀਜ਼ਾਂ ਸ਼ੁਰੂ ਤੋਂ ਛੋਟੇ ਹੁੰਦੇ ਤੋਂ ਸੋਚੀਆਂ ਸੀ ਕਿ ਜੇ ਕੁਝ ਕਰਾਂਗੇ ਤਾਂ ਭੀੜ ਤੋਂ ਅਲੱਗ ਕਰਾਂਗੇ, ਕਿ ਲੋਕੀ ਵੀ ਦੇਖੂਗੇ ਕਿ ਹਾਂ ਇਹ ਉਹੀ ਬੰਦਾ। ਕਿ ਮਤਲਬ ਮੇਰੀ ਇੱਕ ਸ਼ੁਰੂ ਤੋਂ ਸੋਚ ਸੀ ਕਿ ਮੈਨੂੰ ਮੇਰੇ ਬਾਪੂ ਜੀ ਕਰਕੇ ਕੋਈ ਜਾਣੇ ਨਾ ਜਾਣੇ, ਪਰ ਮੇਰੇ ਕਰਕੇ ਮੇਰੇ ਬਾਪੂ ਜੀ ਨੂੰ ਕੋਈ ਜ਼ਰੂਰ ਜਾਣੇ। ਬਿਲਕੁਲ ਚੰਗੀ ਗੱਲ ਹੈ।
ਮਤਲਬ ਇੱਕ ਵੱਖਰੀ ਸੋਚ ਰੱਖੀ ਤੁਸੀਂ। ਤੇ ਕਿੰਨੇ ਕੁ ਪ੍ਰੋਡਕਟ ਜਿਹੜੇ ਉਹ ਇਦਾਂ ਤੁਸੀਂ ਜਿਹੜੇ ਉਹ ਪ੍ਰਮੋਟ ਕਰ ਚੁੱਕੇ ਹੋ? ਇਸ ਟਾਈਮ ਤੋਂ ਮੈਂ 100 ਤੋਂ ਪਲੱਸ ਪ੍ਰੋਡਕਟਸ ਨੂੰ ਪ੍ਰਮੋਟ ਕਰ ਚੁੱਕਿਆ, ਜਿਨ੍ਹਾਂ ਚੋਂ ਜੇ ਆਪਾਂ ਦੇਖੀਏ ਇੰਡੀਅਨ ਲੈਵਲ, ਹੁਣ ਵੀ ਮੈਂ ਥੋੜੇ ਦਿਨ ਪਹਿਲਾਂ ਮੈਂ ਰੀਅਲ ਜੂਸ ਦੇ ਬ੍ਰਾਂਡ ਨੂੰ ਵੀ ਪ੍ਰਮੋਟ ਕਰਕੇ ਹਟਿਆ। ਇਸ ਇੰਟਰਵਿਊ ਤੋਂ ਬਾਅਦ ਮੈਂ ਰੀਅਲ ਜੂਸ ਦੇ ਬ੍ਰਾਂਡ ਨੂੰ ਵੀ ਪ੍ਰਮੋਟ ਕਰਕੇ। ਚਲੋ ਵਧੀਆ ਗੱਲ ਹੈ ਕਿ ਤੁਸੀਂ ਨੈਸ਼ਨਲ ਲੈਵਲ ਤੱਕ ਵੀ ਜਾ ਰਹੇ ਹੋ। ਤੇ ਜੇਕਰ ਅਸੀਂ ਗੱਲ ਕਰੀਏ ਰੀਅਲ ਜੂਸ ਬੜਾ ਕਹ ਲੋ ਕਿ ਫੇਮਸ ਬ੍ਰਾਂਡ ਹੈਗਾ ਤੇ ਬਹੁਤ ਅੱਛੀ ਗੱਲ ਆ। ਤੇ ਘਰ ਦੇ ਕਿਦਾਂ ਸਾਥ ਦਿੰਦੇ ਜੀ ਨਾਲ? ਇਹ ਤਾਂ ਨਹੀਂ ਕਰਦੇ, ਪੂਰਾ ਸਾਥ ਦਿੰਦੇ। ਘਰ ਦੇ ਜੇ ਨਾ ਸਾਥ ਦੇਣ ਅਸੀਂ ਕੁਝ ਨਹੀਂ, ਘਰਦਿਆਂ ਦੇ ਕਰਕੇ ਹੀ ਜੋ ਹੁੰਦਾ ਪਿਆ। ਜੇ ਉਹ ਸਾਥ ਨਹੀਂ ਦਿੰਦੇ ਬੰਦਾ ਡੀਮੋਟੀਵੇਟ ਹੋ ਜਾਂਦਾ। ਬਟ ਸਭ ਤੋਂ ਜ਼ਿਆਦਾ ਵੱਡੀ ਇਸ ਟਾਈਮ ਤੇ ਮੋਟੀਵੇਸ਼ਨ ਹੀ ਮੇਰੇ ਘਰ ਦੇ ਬਣੇ ਹੋਏ ਆ, ਉਹਨਾਂ ਕਰਕੇ ਮੈਂ ਸਭ ਕੁਝ ਕਰਦਾ ਪਿਆ। ਮੈਂ ਘੁੱਗੀ ਉਹਨਾਂ ਦੀ ਇੱਕ ਵਾਰੀ ਇੰਟਰਵਿਊ ਸੁਣੀ ਸੀ, ਉਹਨਾਂ ਨੇ ਕਿਹਾ ਸੀ ਕਿ ਕਿਸੇ ਨੇ ਪੁੱਛਿਆ ਕਿ ਤੁਹਾਨੂੰ ਜਿਹੜੇ ਇਹਨੇ ਜੋਕ ਨੇ ਜਾਂ ਇਹ ਤੁਹਾਨੂੰ ਕਿੱਥੋਂ ਆ ਜਾਂਦੇ ਆ? ਉਹ ਕਹਿੰਦੇ ਜੀ ਕਿ ਆਪਣੇ ਹਰੇਕ ਥਾਂ ਦੇ ਉੱਤੇ ਤੁਸੀਂ ਕਿਸੇ ਵੀ ਪਾਸੇ ਜਾਓ, ਕਿਸੇ ਜਗ੍ਹਾ ਵੀ ਜਾਓ, ਤੁਹਾਨੂੰ ਹਰ ਥਾਂ ਦੇ ਉੱਤੇ ਜਿਹੜੀ ਆ ਅਲੱਗ-ਅਲੱਗ ਥਾਂ ਤੇ ਕਾਮੇਡੀ ਮਿਲੇਗੀ। ਤੁਸੀਂ ਉਹਨੂੰ ਨਹੀਂ ਬਿਲਕੁਲ ਕਹਿੰਦੇ ਹੁੰਦੇ ਕਿ ਇੱਕ ਕਲਾਕਾਰ ਉਹ ਆ ਜਿਹੜਾ ਹਰੇਕ ਜਗ੍ਹਾ ਤੇ ਜਾ ਕੇ ਉਹ ਦੇਖ ਲੈ, ਆਬਜ਼ਰਵ ਕਰਕੇ ਚੀਜ਼ ਨੂੰ ਦੇਖਦਾ ਹੁੰਦਾ ਕਿ ਮੇਰੀ ਜ਼ੋਨ ਆਹ ਆ, ਮੈਂ ਇਹ ਆਬਜ਼ਰਵੇਸ਼ਨ ਦੇ ਨਾਲ ਆਹ ਚੀਜ਼ ਕਰ ਸਕਦਾ। ਬਿਲਕੁਲ ਮੈਂ ਇਦਾਂ ਤਾਂ ਨਹੀਂ ਵੀ ਧੱਕੇ ਦੇ ਨਾਲ ਫੈਮਿਲੀ ਨੂੰ ਇਨਵੋਲਵ ਕਰਨਾ ਪੈਂਦਾ ਕਿ ਵੀਡੀਓ ਬਣਾਉਣੀ ਹੈ ਕਿ ਸਾਡੇ ਨਾਲ ਵੀਡੀਓ ਬਣਾਓ। ਨਹੀਂ ਬਲਕਿ ਮੈਂ ਕਈ ਵਾਰ ਸੁਸਤੀ ਪਾ ਦਿੰਦਾ ਹੁੰਦਾ ਨਾ ਕਿ ਨਹੀਂ ਯਾਰ ਅੱਜ ਨਹੀਂ ਕਰਨਾ। ਮੇਰੀ ਫੈਮਿਲੀ ਕਈ ਵਾਰ ਕਹਿ ਦਿੰਦੀ ਕਿ ਕਿਉਂ ਨਹੀਂ ਕਰਨਾ, ਅੱਜ ਕੁਝ ਬਣਾਉਂਗਾ, ਕੀ ਪਤਾ ਅੱਜ ਵਾਲੀ ਹੋਰ ਜ਼ਿਆਦਾ ਚੱਲ ਜਾਵੇ। ਜਿੱਦਾਂ ਤੁਸੀਂ ਆਪਣੀ ਮੰਮੀ ਨੂੰ ਪੁੱਛਦੇ ਹੋ ਅੱਜ ਕੀ ਬਣਾਉਣਾ, ਉਹ ਕਹਿੰਦੇ ਤੂੰ ਕੀ ਬਣਾਉਣਾ, ਟਿਕਟੌਕ ਤੇ ਕੀ ਬਣਾਉਣਾ, ਨਹੀਂ ਤਾਂ ਤੁਸੀਂ ਉਹਨਾਂ ਸਬਜ਼ੀ ਕਿਹੜੀ ਬਣਾਉਣੀ ਆ। ਜਿੱਦਾਂ ਮੈਂ ਛੋਟੇ ਦੇ ਨਾਲ ਵੀਡੀਓ ਤੁਸੀਂ ਦੇਖਿਆ, ਮੈਂ ਛੋਟੇ ਦੇ ਨਾਲ ਵੀਡੀਓ ਉਹ ਤੁਹਾਡੇ ਤੋਂ ਜ਼ਿਆਦਾ ਉੱਪਰ ਕੇ ਜਿਹੜਾ ਸਟਾਰ ਉਹ ਬਾਹਰ ਆ ਰਿਹਾ, ਉਹ ਕਲਾਕਾਰੀ ਜ਼ਿਆਦਾ ਆ। ਨਹੀਂ ਉਹ ਮੰਮੀ ਇਹੀ ਪੁੱਛਦੇ ਹੁੰਦੇ ਕਿ ਅੱਜ ਇਹਨੂੰ ਕਿਹੜਾ ਡਾਇਲੌਗ ਦੱਸਣਾ, ਅਸੀਂ ਬਸ ਥੋੜੀ ਦੇਰ 'ਚ ਹੁਣ ਵੀ ਇੱਕ ਵੀਡੀਓ ਬਣਾਉਣ ਲੱਗੇ। ਓਕੇ ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਦੇ ਲਈ। ਤੇ ਸਾਡੀਆਂ ਬੈਸਟ ਵਿਸ਼ੇਸ ਤੁਹਾਡੇ ਨਾਲ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਫਗਵਾੜੇ ਦਾ ਤੇ ਸਾਡੇ ਸਾਰਿਆਂ ਦਾ ਨਾਮ ਜਿਹੜਾ ਇੱਕ ਨਜ਼ਰ ਦਾ ਨਾਮ ਹੈ, ਨਵਰੰਗ ਟੀਵੀ ਦਾ ਨਾਮ ਹੈ, ਜਿਹੜਾ ਨਾਲ ਉੱਚਾ ਚੱਕੋਗੇ। ਨਹੀਂ ਥੈਂਕ ਯੂ ਸੋ ਮਚ ਸਰ। ਪਹਿਲੇ ਤੁਹਾਡਾ ਬਹੁਤ ਵੱਡਾ ਇਹ ਜਿਹੜਾ ਉਪਰਾਲਾ ਚੱਲਦੇ ਆ ਤੇ ਰੱਬ ਤੁਹਾਨੂੰ ਵੀ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ। ਤੇ ਕਰੋਨਾ ਪ੍ਰਤੀ ਜਾਗਰੂਕ ਕਰਨ ਦੇ ਲਈ ਵੀ ਕੁਝ ਵੀਡੀਓਜ਼ ਬਣਾਈਆਂ ਨੇ। ਕਰੋਨਾ ਅੱਜ ਮੇਰੀ ਇੱਕ ਬਹੁਤ ਹੀ ਵੱਡੀ ਵੀਡੀਓ ਆ ਤੇ ਮੈਂ ਸ਼ਾਇਦ ਭੇਜੀ ਵੀ ਸੀ, ਬਟ ਉਹ ਵੀਡੀਓ ਦਾ ਮੇਨ ਮੈਸੇਜ ਇਹ ਆ ਕਿ ਮੈਂ ਕਹਿਣਾ ਪਿਆ ਕਿ ਭਾਈ ਉਹ ਮੈਨੂੰ ਕਹਿੰਦੇ ਭਾਈ ਮੂੰਹ ਤੇ, ਮੈਂ ਮੁੰਡੇ ਨੂੰ ਕਹਿੰਦਾ ਕਿ ਭਾਈ ਮੂੰਹ ਤੇ ਰੁਮਾਲ ਬੰਨ ਲਾ। ਉਹ ਅੱਗੇ ਕਹਿੰਦਾ ਕਿ ਕਿਉਂ ਰੁਮਾਲ ਕਿਉਂ ਬੰਨ੍ਹਣਾ ਮੂੰਹ ਤੇ? ਮੈਂ ਕਹਿੰਦਾ ਭਾਈ ਰੁਮਾਲ ਬੰਨ ਲਾ, ਕਰੋਨਾ ਬਹੁਤ ਹੀ ਜ਼ਿਆਦਾ ਫੈਲਿਆ ਹੋਇਆ ਨਾ। ਤੇ ਉਹ ਕਹਿੰਦਾ ਕਿ ਨਾ ਇਹ ਤੇ ਮੈਸੇਜ ਮੇਨ ਰੋਡ ਐਕਸੀਡੈਂਟ ਤੇ ਆ ਕਿ ਇੰਨੇ ਰੋਜ਼ ਦੇ ਰੋਡ ਐਕਸੀਡੈਂਟ ਹੁੰਦੇ ਆ, ਤੁਸੀਂ ਸੀਟ ਬੈਲਟ ਕਿੰਨੀ ਕੁ ਲਗਾਉਂਦੇ ਹੋ? ਮਤਲਬ ਕਿ ਅੱਜ ਕਰੋਨਾ ਆਇਆ ਤੇ ਤੁਹਾਨੂੰ ਹੋ ਗਿਆ ਕਿ ਅਸੀਂ ਮੂੰਹ ਤੇ ਰੁਮਾਲ ਬੰਨਣਾ, ਬਟ ਇੰਨੀਆਂ ਮੌਤਾਂ ਡੇਲੀ ਲਾਈਫ 'ਚ ਰੋਡ ਐਕਸੀਡੈਂਟ ਦੇ ਕਰਕੇ ਵੀ ਹੋ ਰਹੀਆਂ। ਬਟ ਲੋਕੀ ਬਿਲਕੁਲ ਜੀ ਤਾਂ ਕਰਕੇ ਉਹਦੇ ਤੇ ਜ਼ਰੂਰ ਬਣਾਈ। ਉਹਦਾ ਵੀ ਕਰੋਨਾ ਤੇ ਵੀ ਬਣਾਈਆ। ਮੈਂ ਕੱਲ ਗੁਰੂ ਅਰਜਨ ਦੇਵ ਜੀ ਦਾ ਸੀਗਾ ਜਨਮ ਦਿਨ, ਸੌਰੀ ਦਿਹਾੜਾ, ਉਹਦੇ ਤੇ ਵੀ ਮੈਂ ਬਣਾਈ ਸੀ ਸ਼ਹੀਦੀ ਗੁਰਪੁਰਬ। ਓਕੇ ਜੀ, ਚਲੋ ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਓਕੇ ਥੈਂਕ ਯੂ ਸੋ ਮਚ ਸਰ, ਥੈਂਕ ਯੂ। ਤੇ ਇਹ ਸੀ ਪ੍ਰਭਜੀਤ ਸਿੰਘ ਕਹਿੰਦਾ ਉਹਨਾਂ ਨੂੰ, ਇਹ ਸੀ ਪ੍ਰਭਜੀਤ ਸਿੰਘ ਤੇ ਇਹ ਫਗਵਾੜਾ ਦੇ ਰਹਿਣ ਵਾਲੇ ਨੇ ਤੇ ਅੱਜ ਕੱਲ ਟਿਕਟੌਕ ਤੇ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਉਹ ਤੇ ਛਾ ਰਹੇ ਨੇ। ਤੇ ਅਗਰ ਤੁਹਾਡੇ ਵਿੱਚ ਵੀ ਉਹ ਕਲਾ ਹੈਗੀ ਤੁਸੀਂ ਤਾਂ ਵੀ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ। ਹਾਂ ਕਾਲ ਕਰਕੇ ਦੱਸ ਸਕਦੇ ਹੋ, ਜਾਂ ਫਿਰ ਤੁਸੀਂ ਵੀਡੀਓ ਬਣਾ ਕੇ ਡਾਇਰੈਕਟ ਸਾਨੂੰ ਸੈਂਡ ਕਰ ਸਕਦੇ ਹੋ। ਸਾਡੇ ਨਾਲ ਪਲੇ ਕਰਨ ਵਾਲੀ ਤਾਂ ਅਸੀਂ ਜ਼ਰੂਰ ਪਲੇ ਕਰਾਂਗੇ, ਕਿਉਂਕਿ ਇਸ ਲੋਕਡਾਊਨ ਦੇ ਸਮੇਂ ਦੌਰਾਨ ਅਸੀਂ ਜਿੱਥੇ ਕਹ ਲਓ ਕਿ ਇੱਕ ਘੁਟਨ ਦੇ ਵਿੱਚ ਰਹੇ ਆ, ਉੱਥੇ ਨਾਲ ਦੀ ਨਾਲ ਅਸੀਂ ਆਪਣਾ ਮਨੋਰੰਜਨ ਕਰਨ ਦੇ ਲਈ ਕੋਈ ਨਾ ਕੋਈ ਸਾਧਨ ਜ਼ਰੂਰ ਚਾਹੀਦਾ। ਬੇਸ਼ੱਕ ਅਸੀਂ ਫੇਸਬੁੱਕ ਦੀ ਗੱਲ ਕਰੀਏ, ਇੰਟਰਨੈਟ ਦੇ ਹੋਰ ਜਿੰਨੇ ਵੀ ਸਾਧਨ ਹੈਗੇ ਨੇ, ਟਿਕਟੌਕ ਤੇ ਤਾਂ ਕਹ ਲਓ ਕਿ ਅੱਜ ਕੱਲ ਹਰ ਕੋਈ ਛਾਇਆ ਪਿਆ। ਟਿਕਟੌਕ ਇਸ ਸਮੇਂ ਕਹ ਲਓ ਸੀਸੀਟੀਵੀ ਕੈਮਰੇ ਦਾ ਕੰਮ ਕਰ ਰਿਹਾ ਕਿ ਸਾਡੇ ਆਂਢ ਗੁਆਂਢ ਕੀ ਹੋ ਰਿਹਾ। ਬਿਲਕੁਲ ਸਹੀ ਗੱਲ ਆ। ਤੇ ਜੀ ਸਰ, ਜਿੱਦਾਂ ਅਸੀਂ ਗੱਲ ਕਰਦੇ ਆ ਕਿ ਜਲੰਧਰ ਦੇ ਵਿੱਚ ਜਿਹੜਾ ਕਰੋਨਾ ਦਾ ਪ੍ਰਕੋਪ ਆ ਉਹ ਬਹੁਤ ਜ਼ਿਆਦਾ ਹੈ ਹਨਾ। ਹੁਣ ਅਸੀਂ ਐਂਟਰਟੇਨਮੈਂਟ ਦੀ ਗੱਲ ਕਰ ਲਈ, ਅਸੀਂ ਮੇਨ ਆਪਣੇ ਜਿਹੜਾ ਅਸੀਂ ਮਕਸਦ ਇਸ ਪ੍ਰੋਗਰਾਮ ਦਾ ਲੈ ਕੇ ਆਉਨੇ ਉਹਦੇ ਤੇ ਆਈਏ ਕਿ ਜਿਹੜਾ ਕੋਵਿਡ-19 ਦਾ ਪ੍ਰਕੋਪ ਆ ਜਲੰਧਰ ਦੇ ਵਿੱਚ ਵੀ ਜ਼ਿਆਦਾ। ਤੁਸੀਂ ਇਹ ਦੇਖੋ ਉੱਥੇ ਔਡ ਇਵਨ ਜਿਹੜਾ ਮਤਲਬ ਸ਼ਾਪਸ ਦਾ ਕਰ ਦਿੱਤਾ ਗਿਆ ਸੀ ਕਿ ਇਹ ਸ਼ਾਪਸ ਇਸ ਦਿਨ ਖੁੱਲਣਗੀਆਂ ਜਾਂ ਇਸ ਦਿਨ ਹਨਾ, ਮਤਲਬ ਲੋਕਾਂ ਵੱਲੋਂ ਰੂਲ ਫੋਲੋ ਨਹੀਂ ਕੀਤੇ ਗਏ ਤਾਂ ਹਾਰ ਕੇ ਜਿਹੜਾ ਔਡ ਇਵਨ ਦਾ ਸਿਲਸਿਲਾ ਕੈਨਸਲ ਕਰ ਦਿੱਤੀਆਂ ਗਈਆਂ। ਸੋ ਜੇਕਰ ਹੁਣ ਕੇਸ ਵੱਧਦੇ ਆ ਤਾਂ ਇੱਥੇ ਕੌਣ ਜ਼ਿੰਮੇਵਾਰ ਹੋਊਗਾ? ਇੱਥੇ ਮੇਨ ਦੇਖੋ ਜੀ,
ਜੇ ਕਰੋਨਾ ਨੂੰ ਕੋਈ ਰੋਕ ਸਕਦਾ ਤਾਂ ਅਸੀਂ ਆਪ ਹੀ ਰੋਕ ਸਕਦੇ ਹਾਂ, ਆਪਣੇ ਘਰ ਲੈ ਜਾਣ ਲਈ ਅਸੀਂ ਆਪ ਰੋਕ ਸਕਦੇ ਹਾਂ। ਬਿਲਕੁਲ। ਤੇ ਜੇ ਆਪਾਂ ਕਹੀਏ ਕਿ ਅਸੀਂ ਪ੍ਰਵਚਨ ਦਈਏ ਤੇ ਲੋਕੀ ਰੋਕਣ, ਉਹ ਪੋਸੀਬਲ ਨਹੀਂ ਹੈਗਾ, ਹਨਾ। ਇਸ ਕਰਕੇ ਇਹ ਹੈ ਕਿ ਹਰ ਇੱਕ ਬੰਦਾ ਜਿਹੜਾ ਆਪਣੀ ਆਪਣੀ ਥਾਂ ਦੇ ਉੱਤੇ ਐਫਰਟ ਕਰੇ, ਆਪਣੇ ਘਰ ਦੇ ਵਿੱਚ ਐਫਰਟ ਕਰੇ, ਬਾਹਰ ਮਾਰਕੀਟ ਜਾਂਦੇ ਆ ਉੱਥੇ ਐਫਰਟ ਕਰੇ, ਤਾਂ ਫਿਰ ਜਿਹੜਾ ਆ ਅਸੀਂ ਇਹ ਤੋਂ ਰੁਕ ਸਕਦੇ ਹਾਂ। ਤੇ ਇਸ ਸਮੇਂ ਦੌਰਾਨ ਜਿੱਦਾਂ ਅਸੀਂ ਜਾਣਦੇ ਕਿ ਜਿੱਥੇ ਖੁਸ਼ੀ ਦੇ ਪਲ ਆ ਰਹੇ ਨੇ ਉੱਥੇ ਗਮੀ ਦੇ ਪਲ ਵੀ ਆ ਰਹੇ ਨੇ। ਜੇਕਰ ਸਾਡੇ ਆਲੇ ਦੁਆਲੇ ਸਾਡੇ ਸਕੇ ਸੰਬੰਧੀਆਂ ਦੇ ਵਿੱਚ ਕੋਈ ਮੌਤ ਹੁੰਦੀ ਆ ਤਾਂ ਸਾਨੂੰ ਜਾਣਾ ਸਾਡਾ ਜਿਹੜਾ ਲਾਜ਼ਮੀ ਹੁੰਦਾ ਹੈ, ਪਰ ਇਹਨਾਂ ਕਿ ਇਕੱਠ ਤੋਂ ਜਿੰਨਾ ਹੋ ਸਕੇ ਅਸੀਂ ਬਚੀਏ। ਸਰ ਇਸੇ ਤਰ੍ਹਾਂ ਪਿੰਡ ਨਾਂਗਲੀ ਹੈਗਾ ਹੈ ਕੋਈ ਜਲਾਲਪੁਰ ਦੇ ਨੇੜੇ, ਪਰ ਉੱਥੇ ਇੱਕ ਨੌਜਵਾਨ ਦੀ ਮੌਤ ਹੋਈ ਹੈ। ਤੁਸੀਂ ਇਹ ਦੇਖੋ, ਮੌਤ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਉਹ ਕਰੋਨਾ ਪੋਜ਼ਿਟਿਵ ਸੀ। ਅੱਛਾ। ਹੁਣ ਉਹਦੀ ਮੌਤ ਤੋਂ ਬਾਅਦ 10 ਜਣੇ ਜਿਹੜੇ ਉਸ ਮਤਲਬ ਉਹਦੇ ਇਕੱਠ ਦੇ ਵਿੱਚ ਸ਼ਾਮਲ ਹੋਏ ਸੀ ਨਾ, 10 ਜਣੇ ਪੋਜ਼ਿਟਿਵ ਨਿਕਲੇ ਨੇ ਤੇ 17 ਜਣੇ ਦੀ ਰਿਪੋਰਟ ਹਜੇ ਜਿਹੜੀ ਕਹਿ ਲਓ ਕਿ ਉਹਦੀ ਵੇਟ ਕੀਤੀ ਜਾ ਰਹੀ ਹੈ। ਹਾਂ ਦੇਖੋ, ਮਤਲਬ ਇਹ ਅਸੀਂ ਜਾਣ ਬੁੱਝ ਕੇ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਨਾਰਮਲ ਦੇ ਵਿੱਚ ਕਿ ਜਿਹਦੀ ਬਾਡੀ 'ਚ ਸਿੰਪਟਮਸ ਨਹੀਂ ਆਏ, ਕਿਤੇ ਉੱਦਾਂ ਕਿਸੇ ਦੀ ਡੈਥ ਹੋ ਗਈ ਜਾਂ ਕੋਈ ਉੱਦਾਂ ਵੀ ਆਪਣੇ ਵਿੱਚ ਤੁਰਿਆ ਫਿਰਦਾ, ਆਪਾਂ ਜੇ ਸਿੰਪਟਮਸ ਨਹੀਂ ਹੈਗੇ, ਪਤਾ ਹੀ ਨਹੀਂ ਹੋਣਾ ਕਿ ਉਹਨੂੰ ਕਰੋਨਾ ਹੈ ਨਾ, ਉਹ ਕਿਤੇ ਵੀ ਫੈਲ ਸਕਦਾ, ਉਹ ਸਪਰੈਡ ਹੋਣਾ ਹੀ ਹੋਣਾ ਹੈ। ਬਿਲਕੁਲ। ਤੇ ਜਿੱਦਾਂ ਅਸੀਂ ਗੱਲ ਜਿੱਦਾਂ ਖਬਰਾਂ ਦੇ ਵਿੱਚ ਵੀ ਦੇਖਿਆ ਜਾਂ ਵਿਗਿਆਨੀਆਂ ਵੱਲੋਂ ਵੀ ਦਾਅਵਾ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਭਾਰਤ ਦੇ ਵਿੱਚ ਗਰਮੀ ਹੁਣ ਜਿਹੜਾ ਕਹ ਲਓ ਡਿਗਰੀ ਕਾਫੀ ਪਾਰ ਹੋ ਚੁੱਕੀ ਹੈ ਨਾ, ਟੌਪ ਤੇ ਆ, ਤੇ ਗਰਮੀ ਦੇ ਵਿੱਚ ਜਿਹੜਾ ਕਰੋਨਾ ਆ ਉਹ ਮਰ ਜਾਊਗਾ, ਜਦ ਕਿ ਸਹੀ ਸਾਬਤ ਨਹੀਂ ਹੋਇਆ। ਗਰਮੀ ਦੇ ਵਿੱਚ ਜ਼ਿਆਦਾ ਜਿਹੜਾ ਫੈਲਣਾ ਉਹ ਸ਼ੁਰੂ ਹੋ ਗਿਆ। ਇਹਦਾ ਕੋਈ ਨਾ ਕੋਈ ਕਾਰਨ ਹੋ ਸਕਦਾ ਕਿ ਜਿੱਦਾਂ ਅਸੀਂ ਗਰਮੀਆਂ ਦੇ ਵਿੱਚ ਪਸੀਨਾ ਆਉਂਦਾ ਹੈ, ਅਸੀਂ ਇੱਕ ਦੂਸਰੇ ਦੇ ਟੱਚ ਵਿੱਚ ਆ ਗਏ ਜਾਂ ਅਸੀਂ ਕੋਈ ਚੀਜ਼ ਟੱਚ ਕੀਤੀ ਆ, ਉੱਥੇ ਜਿਹੜੇ ਸਿੰਪਟਮਸ ਆ ਉਹ ਰਹਿ ਗਏ ਹਨਾ, ਇਹ ਹੋ ਸਕਦਾ। ਤੁਸੀਂ ਇਹ ਦੇਖੋ ਕਿ ਦਿੱਲੀ ਦੇ ਜੇਕਰ ਗੱਲ ਕਰੀਏ, ਦਿੱਲੀ ਦਾ ਜਿਹੜਾ ਪਾਰਾ ਸੀ ਕੱਲ ਉਹ 47 ਡਿਗਰੀ ਤੋਂ ਕਹ ਲਓ ਕਿ ਉੱਪਰ ਸੀਗਾ। 45 ਦੇ ਲੱਗੇ ਆਪਣੇ ਇੱਥੇ ਘੁੰਮੀ ਜਾਂਦਾ। ਹਾਂ 18 ਸਾਲ ਬਾਅਦ ਕਹਿੰਦੇ ਕਿ ਰਿਕਾਰਡ ਟੁੱਟਾ ਜਿਹੜਾ ਦਿੱਲੀ ਦੇ ਵਿੱਚ, ਹਰ ਚੀਜ਼ ਦਾ ਰਿਕਾਰਡ ਟੁੱਟੀ ਜਾਂਦਾ, ਰਿਕਾਰਡ ਟੁੱਟ ਰਿਹਾ। ਜੇ ਠੰਡ ਦਾ ਸੀ ਅੱਜ ਕੀ ਰਿਕਾਰਡ ਟੁੱਟਿਆ, ਜਿਹੜਾ ਸਾਲ 2020 ਚੜਿਆ, ਸਾਰੇ ਤਰ੍ਹਾਂ ਦੇ ਜਿਹੜੇ ਕਹ ਲਓ ਕਿ ਕੁਦਰਤੀਆਂ ਆਫਤਾਂ ਜਿੰਨੀਆਂ ਨੇ ਉਹ ਆ ਰਹੀਆਂ ਨੇ, ਜਾਂ ਫਿਰ ਹਰ ਕੁਝ ਥੰਮ ਚੁੱਕਾ ਹੈ। ਅਸੀਂ ਨਹੀਂ ਸੋਚ ਸਕਦੇ ਸੀ ਕਿ ਅਸੀਂ ਜਦੋਂ ਸਾਡੇ ਨਾਲ ਕੁਝ ਇਦਾਂ ਦੀ ਗੱਲ ਹੁੰਦੀ ਨਾ, ਅਸੀਂ ਕਹਿੰਦੇ ਸਾਡੀ ਕਿਸਮਤ ਮਾੜੀ ਹੈ, ਸਾਡੀ ਕਿਸਮਤ ਮਾੜੀ। ਹੁਣ ਤੁਸੀਂ ਇਹ ਦੇਖੋ ਪੂਰੀ ਦੁਨੀਆ ਦੀ ਕਿਸਮਤ ਇਸ ਸਮੇਂ ਮਾੜੀ ਚੱਲ ਰਹੀ ਹੈ, ਅਸੀਂ ਨਹੀਂ ਕਹਿ ਸਕਦੇ। ਫਿਰ ਇਹ ਗੱਲ ਇੱਕ ਹੋਰ ਵੀ ਆ ਕਿ ਕਦੀ ਕਿਹਾ ਜਾਂਦਾ ਸੀ ਕਿ ਇਹ ਰਾਸ਼ੀ ਲਈ ਮਾੜਾ ਹੈ ਸਾਲ, ਇਹ ਰਾਸ਼ੀ ਲਈ ਚੰਗਾ ਹੈ, ਹੁਣ ਤਾਂ ਸਾਰੀਆਂ ਰਾਸ਼ੀਆਂ ਲਈ ਇੱਕੋ ਜਿਹੇ ਹੋ ਗਿਆ ਹਨਾ। ਤੇ ਇਹ ਵੀ ਇੱਕ ਚਿਹਰਾ ਮੈਂ ਗੱਲ ਕਰਦੀ ਕਿ ਜਿੱਦਾਂ ਜੇ ਅਸੀਂ ਆਪਣੇ ਬਿਹਾਫ ਤੇ ਸੋਚਦੇ ਹੁੰਦੇ, ਮੰਨ ਲਓ ਕਿ ਮੈਂ ਕਿਸੇ ਪਾਸੇ ਜਾਣਾ ਸੀਗਾ, ਮੇਰੀ ਫਲਾਈਟ ਕੈਨਸਲ ਹੋ ਗਈ, ਹੁਣ ਮੈਂ ਜਾ ਨਹੀਂ ਸਕਣਾ 6 ਮਹੀਨੇ ਸਾਲ ਇੱਕ ਹਨਾ, ਤੇ ਮੈਂ ਇਹ ਸੋਚਣਾ ਸੀ ਯਾਰ ਮੇਰੇ ਨਾਲ ਹੀ ਇਦਾਂ ਕਿਉਂ ਹੁੰਦਾ, ਮੇਰੀ ਕਿਸਮਤ ਮਾੜੀ ਹੈ। ਤੁਸੀਂ ਦੇਖੋ ਇਸ ਸਮੇਂ ਹਰ ਇੱਕ ਮਤਲਬ ਬਰਾਬਰ ਦੇ ਨਾਲ ਚੱਲ ਰਿਹਾ ਕੁਦਰਤ ਦੇ। ਕਿੰਨੇ ਬੱਚਿਆਂ ਦੇ ਜਿਹੜੇ ਨੇ ਉਹ ਵੀਜ਼ਾ ਲੱਗੇ ਹੋਏ ਨੇ, ਭਾਵੇਂ ਸਟੱਡੀ ਲਈ, ਵਰਕ ਪਰਮਿਟ ਲਈ, ਕਿਸੇ ਦੀ ਮੈਰਿਜ ਹੋਈ ਆ ਜਾਂ ਫੈਮਿਲੀ ਉਧਰ ਆ, ਕਿਸੇ ਨੇ ਜਾਣਾ ਆ, ਕਿਸੇ ਦੇ ਬੱਚਿਆਂ ਨੇ ਜਾਣਾ ਆ ਹਨਾ। ਅਗਰ ਆਪਾਂ ਫਲਾਈਟਾਂ ਦੀ ਗੱਲ ਕਰੀਏ, ਉਹ ਸਾਰੇ ਫਸੇ ਬੈਠੇ ਨੇ, ਕਿਉਂਕਿ ਕਈ ਕੰਟਰੀਜ਼ ਦੇ ਵਿੱਚ ਅਲਾਉ ਨਹੀਂ ਹੈਗਾ ਕਿ ਬਾਹਰਲਾ ਬੰਦਾ ਆਵੇ। ਹੁਣੇ ਕੱਲ ਕਿੰਨੀ ਦੁਖਦਾਈ ਖਬਰ ਆਈ ਖੰਨੇ ਤੋਂ ਕਿ 3 ਨੌਜਵਾਨ ਜਿਹੜੇ ਸੀ ਉਹ ਇੱਕ ਕਾਰ ਦੇ ਵਿੱਚ ਸੀ ਤੇ ਉਹਨਾਂ ਦਾ ਉੱਥੇ ਐਕਸੀਡੈਂਟ ਜਿਹੜਾ ਉਹ ਹੋ ਗਿਆ, ਤੇ ਉਹਨਾਂ ਵਿੱਚੋਂ ਵੀ ਇੱਕ ਬੱਚੇ ਦਾ ਜਿਹੜਾ ਆ ਉਹ ਕੈਨੇਡਾ ਦਾ ਵੀਜ਼ਾ ਲੱਗਾ ਸੀ, ਬਾਕੀਆਂ ਨੇ ਵੀ ਆਈਲੈਟਸ ਕੀਤੀ ਸੀ, ਤੇ ਜੇ ਲਾਕਡਾਊਨ ਨਾ ਕਿੰਨੇ ਸੁਪਨੇ ਸਜਾਏ ਹੋਣਗੇ ਉਹਨਾਂ ਨੇ ਬਾਹਰ ਬੈਠੇ ਹੋਣਾ ਸੀ ਹਨਾ। ਬਿਲਕੁਲ। ਹਾਂ ਤੇ ਦੇਖੋ ਦੂਜੇ ਨੰਬਰ ਤੇ ਇਹ ਟ੍ਰੈਫਿਕ ਖੁੱਲੀ ਨੂੰ ਕਿੰਨੇ ਦਿਨ ਹੋਏ ਆ ਤੇ ਐਕਸੀਡੈਂਟ ਦੀਆਂ ਖਬਰਾਂ ਸਾਡੇ ਕੋਲ ਸਾਹਮਣੇ ਆਉਣ ਲੱਗ ਪਈਆਂ ਨੇ। ਜਦੋਂ ਇਹ ਕਹਿ ਲਓ ਕਿ ਪ੍ਰੋਪਰ ਤਰ੍ਹਾਂ ਦਾ ਲਾਕਡਾਊਨ ਚੱਲ ਰਿਹਾ ਸੀ, ਉਦੋਂ ਇਹ ਜਿਹੜੀਆਂ ਖਬਰਾਂ ਉਹ ਵੀ ਬਹੁਤ ਘੱਟ ਆ ਰਹੀਆਂ ਸੀਗੀਆਂ ਹਨਾ। ਜੀ ਤੇ ਸਾਡੇ ਨਾਲ ਕਾਲਰ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ। ਹੈਲੋ ਹੈਲੋ ਹਾਂਜੀ, ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਿਹਾ ਜੀ? ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਰਣਜੀਤ ਪਾਵਲਾ ਬੋਲਦਾ ਜੀ, ਡੀਏ ਵਰਤਮਾਨ ਤੋਂ। ਹਾਂਜੀ ਪਾਵਲਾ ਜੀ, ਕੀ ਹਾਲ ਜੀ? ਅਸੀਂ ਤੁਹਾਡੀ ਹੀ ਗੱਲ ਕਰਦੇ ਹਟੇ ਜੀ ਜਿਮਾਂ ਨਾਲ ਰਿਲੇਟਡ, ਤੇ ਅਸੀਂ ਦਰਸ਼ਕਾਂ ਨੂੰ ਪੁੱਛ ਰਹੇ ਸੀ ਕਿ ਕਿਹੜੀ ਕਿਹੜੀ ਚੀਜ਼ ਖੁੱਲਣੀ ਚਾਹੀਦੀ ਆ, ਕਿਹੜੀ ਕਿਹੜੀ ਨਹੀਂ ਖੁੱਲਣੀ ਚਾਹੀਦੀ, ਤੇ ਮੈਂ ਮਨਪ੍ਰੀਤ ਨੂੰ ਕਹਿ ਰਿਹਾ ਸੀ ਕਿ ਮੈਂ ਕਾਲ ਨਹੀਂ ਕਰ ਸਕਦਾ, ਲੇਕਿਨ ਮੈਂ ਇਹ ਤੇ ਕਹਿ ਦਿੰਦਾ ਕਿ ਜਿਮ ਔਰ ਜਿੰਨੇ ਵੀ ਸਪੋਰਟਸ ਜਿਹੜੇ ਨੇ ਇੰਸਟੀਚਿਊਟ ਨੇ ਖੁੱਲਣੇ ਚਾਹੀਦੇ ਨੇ। ਹਾਂਜੀ ਹਾਂਜੀ ਬਿਲਕੁਲ ਖੁੱਲਣੇ ਚਾਹੀਦੇ ਆ, ਕਿਉਂਕਿ ਦੇਖੋ ਇਸ ਵੇਲੇ ਇਮਿਊਨਿਟੀ ਸਿਸਟਮ ਲਗਭਗ ਸਾਡੇ ਜਿਹੜੀ ਹੈ ਨਾ ਯੂਥ ਜਨਰੇਸ਼ਨ ਹੈਗੀ ਆ, ਉਹਨਾਂ ਦਾ ਇਮਿਊਨਿਟੀ ਸਿਸਟਮ ਡਾਊਨ ਹੋ ਰਿਹਾ, ਕਿਉਂਕਿ ਇੱਕ ਤੋਂ ਗਰਮੀ ਪੈ ਰਹੀ ਆ, ਇਹਦੀ ਡਾਈਟ ਵੀ ਪੂਰੀ ਨਹੀਂ ਖਾ ਰਹੇ, ਕਿਉਂਕਿ ਅਗਰ ਐਕਸਰਸਾਈਜ਼ ਕਰਾਂਗੇ ਤਾਂ ਸਾਡੀ ਜਿਹੜੀ ਡਾਈਟ ਆ ਉਹ ਵੀ ਕੰਪਲੀਟ ਹੋਏਗੀ ਤਾਂ ਹਜ਼ਮ ਵੀ ਹੋਏਗੀ। ਕਿਉਂਕਿ ਇਸ ਵੇਲੇ ਗਰਮੀ ਦਾ ਪ੍ਰਕੋਪ ਚੱਲ ਰਿਹਾ ਪੂਰਾ, ਕਿਉਂਕਿ ਗਰਮੀ ਬਹੁਤ ਜ਼ਿਆਦਾ, ਐਕਸਰਸਾਈਜ਼ ਬਹੁਤ ਜ਼ਰੂਰੀ ਹੈ, ਗਰਮੀ ਆਉਣੀ ਵੀ ਚਾਹੀਦੀ ਆ। ਔਰ ਅਸੀਂ ਪਿਛਲੇ 10 ਦਿਨ ਪਹਿਲਾਂ ਜਿਮ ਐਸੋਸੀਏਸ਼ਨ ਬਣਾਈ ਫਗਵਾੜੇ ਦੀ ਔਰ ਪੰਜਾਬ ਦੀ, ਤੇ ਅਸੀਂ ਸੀਐਮ ਤੱਕ ਗੱਲ ਪਹੁੰਚਾਈ ਆ ਕਿ ਜਿਮ ਖੋਲੇ ਜਾਣ। ਤੇ ਪਿਛਲੇ ਹਫ਼ਤੇ ਸੀਐਮ ਸਾਹਿਬ ਨੇ ਆਨਲਾਈਨ ਹੋ ਕੇ ਲਾਈਵ ਹੋ ਕੇ ਉਹਨਾਂ ਨੇ ਦੱਸਿਆ ਕਿ ਅਸੀਂ ਜਿਹੜੇ ਜਿਮ ਆ ਉਹ 31 ਤਰੀਕ ਤੱਕ ਖੋਲ ਲਵਾਂਗੇ, ਪਰ ਇਹ ਜਿਹੜੇ ਆਰਡਰ ਹੋਣੇ ਆ ਉਹ ਹੋਣੇ ਆ PM ਤੋਂ, ਮੋਦੀ ਸਾਹਿਬ ਆਰਡਰ ਕਰਨਗੇ। ਪਰ ਸਾਡੀ ਕੋਸ਼ਿਸ਼ ਆ ਕਿ ਹੁਣ ਮੋਦੀ ਤੱਕ ਆਵਾਜ਼ ਪਹੁੰਚਾਉਣੀ ਆ। ਅੱਜ ਵੀ ਸਾਡੀ ਮੀਟਿੰਗ ਚੱਲ ਰਹੀ ਆ
ਸਪੋਰਟਸ ਡਾਇਰੈਕਟਰ ਪੰਜਾਬ ਚੰਡੀਗੜ੍ਹ ਦੇ ਵਿੱਚ ਮੀਟਿੰਗ ਚੱਲ ਰਹੀ ਆ ਤੇ ਪਿਛਲੇ ਹਫ਼ਤੇ ਅਸੀਂ ਆਪਣੇ ਸਪੋਰਟਸ ਮਿਨਿਸਟਰ ਰਾਣਾ ਗੁਰਜੀਤ ਜੀ ਨੂੰ ਮਿਲੇ ਸੀਗੇ ਤੇ ਉਮੀਦ ਆ ਕਿ ਬਹੁਤ ਜਲਦੀ ਖੁੱਲ ਜਾਣਗੇ ਕਿਉਂਕਿ ਦੇਖੋ ਅੱਜ ਕੱਲ੍ਹ ਸਾਰੀ ਜਿੰਨੇ ਵੀ ਲੋਕ ਆ ਪ੍ਰੀਕਾਸ਼ਨ ਦੇ ਵਿੱਚ ਆ ਅਸੀਂ ਪ੍ਰੀਕਾਸ਼ਨ ਦੇ ਵਿੱਚ ਰਵਾਂਗੇ ਤਾਂ ਅਸੀਂ ਆਪਣੇ ਕਰੋਨਾ ਜਿਹੜੀ ਬਿਮਾਰੀ ਤੋਂ ਬਚੇ ਰਵਾਂਗੇ ਔਰ ਐਕਸਰਸਾਈਜ਼ ਬਹੁਤ ਜ਼ਰੂਰੀ ਆ ਮੈਂ ਤੁਹਾਡੇ ਮਾਧਿਅਮ ਤੇ ਇਹ ਗੱਲ ਪਹੁੰਚਾਉਣਾ ਚਾਹੁੰਦਾ ਆਪਣੇ PM ਤੱਕ ਤੇ ਜਿਮ ਜਿਹੜੇ ਖੋਲ੍ਹਣੇ ਬਹੁਤ ਜ਼ਰੂਰੀ ਆ ਤਾਂ ਕਿ ਜਿਹੜੀ ਜਨਰੇਸ਼ਨ ਆ ਉਹ ਐਕਸਰਸਾਈਜ਼ ਵਿੱਚ ਲੱਗੇ ਔਰ ਆਪਣਾ ਇਮਿਊਨ ਸਿਸਟਮ ਜਿਹੜਾ ਉਹ ਸਟਰੋਂਗ ਕਰੇ। ਦੇਖੋ ਜੀ ਦੱਸਣਾ ਜੀ ਬਹੁਤ ਵਧੀਆ ਗੱਲ ਆ ਕਿ ਤੁਸੀਂ ਜਿਹੜਾ ਇੱਕ ਚਲਾ ਰਹੇ ਆ ਇਹਦੇ ਵਿੱਚ ਸਾਰੇ ਲੋਕ ਆਪੇ ਆਪਣੀ ਕੋਈ ਨਾ ਕੋਈ ਗੱਲ ਕਰਦੇ ਆ ਔਰ ਸਾਨੂੰ ਵੀ ਇਹਦੇ ਵਿੱਚ ਪਤਾ ਲੱਗਦਾ ਵੀ ਕੀ ਹੋ ਰਿਹਾ ਸ਼ਹਿਰ ਦੇ ਵਿੱਚ। ਹੁਣ ਤੁਸੀਂ ਗੱਲ ਕਰ ਰਹੇ ਸੀ ਪੋਲੂਸ਼ਨ ਟ੍ਰੈਫਿਕ ਬਹੁਤ ਵੱਧ ਗਿਆ ਟ੍ਰੈਫਿਕ ਦੇ ਨਾਲ ਵੀ ਇਹ ਪ੍ਰੋਬਲਮ ਆ ਰਹੀ ਆ ਕਿਉਂਕਿ ਟ੍ਰੈਫਿਕ ਜਿਹੜੇ ਕੋਈ ਕਾਨੂੰਨ ਦੀ ਜਿਹੜੀ ਇਹਨਾਂ ਉਲੰਘਣਾ ਹੋ ਰਹੀ ਆ ਇਹ ਇੱਕ ਗੱਡੀ 'ਚ 5-5 6 ਬੈਠੇ ਆ ਕਾਰਾਂ ਦੇ ਵਿੱਚ ਵੀ ਜਦ ਕੇ ਅਲਾਉਡ ਹੈਗਾ ਇੱਕ ਜਾਂ ਦੋ ਹੁੰਦੇ ਬੜੀ ਮਾੜੀ ਗੱਲ ਆ ਕਿ ਅਸੀਂ ਬਿਮਾਰੀ ਨੂੰ ਆਪ ਆਵਾਜ਼ ਮਾਰ ਰਹੇ ਆ ਸਾਰੇ ਪ੍ਰੀਕਾਸ਼ਨ ਦੇ ਵਿੱਚ ਰਹਿਣਗੇ ਤਾਂ ਅਸੀਂ ਸਹੀ ਰਵਾਂਗੇ। ਤੇ ਜਿਹੜੇ ਬੱਚੇ ਰੈਗੂਲਰ ਜਿਮ ਕਰਦੇ ਸੀ ਹੁਣ ਘਰਾਂ ਦੇ ਵਿੱਚ ਬੈਠੇ ਨੇ ਜਿਮ ਨਹੀਂ ਕਰ ਸਕਦੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਜਿੰਨੇ ਦਿਨ ਤੱਕ ਜਿਮ ਨਹੀਂ ਖੁੱਲਦੇ ਉਹ ਘਰ ਕੀ ਕਰ ਲੈਣ ਕਿ ਜਿਹਦੇ ਨਾਲ ਥੋੜਾ ਬਹੁਤਾ ਕਾਇਮ ਰਹਿ ਸਕਣ? ਅਸੀਂ ਵੈਸੇ ਆਪਣੇ ਜਿੰਨੇ ਸਾਡੇ ਮੈਂਬਰ ਸੀ ਅਸੀਂ ਉਹਨਾਂ ਨੂੰ ਵੀ ਕਿਹਾ ਹੋਇਆ ਤੁਹਾਡੇ ਥਰੂ ਵੀ ਅਸੀਂ ਇਹ ਗੱਲ ਪਹਿਲਾਂ ਵੀ ਕਹਿ ਚੁੱਕੇ ਆ ਵੀ ਜਿਹੜਾ ਬਿਲਕੁਲ ਆਪਾਂ ਘਰ ਵਿੱਚ ਜਿਹੜਾ ਈਜ਼ੀ ਆ ਸਕੂਲ ਦੀ PT ਕਰ ਸਕਦੇ ਆ ਉੱਥੇ ਬੈਠ ਲਾ ਸਕਦੇ ਆ ਔਰ ਕੋਸ਼ਿਸ਼ ਕਰੋ ਕਮ ਸੇ ਕਮ ਤੁਸੀਂ ਅੱਧਾ ਘੰਟਾ 45 ਮਿੰਟ ਜ਼ਰੂਰ ਰੱਖਦੇ ਰਹੋ ਔਰ ਸਵੇਰ ਨੂੰ ਨੀਅਰ ਵਾਟਰ 7 ਵਜੇ ਕਿਉਂਕਿ ਜਿਹੜੀ ਧੁੱਪ ਨਾ 7 ਵਜੇ ਉਹ ਸਹਿਣ ਜੋ ਕਮ ਸੇ ਕਮ ਤੁਸੀਂ 20 ਤੋਂ 25 ਮਿੰਟ ਧੁੱਪ ਦੇ ਵਿੱਚ ਕੱਪੜੇ ਲਾ ਕੇ ਨਾ ਉਹ ਧੁੱਪ ਜ਼ਰੂਰ ਲਾਓ ਐਕਸਰਸਾਈਜ਼ ਜਿਹੜੀ PT ਵਗੈਰਾ ਧੁੱਪ ਦੇ ਵਿੱਚ ਜ਼ਰੂਰ ਕਰੋ ਉਹਦੇ ਨਾਲ ਸਾਡਾ ਇਮਿਊਨ ਸਿਸਟਮ ਜਿਹੜਾ ਉਹ ਸਟਰੋਂਗ ਰਹੇਗਾ। ਹਾਂ ਬਿਲਕੁਲ ਸਹੀ ਗੱਲ ਹੈ। ਟੋਟਲ ਮਿਲਾ ਕੇ ਪਾਣੀ ਜ਼ਿਆਦਾ ਪੀਓ ਪਾਣੀ ਜਿਹੜਾ ਉਹ ਜ਼ਿਆਦਾ ਪੀਓ ਤੇ ਬਾਕੀ ਫੂਡ ਦੇ ਉੱਤੇ ਕੰਟਰੋਲ ਰੱਖੋ। ਇਹਨਾਂ ਵੀ ਘਰ 'ਚ ਪਕੌੜੇ ਬਣੀ ਜਾਂਦੇ ਉਹੀ ਖਾਈ ਚੱਲੋ। ਨਹੀਂ ਅੱਜ ਕੱਲ੍ਹ ਤਾਂ ਦੇਖੋ ਬਹੁਤ ਹੀ ਮਾੜੇ ਆ ਪਕੌੜੇ ਕਿਉਂਕਿ ਇੱਕ ਅੱਜ ਤੁਸੀਂ ਦੇਖੋ ਇੰਨੀ ਗਰਮੀ ਆ ਕੁਛ ਸਾਡੇ ਕਰੋਨਾ ਕਰਕੇ ਤੁਸੀਂ ਹੁਣ ਪਕੌੜੇ ਖਾ ਕੇ ਦੇਖ ਲਓ 10-15 ਮਿੰਟ 'ਚ ਤੁਹਾਨੂੰ ਪਤਾ ਲੱਗ ਗਿਆ ਤੁਹਾਡਾ ਇਮਿਊਨ ਸਿਸਟਮ ਜਿਹੜਾ ਡਾਊਨ ਹੋ ਗਿਆ 15 ਮਿੰਟ 'ਚ ਪਤਾ ਲੱਗ ਜਾਂਦਾ ਬੰਦੇ ਦਾ ਬੋਡੀ ਦੱਸਣ ਲੱਗ ਪੈਂਦੀ ਵੀ ਇਹਦਾ ਜਿਹੜਾ ਇਹਦੀ ਜਿਹੜੀ ਅੰਦਰਲੀ ਸ਼ਕਤੀ ਉਹ ਘਟ ਗਈ ਆ ਤਲੀਆਂ ਚੀਜ਼ਾਂ ਨਹੀਂ ਖਾਣੀਆਂ। ਬਿਲਕੁਲ ਸਹੀ ਗੱਲ ਹੈ ਜੀ। ਸਲਾਦ ਵਗੈਰਾ ਜ਼ਿਆਦਾ ਖਾਓ ਫਰੂਟ ਲਓ ਅੱਜ ਕੱਲ ਤਰਬੂਜ ਹੈਗਾ ਆ ਬਹੁਤ ਵਧੀਆ ਆ ਉਹਨੂੰ ਢਿੱਡ ਭਰ ਕੇ ਖਾਣਾ ਚਾਹੀਦਾ ਜਦੋਂ ਵੀ ਖਾਓ ਢਿੱਡ ਭਰ ਕੇ ਖਾਓ ਤਾਂ ਕਿ ਪਾਣੀ ਦਾ ਵਾਟਰ ਲੈਵਲ ਜਿਹੜਾ ਤੁਹਾਡਾ ਮੇਨਟੇਨ ਹੋਵੇ। ਬਿਲਕੁਲ ਜੀ ਠੀਕ ਹੈ ਜੀ ਧੰਨਵਾਦ ਜੀ ਕਾਲ ਕਰਨ ਲਈ। ਥੈਂਕ ਯੂ। ਦੇਖੋ ਜਿੱਥੇ ਇਹਨਾਂ ਨੇ ਜਿਮ ਦੇ ਬਾਰੇ ਦੱਸਿਆ ਮਨਪ੍ਰੀਤ ਉੱਥੇ ਜਿਹੜੀਆਂ ਇਹ ਨੌਲੇਜ ਦੀਆਂ ਗੱਲਾਂ ਨੇ ਜਿਹੜੀਆਂ ਨੇ ਕਿਉਂਕਿ ਇਹ ਖੁਦ ਜਿਹੜਾ ਇਹਨਾਂ ਦੇ ਆਪਣੇ ਰਿਕਾਰਡ ਨੇ ਹਨਾ ਤੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਇਹਨਾਂ ਦਾ ਨਾਮ ਆ ਰੱਸੀ ਟੱਪਣ ਦੇ ਵਿੱਚ ਤੇ ਰੋਪ ਸਕਿਪਿੰਗ ਦੇ ਵਿੱਚ ਇਹਨਾਂ ਦਾ ਤੇ ਕਹਿੰਦੇ ਇੱਕ ਵਾਰ ਜਦੋਂ ਇਹ ਪੈਰ ਚੱਕਦੇ ਆ ਨਾ ਤਾਂ ਕਿੰਨੀ ਵਾਰ ਰੱਸੀ ਜਿਹੜੀ ਹੈ ਪੈਰ ਥੱਲੇ ਲੰਘ ਜਾਂਦੀ ਹੈ ਤੇ ਉਹ ਆਪਣਾ ਵੱਖਰਾ ਰਿਕਾਰਡ ਬਣਾਇਆ ਹੋਇਆ ਕੈਮਰੇ ਦੇ ਨਾਲ ਸਲੋ ਮੋਸ਼ਨ ਦੇ ਉੱਤੇ ਕਰਕੇ ਹੀ ਉਹ ਗਿਣੀ ਜਾ ਸਕਦੀ। ਤੁਸੀਂ ਨੰਗੀ ਅੱਖ ਦੇ ਨਾਲ ਜਦੋਂ ਆਪਾਂ ਸਿੱਧਾ ਅੱਖ ਕੇ ਦੇਖਣਾ ਤੁਸੀਂ ਉਹਨੂੰ ਗਿਣ ਹੀ ਨਹੀਂ ਸਕਦੇ ਉਹ ਇੰਨੀ ਤੇਜ਼ ਜਿਹੜੀ ਉਹ ਚੱਲਦੀ ਆ। ਤੇ ਇਹੀ ਕਹਿ ਸਕਦੇ ਕਿ ਉਹ ਇਨਸਾਨ ਬੜੀ ਗੱਲੋਂ ਨੌਲੇਜ ਰੱਖਦਾ ਜੇਕਰ ਜਿਹੜੀ ਨੌਲੇਜ ਸਾਨੂੰ ਦਿੱਤੀ ਹੈ ਉਹ ਬਹੁਤ ਹੀ ਜ਼ਰੂਰੀ ਤੇ ਲਾਜ਼ਮੀ ਹੈਗੀ ਹੈ। ਬਿਲਕੁਲ ਸਹੀ ਗੱਲ ਆ। ਹਾਂਜੀ ਤੇ ਸਰ ਅਸੀਂ ਇਹ ਗੱਲ ਕਰ ਰਹੇ ਸੀਗੇ ਕਿ ਜਿਹੜੇ ਜਿਮ ਬੰਦ ਨੇ ਉਹਨਾਂ ਦੇ ਰਿਗਾਰਡਿੰਗ ਅਸੀਂ ਗੱਲ ਕਰ ਰਹੇ ਸੀ ਕਿ ਖੁੱਲਣੇ ਚਾਹੀਦੇ ਜਾਂ ਨਹੀਂ ਚਾਹੀਦੇ। ਤੁਸੀਂ ਦੇਖੋ ਕਿ ਥੋੜੀਆਂ ਜਿਹੀਆਂ ਇਹ ਵੀ ਖਬਰਾਂ ਆ ਰਹੀਆਂ ਕਿ ਆਉਣ ਵਾਲੇ ਦਿਨਾਂ 'ਚ ਜਿਹੜੇ ਸਕੂਲ ਆ ਉਹ ਵੀ ਖੁੱਲਣ ਜਾ ਰਹੇ ਆ ਪਰ ਸਾਨੂੰ ਇਹ ਨਹੀਂ ਲੱਗਦਾ ਕਿ ਸਕੂਲਾਂ ਦੇ ਵਿੱਚ ਇਕੱਠ ਬਹੁਤ ਜ਼ਿਆਦਾ ਹੋਊਗਾ। ਬੱਚੇ ਕਿੱਦਾਂ ਸੋਸ਼ਲ ਡਿਸਟੈਂਸ ਨੂੰ ਮੇਨਟੇਨ ਰੱਖਦੇ ਨੇ ਉਹਦੇ ਲਈ ਜਿਹੜੀ ਆ ਉਹ ਆਪਣੀ ਪਲੈਨਿੰਗ ਜਿਹੜੀਆਂ ਨੇ ਗਵਰਨਮੈਂਟ ਵੀ ਤੇ ਜਿਹੜੀ ਸਕੂਲ ਵੀ ਆ ਨਾ ਉਹ ਆਪਣੇ ਆਪਣੇ ਤੌਰ ਦੇ ਉੱਤੇ ਕਿਸ ਤਰੀਕੇ ਨਾਲ ਹੋ ਸਕਦਾ ਪਲੈਨਿੰਗ ਜਿਹੜੀਆਂ ਨੇ ਚੱਲਦੀਆਂ ਪਈਆਂ ਨੇ ਹਜੇ ਉਹਦੀ ਗਾਈਡਲਾਈਨਸ ਆਉਣਗੀਆਂ ਉਸ ਤੇ ਦੇਖਿਆ ਜਾਏਗਾ ਕਿ ਕਿਸ ਤਰੀਕੇ ਨਾਲ ਹੋ ਸਕਦਾ ਕਿ ਵੱਡੀਆਂ ਕਲਾਸਾਂ ਖੋਲ੍ਹਣ ਛੋਟੀਆਂ ਨੂੰ ਜਿਹੜਾ ਨਾ ਖੋਲ੍ਹਣ। ਬਾਕੀ ਅੱਜ ਲੋਕਡਾਊਨ 4 ਦੇ 4 ਦੇ ਦਿਨ ਬਚੇ ਆ ਜੀ ਬਿਲਕੁਲ ਹੈ ਤੇ ਇਹ 4 ਦਿਨ ਦੇ ਬਾਅਦ ਹੁਣ ਕੀ ਚੇਂਜਸ ਆਉਂਦੀਆਂ ਕੀ ਸਖਤੀ ਵਧਾਈ ਜਾਂਦੀ ਆ ਘਟਾਈ ਜਾਂਦੀ ਆ। ਹੁਣ ਤੁਸੀਂ ਬੰਬੇ ਦਾ ਦੇਖ ਲਓ ਉੱਥੇ ਕੀ ਹਾਲ ਆ ਮਜ਼ਦੂਰਾਂ ਦਾ ਤੇ ਜਿਹੜੇ ਉੱਥੇ ਰੇਲਵੇ ਸਟੇਸ਼ਨ ਤੇ ਬੈਠੇ ਨੇ ਉੱਥੇ ਇੱਕ ਲੇਡੀ ਦੀ ਜਿਹੜੀ ਆ ਉਹ ਮੌਤ ਵੀ ਹੋ ਗਈ ਤੇ ਟ੍ਰੇਨ ਦੀ ਵੇਟ ਕਰਦੀ ਦੀ। ਸਰਕਾਰਾਂ ਜਿਹੜੀਆਂ ਨੇ ਉਹ ਇੱਕ ਦੂਜੇ ਤੇ ਦੁਸ਼ਮਣਬਾਜ਼ੀ ਕਰ ਰਹੀਆਂ ਨੇ ਉੱਥੇ
ਕਿਹਾ ਜਾ ਰਿਹਾ ਹੈ ਕਿ ਉद्धਵ ਠਾਕਰੇ ਨੂੰ ਸਰਕਾਰ ਨਹੀਂ ਚਲਾਉਣੀ ਆਉਂਦੀ, ਇਸ ਕਰਕੇ ਜਿਹੜਾ ਆ ਉਹਨਾਂ ਤੋਂ ਉੱਥੇ ਨਹੀਂ ਸੰਭਾਲਿਆ ਜਾ ਰਿਹਾ। ਉਹ ਕਹਿ ਰਿਹਾ ਹੈ ਕਿ ਉद्धਵ ਠਾਕਰੇ ਹੁਣੀ ਕਹਿ ਰਹੇ ਨੇ ਕਿ ਜਿਹੜੀ ਇੱਥੇ ਬੀਜੇਪੀ ਦੀ ਸਰਕਾਰ ਨਹੀਂ ਹੈਗੀ, ਇਸ ਕਰਕੇ ਸਾਨੂੰ ਇੱਥੇ ਆ ਜਿਹੜੀਆਂ ਸੁਵਿਧਾਵਾਂ ਤੇ ਹੋਰ ਜਿਹੜੀਆਂ ਟ੍ਰੇਨਸ ਆ ਪ੍ਰੋਪਰ ਅਰੇਂਜਮੈਂਟਸ ਉਹਦੇ ਨਹੀਂ ਮਿਲ ਰਹੇ। ਇੱਕ ਦੂਜੇ ਨੂੰ ਬਿਆਨ ਦਿੱਤੇ ਜਾ ਰਹੇ ਨੇ, ਲੇਕਿਨ ਦੁਖੀ ਕੌਣ ਹੋ ਰਿਹਾ ਹੈ? ਇੱਕ ਆਮ ਇਨਸਾਨ। ਸਰ ਸੁਪਰੀਮ ਕੋਰਟ ਵੱਲੋਂ ਵੀ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਸਾਨੂੰ ਇਹਦੇ ਬਾਰੇ ਜਿਹੜੀ ਪ੍ਰੋਪਰ ਜਾਣਕਾਰੀ ਦਿੱਤੀ ਜਾਵੇ ਕਿ ਸਰਕਾਰਾਂ ਮਜ਼ਦੂਰਾਂ ਨੂੰ ਜਿਹੜਾ ਇੰਨੀ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਘਰਾਂ ਦੇ ਵਿੱਚ ਪਹੁੰਚਾਉਣਾ ਸੀ, ਟ੍ਰੇਨਾਂ ਚਲਾਈਆਂ ਗਈਆਂ, ਉਹਦੇ ਲਈ ਉਹ ਪੂਰੀ ਤਰ੍ਹਾਂ ਸਹੀ ਸਾਬਤ ਨਹੀਂ ਹੋਈਆਂ। ਇੱਥੇ ਹੁਣ ਉਹਨਾਂ ਨੇ ਕਿਸੇ ਇੱਕ ਵਿਸ਼ੇਸ਼ ਸਰਕਾਰ ਦਾ ਨਾਮ ਕਿਸੇ ਦਾ ਕਸੂਰ ਕੱਢੀ ਕੇ ਲਈ, ਬਿਲਕੁਲ ਕਿਸੇ ਦਾ ਕਸੂਰ ਕੱਢੀ ਕੇ ਲਈ, ਕੋਈ ਸਟੇਟ ਸਰਕਾਰ ਦਾ ਕੱਢੇ, ਕੋਈ ਸੈਂਟਰ ਸਰਕਾਰ ਦਾ ਕੱਢੇ, ਕਿਤੇ ਕਿਤੇ ਸਾਰੀਆਂ ਸਰਕਾਰਾਂ ਦੀ ਇੱਥੇ ਜਿਹੜੀ ਹੈ ਨੈਗਲੀਜੈਂਸੀ ਆ, ਜੇ ਸਟੇਟ ਸਰਕਾਰਾਂ ਨੂੰ ਅਫੀਸ਼ੀਅਲ ਤੌਰ ਦੇ ਉੱਤੇ ਪਬਲਿਕ ਦੇ ਵਿੱਚ ਬਿਆਨ ਦੇਣ ਇਸ ਸਮੇਂ ਸਰਕਾਰਾਂ ਦਾ ਕਹ ਲੋ ਕਿ ਲੈਵਲ ਛੱਡ ਕੇ ਇਨਸਾਨੀਅਤ ਨਿਭਾਉਣੀ ਜ਼ਿਆਦਾ ਜ਼ਰੂਰੀ ਹੈ। ਬਿਲਕੁਲ, ਭਾਵੇਂ ਸਾਰੀਆਂ ਟ੍ਰੇਨਾਂ ਲਾ ਕੇ ਉਹਨਾਂ ਨੂੰ ਫੌਰਨ ਪਹੁੰਚਾਇਆ ਜਾਂਦਾ। ਬਿਲਕੁਲ। ਤੇ ਸਾਡੇ ਕੋਲ ਕਾਲਰ ਜੁੜੇ ਨੇ। ਹੈਲੋ ਹੈਲੋ, ਹਾਂਜੀ ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦਰਅਸਲ ਮੈਂ ਤੁਹਾਨੂੰ ਗੱਲ ਕਰਨੀ ਸੀ, ਆ ਹੁਣੀ ਹਾਂਜੀ ਚੱਲਦਾ ਪਿਆ ਨਾ ਕਿ ਲੋਕਡਾਊਨ ਹੋਣਾ ਹੈ, ਕਿ 50 ਦਿਨ ਦਾ ਨਾਨ ਸਟਾਪ ਹੁਣ ਲੋਕਡਾਊਨ ਹੋਗਾ। ਨਹੀਂ ਜਿਹੜੀ ਇਹ ਹਜੇ ਤਾਂ ਜਿਹੜਾ ਜੀ ਅਫਵਾਹ ਆ, ਕੁਛ ਨਹੀਂ ਇਹਦੇ ਬਾਰੇ ਹੈ ਕਿ ਕਿਸੇ ਗਵਰਨਮੈਂਟ ਨੇ ਜਾਂ ਕੁਛ ਇਦਾਂ ਦਾ ਆਇਆ ਹੋਵੇ। ਹਾਂਜੀ ਸਰ ਇਹਦੇ ਵਿੱਚ ਸਿਰਫ ਇਹ ਪੁੱਛਣਾ ਵਾ ਕਿ ਦੇਖੋ ਇਨਸਾਨ ਦੇ ਨਾਲ ਤਾਂ ਬਹੁਤ ਕੁਝ ਹੋ ਰਿਹਾ ਹੈ, ਪਰ ਇਹ ਤੇ ਬੇਜ਼ੁਬਾਨਾਂ ਦੇ ਨਾਲ ਜ਼ਿਆਦਾ ਬੁਰਾ ਹੋ ਰਿਹਾ ਹੈ। ਲੋਕੀ ਆਪਣਾ ਜਿਹੜਾ ਗੁੱਸਾ ਵਾ ਪੜਾਸ ਆ ਉਹਨਾਂ ਦੇ ਉੱਤੇ ਕੱਢਦੇ ਪਏ ਨੇ। ਬਿਲਕੁਲ ਬਿਲਕੁਲ ਜੀ। ਤੇ ਬਹੁਤ ਥਾਂ ਦੇ ਉੱਤੇ ਤੁਸੀਂ ਇਹ ਦੇਖੋ ਕਿ ਬੇਸ਼ੱਕ ਜਿਹੜੇ ਅਵਾਰਾ ਗਊਆਂ ਨੇ, ਪਸ਼ੂ ਨੇ ਜਿਹੜੇ ਹਨਾ, ਉਹਨਾਂ ਨੂੰ ਚਾਰਾ ਨਹੀਂ ਮਿਲਿਆ, ਬੜੀ ਉਹਨਾਂ ਨਾਲ ਟ੍ਰੈਜਡੀ ਹੋ ਰਹੀਆਂ ਨੇ। ਤੇ ਚਲੋ ਉਹਨਾਂ ਨਾਲ ਤਾਂ ਪਹਿਲਾਂ ਵੀ ਹੁੰਦੀਆਂ ਨੇ ਕਿ ਉਸ ਤੋਂ ਇਲਾਵਾ ਜਿਹੜੇ ਪੰਛੀ ਸੀ ਜਿਹੜੇ ਚੋਗਾ ਚੁਗਦੇ ਸੀ, ਬਹੁਤ ਸਾਰੇ ਨਵੇਂ ਪੰਛੀ ਵੀ ਆਏ ਨੇ, ਉਹਨਾਂ ਨਾਲ ਚੰਗਾ ਹੋਇਆ ਕਿ ਜਿਨ੍ਹਾਂ ਨੂੰ ਸ਼ਹਿਰਾਂ ਵਿੱਚ ਆਉਣ ਦਾ ਟਾਈਮ ਮਿਲਿਆ ਜਾਂ ਪਬਲਿਕ। ਇਹ ਤੇ ਫਿਰ ਇੱਕ ਗੱਲ ਵੱਖਰੀ ਹੈ। ਇੱਕ ਦੇਖੋ ਜਿਹੜਾ ਆਪਣੇ ਗਲੀਆਂ ਦੇ ਵਿੱਚ ਜਾਨਵਰ ਕੁੱਤੇ ਲਗਾ ਲਓ, ਇਹ ਨਾਨ ਸਟਾਪ ਘੁੰਮ ਰਿਹਾ, ਇੱਕ ਤਰ੍ਹਾਂ ਦੇਖਿਆ ਜਾਵੇ ਉਹਨਾਂ ਤੋਂ ਜ਼ਿਆਦਾ ਵਫਾਦਾਰ ਤਾਂ ਕੋਈ ਵੀ ਹੈ ਨਹੀਂ ਨਾ। ਬਿਲਕੁਲ ਇਹ ਤਾਂ ਤੁਸੀਂ ਵੀ ਮੰਨਦੇ ਹੋ। ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ। ਅਗਰ ਉਹ ਗਲੀ ਦੇ ਵਿੱਚ ਹੈਗੇ ਆ ਤੇ ਉਹ ਸੁਰੱਖਿਆ ਦਿੰਦੇ ਨੇ ਆਪਣੀ। ਅਗਰ ਕੋਈ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕ੍ਰਾਈਮ ਕਿੰਨਾ ਵੱਧ ਗਿਆ ਵਾ ਆਹ ਚੀਜ਼ ਦੇ ਕਾਰਨ, ਪਰ ਉਹਨਾਂ ਦੀ ਵੀ ਮੌਤ ਜਿਹੜੀ ਆ ਇਹਨਾਂ ਦਿਨਾਂ ਵਿੱਚ ਬਹੁਤ ਹੋਈ ਆ। ਲੋਕਡਾਊਨ ਦੇ ਵਿੱਚ ਉਹਨਾਂ ਨੂੰ ਪ੍ਰੋਪਰ ਰੋਟੀ ਨਹੀਂ ਮਿਲੀ। ਬਿਲਕੁਲ ਸਰ ਅਗਰ ਲੋਕੀ ਉਹਨਾਂ ਨੂੰ ਰੋਟੀ ਪਾ ਰਹੇ ਨੇ ਤਾਂ ਲੋਕ ਜਿਹੜੇ ਦੂਸਰੇ ਨੇ ਉਹਨਾਂ ਨੂੰ ਉਲਟਾ ਬੋਲਦੇ ਪਏ ਨੇ। ਇਵਨ ਮੈਂ ਆਪਣੀ ਅੱਖੀ ਦੇਖਿਆ ਵਾ 6 ਮਹੀਨਿਆਂ ਦਾ ਕੁੱਤਾ, ਉਹਨੂੰ ਇੰਨਾ ਕੁ ਡੰਡਿਆਂ ਦੇ ਨਾਲ ਮਾਰਿਆ ਕਿ ਉਹਦਾ ਚੂੜਾ ਤੱਕ ਤੋੜ ਦਿੱਤਾ। ਅੱਛਾ, ਇਹ ਤੁਸੀਂ ਇਮੇਜਿਨ ਕਰ ਸਕਦੇ ਹੋ? ਅਗਰ ਆਹੀ ਚੀਜ਼ ਇੱਕ ਇਨਸਾਨ ਦੇ ਬੱਚੇ ਦੇ ਨਾਲ ਹੋਈ ਹੁੰਦੀ ਤਾਂ ਇਹ ਸੋਸ਼ਲ ਨੈਟਵਰਕਿੰਗ ਤੇ ਇੱਦਾਂ ਜ਼ਿਆਦਾ ਵਾਇਰਲ ਹੁੰਦਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਬਿਲਕੁਲ। ਅਗਰ ਕੋਈ ਇਸ ਤੇ ਚੀਜ਼ ਇਸ ਪਾਸੇ ਲਈ ਉੱਠਦਾ ਵਾ ਤੇ ਉਹ ਘਰ ਮਤਲਬ ਉਹਨਾਂ ਦੇ ਨਾਲ ਇੰਨਾ ਬੁਰਾ ਸਲੂਕ ਹੁੰਦਾ ਕਿ ਤੁਸੀਂ ਮਤਲਬ ਜਿਹੜੇ ਚੰਗਾ ਕਰਦੇ ਨਾ ਉਹ ਦੁੱਖ ਹੀ ਸੋਚਣ ਲੱਗ ਜਾਂਦੇ ਕਿ ਅਸੀਂ ਕਰੀਏ ਜਾਂ ਨਾ ਕਰੀਏ। ਕਿ ਕਿਤੇ ਸਾਡੇ ਵਾਲੀ ਸਾਰਾ ਕੁਝ ਤਾਂ ਨਹੀਂ ਹੋ ਜੂਗਾ। ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ, ਕਿਉਂਕਿ ਜਿਹਦੇ ਵਿੱਚ ਵੀ ਕੁਦਰਤ ਨੇ ਜਾਨ ਪਾਈ ਆ, ਭਾਵੇਂ ਉਹ ਇਨਸਾਨ ਆ, ਭਾਵੇਂ ਉਹ ਜਾਨਵਰ ਆ, ਭਾਵੇਂ ਕੁਝ ਵੀ ਆ, ਅਗਰ ਕੋਈ ਵੀ ਉਹਦੇ ਤੇ ਕੋਈ ਸੱਟ ਲੱਗਦੀ, ਚੋਟ ਲੱਗਦੀ ਆ, ਫੀਲਿੰਗ ਜਿਹੜੀਆਂ ਨੇ ਉਹ ਹਰ ਇੱਕ ਦੇ ਵਿੱਚ ਹੁੰਦੀਆਂ ਨੇ। ਕਈ ਵਾਰੀ ਕੁੱਤਾ ਇੰਨਾ ਜ਼ਿਆਦਾ ਵਫਾਦਾਰ ਗਿਣਿਆ ਜਾਂਦਾ ਕਿ ਆਪਣੀ ਮਾਲਕ ਦੀ ਜਾਨ ਤੱਕ ਪਹੁੰਚਾਉਂਦਾ ਆ, ਹਨਾ। ਬਿਲਕੁਲ, ਅਸੀਂ ਵੀਡੀਓ ਕਾਫੀ ਦੇਖੀਆਂ, ਕਿੰਨੀਆਂ ਵੀਡੀਓਜ਼ ਦੇਖੀਆਂ ਨੇ ਆਪਣੇ। ਇਹ ਕਹਿ ਲਓ ਵੀ ਘਰ ਦੀ ਰਾਖੀ ਦੇ ਲਈ ਸਭ ਨੂੰ ਵਧੀਆ ਜਿਹੜਾ ਹੈ ਕੁੱਤਾ ਗਿਣਿਆ ਗਿਆ, ਸਭ ਨੂੰ ਵਫਾਦਾਰ ਜਿਹੜਾ ਆ ਉਹ ਗਿਣਿਆ ਗਿਆ ਆ। ਇਦਾਂ ਹੀ ਹੋਰ ਜਾਨਵਰ ਵੀ ਨੇ, ਲੇਕਿਨ ਜਿਹਦੇ ਵਿੱਚ ਵੀ ਜਾਨ ਪਾਈ ਗਈ ਆ ਹਨਾ ਕੁਦਰਤ ਵੱਲੋਂ, ਤੇ ਨਾਲ ਦੀ ਨਾਲ ਫੀਲਿੰਗ ਵੀ ਪਾਈ ਫੀਲਿੰਗ ਵੀ ਨਾਲ ਪਾਈ ਗਈ। ਕੋਈ ਦੱਸ ਸਕਦਾ, ਕੋਈ ਨਹੀਂ ਦੱਸ ਸਕਦਾ। ਹਾਂ ਬਿਲਕੁਲ, ਬੇਜ਼ੁਬਾਨ ਨੇ। ਬਿਲਕੁਲ, ਮਤਲਬ ਇਹਨਾਂ ਨੇ ਆਪਣੇ ਵੱਲੋਂ ਬਹੁਤ ਵਧੀਆ ਜਿਹੜਾ ਕਹ ਲੋ ਕਿ ਇੱਕ ਜਿਹਦਾ ਧਿਆਨ ਹਟਿਆ ਹੋਇਆ ਸੀ ਉਹ ਇਹਨਾਂ ਨੇ ਸਾਡੇ ਸਾਹਮਣੇ ਲੈ ਕੇ ਆਂਦਾ, ਇਸ਼ੂ ਸਾਡੇ ਸਾਹਮਣੇ ਲੈ ਕੇ ਆਂਦਾ। ਧੰਨਵਾਦ ਜੀ। ਉਹੀ ਨਾ ਘਰ ਦੇ ਜਿਹੜੇ ਰੱਖੇ ਹੋਏ ਜਾਨਵਰ ਉਹਨਾਂ ਦੀ ਤਾਂ ਰਖਵਾਲੀ ਫੇਰ ਹੋ ਜਾਂਦੀ, ਜਿਹੜੇ ਬਾਹਰ ਨੇ ਜਿਹੜੀ ਸਾਡੀ ਰੱਖਿਆ ਕਰਦੇ ਪਏ ਆ ਉਹਨਾਂ ਦੀ ਰਖਵਾਲੀ ਕਰਨ ਨੂੰ ਅਗਰ ਕੋਈ ਖੜਦਾ ਤੇ ਉਲਟਾ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੰਦੇ ਨੇ ਲੋਕੀ। ਤੁਸੀਂ ਕੁਝ ਐਫਰਟ ਆਪਣੇ ਵੱਲੋਂ, ਜੇ ਤੁਹਾਡੀ ਸੋਚ ਇਹ ਹੈ, ਤੁਸੀਂ ਕੁਝ ਐਫਰਟ ਆਪਣੇ ਵੱਲੋਂ ਕੀਤੇ ਨੇ ਜੀ? ਹਾਂਜੀ ਕੀਤੇ ਨੇ। ਗੁੱਡ ਗੱਲ ਹੈ, ਚੰਗੀ ਗੱਲ ਹੈ ਜੀ ਜੇ ਤੁਸੀਂ ਕੀਤੇ, ਕਿਉਂਕਿ ਹਰ ਇੱਕ ਬੰਦਾ ਜੇ ਆਪਣੇ ਆਸ-ਪਾਸ ਜੇ ਆਪਣੇ ਆਪਾਂ ਮਤਲਬ ਪਹਿਲ ਕਦਮੀ ਆਪ ਕਰਨੀ ਚਾਹੀਦੀ ਹੈ। ਅਸੀਂ ਮੇਰੇ ਇੱਕ ਦੋਸਤ ਨੇ ਡੀਐਸਪੀ ਨੇ, ਉਹਨਾਂ ਨੇ ਇੱਕ ਕੰਮ ਫੜਿਆ ਹੋਇਆ ਕਿ ਰੋਜ਼ ਉਹ ਬ੍ਰੈਡਾਂ ਲੈ ਕੇ ਉਹ ਹਿੱਲ ਏਰੀਏ ਦੇ ਵਿੱਚ ਜਾ ਕੇ, ਨਾਲ ਉਹਨਾਂ ਦੇ ਹਿੱਲ ਏਰੀਆ ਲੱਗਦਾ, ਉੱਥੇ ਜਾ ਕੇ ਜਿਹੜੇ ਮੌਂਕੀ ਆ ਉਹਨਾਂ ਨੂੰ ਪਾ ਕੇ ਆਉਂਦੇ। ਕਹਿੰਦੇ ਕਿ ਹੁਣ ਇੱਥੇ ਇਹ ਟ੍ਰੈਫਿਕ ਨਹੀਂ ਹੈਗੀ, ਲੋਕੀ ਇਹਨਾਂ ਦੀ ਆਉਂਦੇ, ਉਹਨਾਂ ਨੂੰ ਆਦਤ ਸੀ ਇਹ ਬ੍ਰੈਡ ਖਾਣ ਦੀ ਤੇ ਉਹ ਭੁੱਖੇ ਮਰਦੇ ਪਏ ਸੀ, ਤਾਂ ਜਾ ਕੇ ਮੈਂ ਰੋਜ਼ ਪਾ ਕੇ ਆਉਂਦਾ ਉਹਨਾਂ ਨੂੰ।
ਜੀ ਪਰ ਸਰ ਸਾਨੂੰ ਨਹੀਂ ਲੱਗਦਾ ਸਰਕਾਰ ਨੂੰ ਇੱਕ ਇਹ ਵੀ ਕਦਮ ਚੁੱਕਣਾ ਚਾਹੀਦਾ ਹੈ ਕਿ ਜਿਹੜੇ ਆਹ ਵਾਲੇ ਨੇ ਮਤਲਬ ਸਟਰੀਟ ਡੌਗਸ ਨੇ ਜਾਂ ਸਟਰੀਟ ਐਨੀਮਲਸ ਨੇ ਉਹਨਾਂ ਦੇ ਲਈ ਕੁਝ ਏਦਾਂ ਦਾ ਨਿਯਮ ਬਣਾਉਣ ਕਿ ਲੋਕੀ ਉਹਨਾਂ ਨੂੰ ਕੁਝ ਕਹਿ ਨਾ ਸਕਣ। ਅਗਰ ਉਹਨਾਂ ਨੂੰ ਕੁਝ ਪਾ ਨਹੀਂ ਸਕਦੇ, ਉਹਨਾਂ ਨੂੰ ਦੇ ਨਹੀਂ ਸਕਦੇ, ਤਾਂ ਉਹਨਾਂ ਨੂੰ ਉਲਟਾ ਕੁਝ ਕਹਿਣ ਵੀ ਨਹੀਂ। ਬਿਲਕੁਲ ਅਗਰ ਉਹਨਾਂ ਦੇ ਉੱਤੇ ਕੋਈ ਕ੍ਰਾਈਮ ਕਰਦਾ ਆ ਤਾਂ ਉਹਦੇ ਲਈ ਆਈ ਥਿੰਕ ਪਹਿਲਾਂ ਹੀ ਕਾਫੀ ਜਿਹੜੇ ਆ ਰੂਲ ਬਣੇ ਹੋਏ ਨੇ, ਉਹ ਸਖਤ ਵੀ ਨੇ, ਹਨਾ। ਤੇ ਕਿਉਂਕਿ ਉਹਨਾਂ ਤੋਂ ਜਾਗਰੂਕ ਹੈ ਨਹੀਂ ਹਜੇ ਤੱਕ। ਹਾਂ, ਜਾਗਰੂਕ ਨਹੀਂ ਹੈਗੇ, ਉਹ ਇੱਕ ਸੈਪਰੇਟ ਚੀਜ਼ ਆ, ਲੇਕਿਨ ਰੂਲਸ ਜਿਹੜੇ ਨੇ ਉਹ ਇਹਦੇ ਲਈ ਵੀ ਜਿਹੜੇ ਆ ਉਹ ਬਣੇ ਹੋਏ ਨੇ। ਤੇ ਬਾਕੀ ਇਹ ਆ ਕਿ ਜੇ ਆਪਾਂ ਗਊ ਦੀ ਗੱਲ ਕਰੀਏ ਜਾਂ ਜਿਹੜੇ ਹੋਰ ਕੈਟਲ ਘੁੰਮਦੇ ਨੇ ਉਹਨਾਂ ਦੀ ਗੱਲ ਕਰੀਏ, ਸਰਕਾਰ ਵੱਲੋਂ ਉਹਨਾਂ ਲਈ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਕੈਟਲ ਸੈਂਟਰ ਬਣਾਏ ਵੀ ਗਏ ਸੀ, ਲੇਕਿਨ ਉਹ ਸਕਸੈਸ ਨਹੀਂ ਹੋਏ। ਮੁੜ ਕੇ ਉੱਥੇ ਕੋਈ ਕੇਅਰ ਹੀ ਨਹੀਂ ਕਰ ਸਕਿਆ। ਜਿਹੜੇ ਅੰਦਰ ਚਲ ਜਾਂਦੇ ਉਹ ਜ਼ਿਆਦਾ ਮਰਦੇ ਸੀ, ਉੱਥੇ ਮਰਿਆਂ ਦਾ ਪਤਾ ਵੀ ਨਹੀਂ ਸੀ ਲੱਗਦਾ ਕਿੰਨੇ ਕਿੰਨੇ ਦਿਨ ਮਰੇ ਰਹਿੰਦੇ ਸੀ ਉੱਥੇ। ਇਸ ਕਰਕੇ ਸਰਕਾਰ ਜਿਹੜੀ ਆ ਉਹ ਆਪਣੀ ਉੱਥੇ ਜ਼ਿੰਮੇਵਾਰੀ ਨਹੀਂ ਪੂਰੀ ਲੈ ਸਕਦੀ। ਜੇ ਆਪਾਂ ਉਹਦੀ ਗੱਲ ਕਰੀਏ, ਗਊ ਸੈਸ ਜਾਂਦਾ ਹੈ ਜਾਂ ਹੋਰ ਚੀਜ਼ਾਂ ਜਾਂਦੀਆਂ ਨੇ, ਟੈਕਸ ਕੱਟ ਹੁੰਦਾ, ਇਹਨਾਂ ਨੂੰ ਸਹੀ ਤਰੀਕੇ ਨਾਲ ਮੈਨੇਜ ਵੀ ਜਿਹੜਾ ਆ ਉਹ ਕੀਤਾ ਜਾ ਸਕਦਾ ਆ। ਤਾਂ ਸਰ ਇੱਥੇ ਫਗਵਾੜੇ ਦੇ ਵਿੱਚ ਤਾਂ ਮੇਰੇ ਖਿਆਲ ਨਾਲ ਹਜੇ ਤੱਕ ਮੈਂ ਕੋਈ ਨਹੀਂ ਸੁਣਿਆ ਕਿ ਜਿਹੜਾ ਕੋਈ ਹੋਵੇ ਇਹਨਾਂ ਦੇ ਲਈ, ਇਹਨਾਂ ਦੀ ਸੁਰੱਖਿਆ ਲਈ। ਇਹਨਾਂ ਦੀ ਸੁਰੱਖਿਆ ਦੇ ਲਈ ਦੇਖੋ ਜੀ, ਇਹ ਦੇਖੋ ਇਨਸਾਨ ਦੀ ਆਪਣੀ ਆਪਣੀ ਡਿਊਟੀ ਆ, ਤੇ ਉਹ ਇਨਸਾਨੀਅਤ ਦੇ ਤੌਰ ਤੇ ਹੀ ਜਿਹੜੀ ਆ ਉਹ ਡਿਊਟੀ ਕਰ ਸਕਦਾ ਆ। ਤੇ ਜਿਹਨੇ ਵੀ ਕੋਈ ਅੱਗੇ ਆ ਕੇ ਕੰਮ ਕਰਨਾ, ਸ਼ਾਇਦ ਬਹੁਤ ਸਾਰੇ ਲੋਕ ਨੇ, ਤੁਸੀਂ ਜੇ ਤੁਸੀਂ ਹਰ ਇੱਕ ਨੂੰ ਮਾੜਾ ਨਹੀਂ ਕਹਿ ਸਕਦੇ, ਬਹੁਤ ਮਹੱਲਿਆਂ 'ਚ ਤੁਸੀਂ ਦੇਖਿਆ ਹੋਊਗਾ ਕਿ ਲੋਕਾਂ ਨੇ ਸਪੈਸ਼ਲ ਭਾਂਡੇ ਲਾਏ ਹੋਏ ਨੇ ਬਾਹਰ, ਉਹਨਾਂ ਵਿੱਚ ਜੋ ਰੋਜ਼ ਦੁੱਧ। ਮੈਂ ਉਹੀ ਚੀਜ਼ ਤੋਂ ਤੁਹਾਡੀ ਐਗਰੀ ਕਰਦੀ ਹਾਂ, ਪਰ ਤੁਸੀਂ ਮੇਰੀ ਇੱਕ ਗੱਲ ਸਮਝੋ ਕਿ ਜਿਹੜੇ ਪਹਿਲਾਂ ਉਹਨਾਂ ਨੂੰ ਸਹੀ ਲੱਗਦੇ ਸੀ, ਅਗਰ ਰਾਤ ਨੂੰ ਉਹ ਬਾਈ ਚਾਂਸ ਭੌਂਕਦੇ ਨੇ, ਉਹਨਾਂ ਦੀ ਇੱਕ ਰੋਟੀਨ ਆ, ਉਹਨਾਂ ਨੇ ਤਾਂ ਭੌਂਕਣਾ ਹੀ ਹੈ ਕਿਸੇ ਅਣਜਾਣ ਬੰਦੇ ਨੂੰ ਦੇਖ ਕੇ, ਨਹੀਂ ਉਹਨਾਂ ਨੂੰ ਕੁਝ ਕਹਿ ਸਕਦੇ। ਇਹਦੇ ਵਿੱਚ ਸਾਡੀਆਂ ਨੀਂਦਾਂ ਤਾਂ ਨਹੀਂ ਖਰਾਬ ਹੋ ਸਕਦੀਆਂ। ਨਹੀਂ, ਉਹ ਤਾਂ ਇੱਕ ਆਪਾਂ ਰੂਟੀਨ ਇਹ ਨਹੀਂ ਕਹਿ ਸਕਦੇ ਕਿ ਇਹ ਸਾਡੀਆਂ ਨੀਂਦਾਂ ਖਰਾਬ ਕਰਦੇ ਨੇ। ਨਹੀਂ, ਇਹ ਨਹੀਂ ਇਸ ਕਰਕੇ ਅਸੀਂ ਇਹਨਾਂ ਨੂੰ ਮਾਰਦੇ ਪਏ ਆ। ਨਹੀਂ, ਦੇਖੋ ਜੀ, ਤੁਸੀਂ ਵਧੀਆ ਜਿਹੜਾ ਇਸ਼ੂ ਚੱਕਿਆ ਕਿ ਸਾਡੇ ਜਿਹੜੇ ਦਰਸ਼ਕ ਆ ਉਹ ਸੁਣਦੇ ਪਏ ਆ, ਉਹ ਵੀ ਇਸ ਦੇ ਉੱਤੇ ਜ਼ਰੂਰ ਜਿਹੜੀ ਆ ਉਹ ਗੌਰ ਕਰਨਗੇ। ਧੰਨਵਾਦ ਤੁਹਾਡਾ ਕਾਲ ਕਰਨ ਦੇ ਲਈ ਜੀ। ਹਾਂਜੀ, ਤੇ ਇਸ਼ੂ ਜਿਹੜਾ ਇਹਨਾਂ ਦਾ ਇੱਕ ਅਲੱਗ ਸੀ, ਠੀਕ ਆ, ਉਹਦੇ ਲਈ ਜਿਹੜੀ ਇਹਨਾਂ ਦੀ ਸੋਚ ਆ, ਹਨਾ, ਕਿ ਇਹ ਸਾਡੇ ਨਾਲ ਮੇਰੇ ਫਰੈਂਡਸ ਨਾਲ ਇੱਕ ਦੋ ਵਾਰੀ ਪਹਿਲਾਂ ਗੱਲ ਹੋਈ ਸੀ ਕਿ ਜਿਹੜੇ ਸਟਰੀਟ ਡੌਗ ਆ, ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦੀ ਮੌਤ ਜਿਹੜੀ ਆ ਇਸੇ ਤਰ੍ਹਾਂ ਸਰ ਜਿੱਦਾਂ ਆਪਾਂ ਜਿਹੜੇ ਕਹ ਲਓ ਕਿ ਅਸੀਂ ਘੁੰਮਣ ਫਿਰਨ ਲਈ ਜਾਂਦੇ, ਅਜਿਹੀਆਂ ਥਾਵਾਂ ਹੈਗੀਆਂ ਨੇ, ਹਨਾ। ਜਿਵੇਂ ਪਿੱਛੇ ਜੇ ਖਬਰ ਵੀ ਆਈ ਸੀ ਕਿ ਹਾਂਗਕਾਂਗ ਦੇ ਵਿੱਚ ਇੱਕ ਅਜਿਹਾ ਕਹ ਲਓ ਕਿ ਪਲੇਸ ਹੈਗਾ ਜਿੱਥੇ ਇਹਨਾਂ ਦੀ ਜਿਹੜੇ ਮੌਂਕੀਜ਼ ਆ ਉਹਨਾਂ ਦੀ ਬਹੁਤ ਵੱਡੀ ਗਿਣਤੀ ਸੀ। ਉੱਥੇ ਜਦੋਂ ਹੁਣ ਕੋਈ ਵਿਜ਼ਿਟਰ ਜਾ ਹੀ ਨਹੀਂ ਰਿਹਾ ਸੀ ਤੇ ਉਹਨਾਂ ਦੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਮੌਤਾਂ ਵੀ ਹੋਈਆਂ ਭੁੱਖ ਕਾਰਨ। ਬਿਲਕੁਲ, ਹਨਾ। ਤੇ ਇਹ ਵੀ ਸਾਡੇ ਜਿੱਦਾਂ ਅਸੀਂ ਸਰਕਾਰ ਤੇ ਡਿਪੈਂਡ ਆ, ਇਹ ਸਾਡੇ ਤੇ ਡਿਪੈਂਡ ਆ, ਹਨਾ। ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ, ਜੇਕਰ ਤੁਹਾਡੀ ਗਲੀ ਦੇ ਵਿੱਚ ਕੋਈ ਅਜਿਹਾ ਜਾਨਵਰ ਹੈਗਾ, ਉਹ ਤੁਹਾਡਾ ਆਪਣਾ ਕਹ ਲਓ ਕਿ ਮੈਂਬਰ ਹੀ ਹੋ ਜਾਂਦਾ, ਹਿਸਾਬ ਨਾਲ ਤੁਹਾਡੀ ਗਲੀ ਦੇ ਵਿੱਚ ਰੱਖਿਆ ਤੁਹਾਡੀ ਕਰ ਰਿਹਾ, ਉਹਨੂੰ ਬੇਸ਼ੱਕ ਤੁਸੀਂ ਤਾਜ਼ਾ ਨਹੀਂ ਕੁਝ ਬਣਾ ਕੇ ਪਾ ਸਕਦੇ, ਘਰ ਦੇ ਵਿੱਚ ਹਮੇਸ਼ਾ ਜੋ ਵੀ ਬਚਿਆ ਹੈ ਤੁਸੀਂ ਹਾਂ ਚੀਜ਼ ਬਚੀ ਹੁੰਦੀ ਤੁਸੀਂ ਉਹ ਪਾਓ। ਨਾਲ ਦੀ ਨਾਲ ਹੁਣ ਜਿਵੇਂ ਕਿ ਅਸੀਂ ਜਾਣਦੇ ਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ, ਜਿਹੜਾ ਪਾਣੀ ਆ ਉਹ ਪੰਛੀਆਂ ਦੇ ਲਈ ਜ਼ਰੂਰ ਕਹ ਲਓ ਕਿ ਇੱਕ ਇਦਾਂ ਦੀ ਥਾਂ ਹੋਣੀ ਚਾਹੀਦੀ ਹੈ ਜਿੱਥੇ ਤੁਸੀਂ ਆਪਣੇ ਘਰ ਦੇ ਆਲੇ ਦੁਆਲੇ ਉਹਨਾਂ ਦੇ ਲਈ ਪਾਣੀ ਜਿਹੜਾ ਉਹ ਪਾ ਸਕੋ, ਹਨਾ, ਤਾਂ ਕਿ ਉਹ ਜਿਹੜੇ ਬੇਜਵਾਨ ਆ ਉਹਨਾਂ ਨੂੰ ਵੀ ਕੁਝ ਜਿਹੜਾ ਆਰਾਮ ਆ ਉਹ ਮਿਲ ਸਕੇ। ਹਾਂਜੀ, ਤੇ ਸਾਡੇ ਕੋਲ ਕਾਲਰ ਜੁੜੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਨਵਰੰਗ ਟੀਵੀ ਤੇ। ਹਾਂਜੀ, ਥੈਂਕ ਯੂ ਜੀ। ਮੈਡਮ ਮਨਪ੍ਰੀਤ ਜੀ, ਬਸ ਮੋਹਨ ਖੱਟਰ ਬੋਲ ਰਿਹਾ ਜੀ। ਹਾਂਜੀ, ਖੱਟਰ ਸਾਹਿਬ ਕੀ ਹਾਲ ਚਾਲ? ਠੀਕ ਠਾਕ ਹੋ ਜੀ? ਬਸ ਕਿਰਪਾ ਜੀ, ਤੀਸਰੀ ਵਾਰ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਜੀ। ਨਹੀਂ, ਧੰਨਵਾਦ ਥੈਂਕ ਯੂ ਜੀ। ਸਰ, ਇੱਕ ਸਵੇਰ ਦਾ ਨਾ ਜੀ ਤੁਹਾਡਾ ਇੱਕ ਨਵਰੰਗ ਨਿਊਜ਼ ਦਾ ਜਿਹੜਾ ਵਾਈਡ ਆ ਨਾ, ਉਹ ਮਤਲਬ ਅਲੱਗ-ਅਲੱਗ ਗਰੁੱਪ ਦੇ ਵਿੱਚ ਫਲੈਸ਼ ਹੋ ਰਹੀ ਆ। ਉਹਦੇ ਵਿੱਚ ਇਹ ਜੋ ਹੈ ਤਾਂ 23 ਮਾਰਚ ਦੀ, ਉਹ ਲੋਕਾਂ ਤੇ ਇੱਕ ਮੈਸੇਜ ਆ ਰਿਹਾ ਕਿ ਫਗਵਾੜਾ 'ਚ ਦੁਬਾਰਾ ਤੋਂ ਜਿਹੜਾ ਕਰਫਿਊ ਲਗਾਤਾ ਗਿਆ, ਦੁਬਾਰਾ ਰਿਸਟ੍ਰਿਕਸ਼ਨ ਲਗਾਤੀਆਂ ਸਭ ਦੁਕਾਨਾਂ ਬਾਰੇ। ਔਰ ਮੈਂ ਕਈਆਂ ਨੂੰ ਮੈਸੇਜ, ਮੈਨੂੰ ਬਾਹਰ ਤੋਂ ਵੀ ਮੇਰੇ ਬ੍ਰਦਰ ਦਾ ਆਸਟ੍ਰੇਲੀਆ ਤੋਂ ਫੋਨ ਆਇਆ, ਕੀ ਗੱਲ ਫਗਵਾੜਾ ਕੀ ਹੋ ਗਿਆ? ਮੈਂ ਕਿਹਾ ਨਹੀਂ ਜੀ, ਉਹ ਪੁਰਾਣੀ ਜਿਹੜੀ ਨਿਊਜ਼ ਆ ਉਹਨਾਂ ਨੇ ਫਲੈਸ਼ ਕਰਤੀ। ਔਰ ਇਹ ਵੀ ਲੋਕਾਂ ਨੂੰ ਵੀ ਚਾਹੀਦਾ, ਫੇਕ ਨਿਊਜ਼ ਜਿਹੜੀ ਪੁਰਾਣੀਆਂ ਨਹੀਂ ਪਾਉਣਾ, ਲੋਕਾਂ ਦੀ ਗਲਤ ਮੈਸੇਜ ਆਉਂਦਾ ਜੀ। ਖੱਟਰ ਸਾਹਿਬ, ਕਿਸੇ ਲਗਭਗ ਨਾ 2 ਮਹੀਨੇ ਪੁਰਾਣੀ ਇਹ ਖਬਰ ਆ, ਤੇ ਉਦੋਂ ਜਦੋਂ ਇਹ ਲਾਕਡਾਊਨ ਲੱਗਾ ਸੀ ਉਦੋਂ ਦੀ ਇਹ ਖਬਰ ਆ। ਤੇ ਜਿਹੜੇ ਐਸਡੀਐਮ ਸਾਹਿਬ ਉਦੋਂ ਸੀਗੇ ਜੌਲ ਸਾਹਿਬ, ਗੁਰਵਿੰਦਰ ਸਿੰਘ ਜੌਲ, ਉਹਨਾਂ ਦੀ ਵੀ ਇੱਥੋਂ ਟ੍ਰਾਂਸਫਰ ਹੋ ਚੁੱਕੀ ਆ। ਪਤਾ ਜੀ, ਤੇ ਮੈਨੂੰ ਵੀ ਜਿਹੜੀ ਸੀ ਇੱਕ ਦੋ ਥਾਂ ਤੋਂ ਇਹ ਆਈ ਸੀ, ਤੇ ਮੈਂ ਉਹਨਾਂ ਨੂੰ ਨਾਲ ਦੀ ਨਾਲ ਮੈਸੇਜ ਪਾ ਕੇ ਦੱਸਿਆ ਸੀ ਕਿ ਇਹ ਤੁਸੀਂ ਚੈੱਕ ਕਰੋ, 2 ਮਹੀਨੇ ਪੁਰਾਣੀ ਨਿਊਜ਼ ਆ, ਨਵੀਂ ਨਹੀਂ ਹੈਗੀ। ਕਿਸੇ ਨੇ ਗਰੁੱਪ ਦੇ ਵਿੱਚੋਂ ਪੁਰਾਣੀ ਚੱਕ ਕੇ ਉਹਨੂੰ ਜਿਹੜਾ ਆ
ਉਹਨੂੰ ਫਾਰਵਰਡ ਕਰ ਦਿੱਤਾ। ਮੈਂ ਆਪਣੇ ਦਰਸ਼ਕਾਂ ਨੂੰ ਆਪਣੇ ਵੱਲੋਂ ਇਹ ਦੱਸਣਾ ਚਾਹੁੰਦਾ ਆ ਕਿ ਇਹਨੂੰ ਚੈੱਕ ਕਰ ਲਓ, 2 ਮਹੀਨੇ ਪੁਰਾਣੀ ਨਿਊਜ਼ ਆ, ਇਹ ਨਵੀਂ ਨਹੀਂ ਹੈਗੀ। ਹਜੇ ਕਿਸੇ ਵੀ ਸਰਕਾਰ ਨੇ, ਨਾ ਸੈਂਟਰ ਸਰਕਾਰ ਨੇ ਨਾ ਸਟੇਟ ਸਰਕਾਰ ਨੇ ਲੋਕਡਾਊਨ ਵਧਣਾ ਨਹੀਂ ਵਧਣਾ ਜਾਂ ਕਿਹੜੀਆਂ ਗਾਹਾਂ ਇਹਦੇ ਉੱਤੇ ਹਦਾਇਤਾਂ ਜਾਰੀ ਕੀਤੀਆਂ ਜਾਣੀਆਂ, ਗਾਈਡਲਾਈਨਸ ਕੀ ਆਉਣੀਆਂ ਆ, ਉਹ ਹਜੇ ਬਾਅਦ ਵਿੱਚ ਆਉਣਗੀਆਂ। ਹਜੇ ਫਿਲਹਾਲ ਜਿਹੜੀ ਆ ਇਦਾਂ ਦੀ ਕੋਈ ਸੂਚਨਾ ਨਹੀਂ ਹੈਗੀ। ਹਾਂਜੀ ਖੱਟੜ ਸਾਹਿਬ, ਇੱਕ ਮੈਂ ਤੁਹਾਡਾ ਧਿਆਨ ਦਿਵਾਉਣਾ ਸੀ ਕਿ ਕੁਝ ਟ੍ਰੇਡ ਐਸੋਸੀਏਸ਼ਨਾਂ ਨੂੰ ਨਾਲ ਲੈ ਕੇ ਮੈਂ ਪਿਛਲੇ ਦਿਨੀ ਆਪਣੇ ਫਗਵਾੜਾ ਐਸਡੀਐਮ ਨੂੰ ਮਿਲਣਾ ਚਾਹਿਆ, ਪਰ ਜੋਲ ਸਾਹਿਬ ਟ੍ਰਾਂਸਫਰ ਹੋ ਗਏ ਤਾਂ ਆਪਾਂ ਉੱਥੇ ਤਹਿਸੀਲਦਾਰ ਨਵਦੀਪ ਸਿੰਘ ਔਰ ਨਾਇਬ ਤਹਿਸੀਲਦਾਰ ਪਵਨ ਜੀ ਨੂੰ ਮਿਲੇ। ਹਾਂਜੀ ਹੈਲੋ, ਹਾਂਜੀ ਹਾਂਜੀ ਉਹਨਾਂ ਨੂੰ ਮਿਲ ਕੇ ਅਸੀਂ ਇੱਕ ਮੰਗ ਪੱਤਰ ਦਿੱਤਾ ਸੀਗਾ ਕਿ ਲੁਧਿਆਣਾ, ਜਲੰਧਰ, ਨਵਾਂ ਸ਼ਹਿਰ ਸਭ ਜਗ੍ਹਾ ਤੇ ਜਿਹੜਾ ਦੁਕਾਨਾਂ ਖੁੱਲਣ ਦਾ ਸਮਾਂ ਜਿਹੜਾ ਸਵੇਰੇ 7 ਤੋਂ 6 ਵਜੇ ਤੱਕ ਆ ਔਰ ਹਰ ਦਿਨ ਖੁੱਲ ਰਹੀਆਂ। ਫਗਵਾੜਾ ਦੇ ਵਿੱਚ ਕੈਟੇਗਰੀ ਵਾਈਜ਼ ਇੱਕ ਦਿਨ ਛੱਡ ਕੇ ਜਿੱਦਾਂ ਗਾਰਮੈਂਟਸ ਜਾਂ ਕਲੋਥ ਮਰਚੈਂਟ ਆ ਮੰਗਲਵਾਰ, ਵੀਰਵਾਰ, ਸ਼ਨੀਵਾਰ ਖੁੱਲ੍ਹੇਗਾ, ਸੈਂਟਰੀ ਵਾਲੇ ਸੋਮ, ਬੁੱਧ, ਸ਼ੁੱਕਰ। ਔਰ ਫਗਵਾੜਾ 'ਚ ਵੀ ਚਾਹੀਦਾ ਵੀ ਇੱਥੇ ਵੀ ਡੀਸੀ ਮੈਡਮ ਆਰਡਰ ਦੇਣ ਕਿ ਸਾਰੇ ਦਿਨ ਖੁੱਲ ਸਕਣ। ਉਹਦੇ ਨਾਲ ਥੋੜਾ ਜਿਹਾ ਜਿਹੜਾ ਬਿਜ਼ਨਸ ਨੂੰ ਆਪਣੇ ਪਿਛਲੇ 2 ਮਹੀਨਿਆਂ ਤੋਂ ਬਹੁਤ ਵੱਡਾ ਨੁਕਸਾਨ ਹੋ ਰਿਹਾ ਔਰ ਸਾਨੂੰ ਇੱਕ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਡੇ ਆਪਾਂ ਜਿਹੜੇ ਵਰਕਰਸ ਰੱਖੇ ਆ ਉਹਨਾਂ ਨੂੰ ਫੁੱਲ ਸੈਲਰੀ ਦੇ ਸਕੀਏ। ਉਹ ਹੋਏਗਾ ਤਾਂ ਹੀ ਸੰਭਵ ਜੇ ਸਾਡੇ ਕਾਰੋਬਾਰ ਚੱਲਣਗੇ। ਤੇ ਉਸ ਦੇ ਬਾਰੇ ਅਸੀਂ ਤੁਹਾਡੇ ਮਾਧਿਅਮ ਨਾਲ ਇੱਕ ਮੈਸੇਜ ਡੀਸੀ ਮੈਡਮ ਤੱਕ ਪਹੁੰਚਾਉਣਾ ਚਾਹੁੰਦੇ ਆ ਕਿ ਇਸ ਬਾਰੇ ਜਿਹੜਾ ਡਿਸੀਜਨ ਲਿਆ ਜਾਵੇ। ਕੱਲ ਸ਼ਾਮੀ ਏਡੀਸੀ ਰਾਜੀਵ ਵਰਮਾ ਜੀ ਨਾਲ ਮੇਰੀ ਗੱਲ ਹੋਈ ਸੀ, ਉਹਨਾਂ ਨੇ ਆਸ਼ਵਾਸਨ ਤਾਂ ਦਿੱਤਾ ਕਿ ਮੈਡਮ ਨੇ ਐਕਸੈਪਟ ਕੀਤਾ, ਪਰ ਅਜੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਆਇਆ। ਉਹਦੇ ਵਿੱਚ ਗੁਜ਼ਾਰਿਸ਼ ਕਰਦਾ ਹਾਂਜੀ ਖੱਟੜ ਸਾਹਿਬ, ਉਹਦੇ ਵਿੱਚ ਗੱਲ ਇਹ ਹੈ ਕਿ ਕੱਲ ਜਿਹੜਾ ਆ ਡੀਸੀ ਜਲੰਧਰ ਨੇ ਇਹਦੇ ਬਾਰੇ ਕਰ ਦਿੱਤਾ ਕਿ ਜਲੰਧਰ ਡਿਸਟ੍ਰਿਕਟ ਦੇ ਵਿੱਚ ਜਿਹੜੀਆਂ ਆ 7 ਹੀ ਦਿਨ ਜਿਹੜੀਆਂ ਸ਼ਾਪਸ ਨੇ ਨਾ ਆਪਣੇ ਮੰਡੇ ਟੂ ਸੈਚਰਡੇ ਹਨਾ, ਉਹ ਸ਼ਾਪਸ ਖੁੱਲਣਗੀਆਂ ਤੇ ਵਿਦਆਊਟ ਕੈਟਾਗਰੀ ਜਿਹੜੀ ਮਰਜ਼ੀ ਸ਼ਾਪ ਹੋਵੇ ਸਾਰੀਆਂ ਦੀਆਂ ਸਾਰੀਆਂ ਉਹ ਖੁੱਲਣਗੀਆਂ ਜਿਹੜੀਆਂ ਨੂੰ ਅਲਾਉ ਕੀਤਾ ਗਿਆ ਆ। ਤੇ ਹੋ ਸਕਦਾ ਹੈ ਕਿ ਅੱਜ ਕੱਲ੍ਹ ਵਿੱਚ ਆ ਜਾਵੇ, ਨਹੀਂ ਤਾਂ ਮੈਨੂੰ ਲੱਗਦਾ ਕਿ ਹੋ ਸਕਦਾ 4 ਦਿਨ ਰਹਿ ਗਏ ਆ ਜਿਹੜੇ ਲੋਕਡਾਊਨ 4 ਆ ਉਹਨੂੰ, ਤੇ ਵੇਟ ਕੀਤੀ ਜਾ ਰਹੀ ਹੋਵੇਗੀ ਕਿ ਹੋ ਸਕਦਾ 1 ਤਰੀਕ ਤੋਂ ਹੀ ਜਿਹੜਾ ਆ ਇਹਦੇ ਸੰਬੰਧ ਵਿੱਚ ਜਾਂ 31 ਸ਼ਾਮ ਨੂੰ ਜਿਹੜੇ ਆ ਇਹਦੇ ਆਰਡਰ ਆ ਜਾਣ ਤੇ 1 ਤਰੀਕ ਤੋਂ ਜਿਹੜੀ ਆ ਨਵੇਂ ਰੂਲ ਆ ਉਹ ਲਾਗੂ ਹੋ ਜਾਣ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਕਾਲ ਕਰਨ ਲਈ। ਤੇ ਇੱਕ ਸੱਚ ਵਿੱਚ ਇੱਕ ਜੇ ਸਾਡਾ ਇੱਕ ਪੋਸਟ ਆ ਪੁਰਾਣੀ 2 ਮਹੀਨੇ ਪੁਰਾਣੀ, ਉਹ ਕੱਲ ਦੀ ਵਾਇਰਲ ਕਾਫੀ ਹੋ ਰਹੀ ਸੀ। ਮੈਨੂੰ ਕਾਫੀ ਲੋਕਾਂ ਦੀ ਕਾਲਸ ਵੀ ਆਈਆਂ ਤੇ ਮੈਂ ਉਹਨਾਂ ਨੂੰ ਸਮਝਾਇਆ ਵੀ ਤੇ ਗਰੁੱਪਸ ਦੇ ਵਿੱਚ ਵੀ ਮੈਂ ਜਿਹੜਾ ਸੀ ਲਿਖ ਕੇ ਪਾਇਆ ਕਿ ਵੀ ਇਦਾਂ ਦਾ ਕੁਝ ਨਹੀਂ ਹੈਗਾ, ਇਹ ਪੁਰਾਣੀ ਖਬਰ ਹੈ, ਇਹਨੂੰ ਜਿਹੜਾ ਤੁਸੀਂ ਟਾਈਮ ਚੈੱਕ ਕਰ ਲਓ। ਅਸੀਂ ਇਸੇ ਕਰਕੇ ਬਾਰ-ਬਾਰ ਪ੍ਰੋਗਰਾਮ ਦੇ ਵਿੱਚ ਇਹੀ ਜਿਹੜਾ ਜ਼ਿਕਰ ਕਰੀਦਾ ਕਿ ਅਫਵਾਹਾਂ ਤੋਂ ਜਿੰਨਾ ਬਚ ਸਕਦੇ ਹੋ ਬਚੋ। ਜਦੋਂ ਤੁਸੀਂ ਕੋਈ ਮੈਸੇਜ ਜਾਂ ਕੋਈ ਵੀਡੀਓ ਫਾਰਵਰਡ ਕਰਦੇ ਹੋ, ਇੱਕ ਵਾਰੀ ਪਹਿਲਾਂ ਜ਼ਰੂਰ ਦੇਖ ਲਓ ਤੁਹਾਡੇ ਤੇ ਕੋਈ ਐਕਸ਼ਨ ਨਾ ਆਵੇ, ਕਿਉਂਕਿ ਇਦਾਂ ਦੀਆਂ ਗਲਤ ਵੀਡੀਓ ਜਾਂ ਗਲਤ ਜਾਣਕਾਰੀਆਂ ਜਦੋਂ ਜਨਤਾ ਤੱਕ ਪਹੁੰਚਦੀਆਂ ਨੇ ਤਾਂ ਫਿਰ ਜਿਹੜਾ ਮੇਨ ਕਿੱਥੋਂ ਖਬਰ ਪਹੁੰਚੀ ਹੈ ਉੱਥੇ ਤੱਕ ਫਿਰ ਪਹੁੰਚਿਆ ਜਾਂਦਾ। ਲੋਕੀ ਦੇਖਦੇ ਨਹੀਂ ਕਦੋਂ ਦੀ ਖਬਰ ਆ, ਉਹ ਬਸ ਇੱਕਦਮ ਅਸੀਂ ਜਿਹੜਾ ਕਹਿ ਲਓ ਕਿ ਸਾਡੇ ਕੋਲ ਇੱਕ ਮੈਸੇਜ ਆਇਆ, ਮਤਲਬ ਆਦਤ ਬਣੀ ਹੋਈ ਹੈ ਕਿ ਮੈਂ ਦੇਖ ਲਿਆ ਹੁਣ ਮੈਂ ਗਾਂ ਜਾਣਿਆਂ ਨੂੰ ਸੈਂਡ ਕਰਦਾ ਹਾਂ ਨਾ, ਮਤਲਬ ਉਹਦੀ ਅਸਲੀਅਤ ਦੇ ਵਿੱਚ ਕਿ ਉਹਦੀ ਅਸਲੀਅਤ ਕੀ ਆ। ਤੇ ਜਦੋਂ ਅਸੀਂ ਅਫਵਾਹਾਂ ਦੀ ਗੱਲ ਕਰ ਰਹੇ ਹਾਂ ਨਾ, ਲੁਧਿਆਣਾ ਦੇ ਵਿੱਚ ਇਸੇ ਤਰ੍ਹਾਂ ਕਹਿ ਲਓ ਕਿ ਅਫਵਾਹ ਵੀ ਹੈਗੀ ਹੈ ਤੇ ਨਾਲ ਦੀ ਨਾਲ ਨਵਾਂ ਤਰੀਕਾ ਹੈਗਾ ਪੈਸੇ ਜਮਾ ਕਰਨ ਦਾ, ਕਹਿ ਲਓ ਕਿ ਪੈਸੇ ਕਮਾਉਣ ਦਾ। ਉੱਥੇ ਇਹ ਹੈ ਕਿ ਬਿਨਾਂ ਮਤਲਬ ਤੋਂ ਵਾਹਨ ਬਾਹਰ ਨਹੀਂ ਗਿਆ, ਮਤਲਬ ਜੇ ਤੁਹਾਡੀ ਸਕੂਟੀ ਦੀ ਗੱਲ ਕਰੀਏ, ਅਸੀਂ ਮੋਟਰਸਾਈਕਲ ਦੀ ਗੱਲ ਕਰੀਏ, ਗੱਡੀ ਦੀ ਗੱਲ ਕਰੀਏ, ਘਰੋਂ ਬਾਹਰ ਨਹੀਂ ਗਏ ਪਰ ਉਹਨਾਂ ਨੂੰ ਮੈਸੇਜ ਆ ਰਿਹਾ ਕਿ ਤੁਹਾਡਾ ਚਲਾਨ ਕੱਟਿਆ ਗਿਆ ਇੰਨੇ ਦਾ ਤੇ ਤੁਸੀਂ ਆਨਲਾਈਨ ਇਹਦੀ ਪੇਮੈਂਟ ਕਰ ਸਕਦੇ ਹੋ। ਫੇਕ ਮੈਸੇਜ ਆਉਣੇ ਸ਼ੁਰੂ ਹੋ ਗਏ, ਮਤਲਬ ਕਹਿ ਲਓ ਕਿ ਜਾਣ ਬੁੱਝ ਕੇ ਉਹ ਜਿਹੜੇ ਮੈਸੇਜ ਭੇਜੇ ਜਾਂਦੇ ਆ। ਕਈਆਂ ਨੂੰ ਹੁੰਦਾ ਕਿ ਲੈ ਜੀ ਮੇਰਾ ਜਾਣ ਹੋ ਸਕਦਾ ਵੀ ਮੈਂ ਗਿਆ ਹੋਵਾਂ ਕਿਤੇ, ਕੋਈ ਉਹਨਾਂ ਨੇ ਮੇਰਾ ਨੰਬਰ ਨੋਟ ਕਰ ਲਿਆ ਹੋਵੇ ਹਨਾ, ਤੇ ਉਹਨਾਂ ਨੇ ਜਿਹੜਾ ਕਹਿ ਲਓ ਕਿ ਮੈਸੇਜ ਉਹਨਾਂ ਨੂੰ ਆ ਰਹੇ ਨੇ ਤੇ ਕਈਆਂ ਨੇ ਤਾਂ ਆਨਲਾਈਨ ਪੇਮੈਂਟ ਕਰ ਵੀ ਦਿੱਤੀ। ਬਾਅਦ ਵਿੱਚ ਪਤਾ ਲੱਗਿਆ ਕਿ ਇਹ ਫੇਕ ਸੀ, ਕਿਉਂਕਿ ਪੰਜਾਬ ਦੇ ਵਿੱਚ ਆਨਲਾਈਨ ਜਿਹੜੇ ਚਲਾਨ ਦਾ ਸਿਸਟਮ ਸੀਗਾ ਉਹ ਕਰੋਨਾ ਕਰਕੇ ਰੁਕ ਗਿਆ ਸੀ। ਚਾਲੂ ਹੋਣਾ ਸੀ ਪਰ ਉਹ ਚਾਲੂ ਨਹੀਂ ਹੋਇਆ, ਉਹ ਕਰੋਨਾ ਕਰਕੇ ਰੁਕ ਗਿਆ, ਲੋਕਾਂ ਨੂੰ ਪਤਾ ਨਹੀਂ ਸੀ। ਤਾਂ ਉਹ ਜਿਹੜੇ ਮੈਸੇਜ ਆਉਣੇ ਸ਼ੁਰੂ ਹੋ ਗਏ ਉਹਦੇ ਤੋਂ ਕਹ ਲਓ ਕਿ ਜੀ ਸਾਡਾ ਚਲਾਨ ਕੱਟ ਹੋ ਗਿਆ, ਜਾਂ ਫਿਰ ਇਦਾਂ ਸੋਚਿਆ ਕਿ ਜਾਂ ਬੱਚੇ ਗਏ ਹੋਣਗੇ ਸਕੂਟੀ ਲੈ ਕੇ ਜਾਂ ਮੋਟਰਸਾਈਕਲ ਨਾ, ਚਲਾਨ ਕੱਟ ਹੋ ਗਿਆ, ਕਈਆਂ ਨੇ ਪੇ ਵੀ ਕਰ ਦਿੱਤਾ। ਬਾਅਦ ਵਿੱਚ ਪਤਾ ਲੱਗਾ ਕਿ ਉਹ ਫੇਕ ਸੀ। ਹਾਂ, ਚਲੋ ਇਦਾਂ ਦੇ ਮੈਸੇਜ ਤੋਂ ਜਿਹੜਾ ਜਾਣਕਾਰੀ ਉਹ ਪਹਿਲਾਂ ਜ਼ਿਆਦਾ ਜ਼ਰੂਰੀ ਹੈ, ਅਸੀਂ ਉਹਨੂੰ ਡੀਪਲੀ ਦੇਖੀਏ ਕਿ ਇਹ ਸਹੀ ਹੈ। ਜੇ ਤੁਹਾਨੂੰ ਕੋਈ ਸ਼ੱਕ ਲੱਗਦਾ, ਜੇਕਰ ਤੁਹਾਨੂੰ ਲੱਗਦਾ ਕਿ ਇਹ ਥੋੜੀ ਬਹੁਤੀ ਗੜਬੜ ਇਹਦੇ ਵਿੱਚ ਹੈਗੀ ਹੈ, ਤਾਂ ਡਿਸਕਸ ਦੂਸਰੇ ਦੇ ਨਾਲ ਕਰਨੀ ਜ਼ਰੂਰ, ਕਿਸੇ ਨਾਲ ਡਿਸਕਸ ਕਰ ਲਓ ਤੇ ਤੁਸੀਂ ਇਹਦੀ ਕੰਪਲੇਂਟ ਜਿਹੜੀ ਆ ਉਹ ਪੁਲਿਸ ਨੂੰ ਜ਼ਰੂਰ ਦਿਓ। ਮਨਪ੍ਰੀਤ, ਇੱਥੇ ਆਪਾਂ ਇੱਕ ਗੱਲ ਕਰਨੀ ਸੀ ਕਿ ਜਿਹੜਾ ਰੇਤ ਮਾਫੀਆ
ਰੇਤ ਮਾਫੀਆ ਅੱਜ ਕੱਲ ਕਾਫੀ ਕਾਫੀ ਚਰਚਾ ਦੇ ਵਿੱਚ ਆ। ਹੁਣ ਕੱਲ ਫੇਰ ਕਪੂਰਥਲਾ ਵਿੱਚ ਪਰਮਜੀਤ ਸਿੰਘ ਅਕਾਲੀ ਦਲ ਦੇ ਨੇ, ਉਹਨਾਂ ਨੇ ਰਾਣਾ ਗੁਰਜੀਤ ਦੇ ਉੱਤੇ ਜਿਹੜੇ ਨੇ ਐਲੀਗੇਸ਼ਨ ਲਾਏ ਨੇ, ਰੇਤ ਮਾਫੀਆ ਹੋਵੇ ਜਾਂ ਹੋਰ ਜਿਹੜੇ ਸ਼ਰਾਬ ਦਾ ਹੋਵੇ, ਮਤਲਬ ਇਸ ਸਮੇਂ ਐਲੀਗੇਸ਼ਨ ਦਾ ਦੌਰ ਚੱਲਦਾ। ਲੇਕਿਨ ਜਿਹੜੀ ਗੱਲ ਦੇਖਣ ਵਾਲੀ ਇਹ ਆ ਕਿ ਪਹਿਲਾਂ ਅਕਾਲੀ ਸਰਕਾਰ ਦੇ ਵਿੱਚ ਬਹੁਤ ਵੱਡੀ ਬਦਨਾਮੀ ਉਹਨਾਂ ਦੀ ਆ, ਉਹ ਰੇਤ ਨੂੰ ਲੈ ਕੇ ਹੋਈ ਸੀ ਬਿਲਕੁਲ। ਤੇ ਉਸ ਟਾਈਮ ਰਵਨੀਤ ਸਿੰਘ ਬਿੱਟੂ ਜਾਂ ਹੋਰ ਜਿੰਨੇ ਵੱਡੇ ਲੀਡਰ ਸੀ, ਉਹਨਾਂ ਨੇ ਸਿੰਗਲਾ ਸਾਹਿਬ ਹੋ ਗਏ ਜਾਂ ਹੋਰ ਹੋ ਗਏ, ਇਹਨਾਂ ਨੇ ਬਾਜ਼ਾਰਾਂ ਦੇ ਵਿੱਚ ਜਿਹੜੇ ਸੀ ਕਾਊਂਟਰ ਲਗਾ ਕੇ ਜਿਹੜੀ ਆ ਤੋਲ ਕੇ ਰੇਤ ਵੇਚਣ ਦਾ ਇੱਕ ਕੰਮ ਸ਼ੁਰੂ ਕੀਤਾ ਸੀ। ਸਰਕਾਰ ਚੇਂਜ ਹੋਈ, ਉਹਨਾਂ ਨੇ ਕਿਹਾ ਸੀ ਰੇਤ ਮਾਫੀਆ ਤੋੜ ਦਾਂਗੇ, ਮਾਫੀਆ ਤੋੜ ਦਾਂਗੇ, ਮਾਫੀਆ ਨਸ਼ੇ ਦਾ ਲੱਕ ਤੋੜ ਦਵਾਂਗੇ, ਮਾਫੀਆ ਜਿਹੜਾ ਆਪਾਂ ਰੇਤ ਮਾਫੀਆ ਮੈਨੀਫੈਸਟੋ ਵਿੱਚ ਵੀ ਇਹ ਜਿਹੜੇ ਵਾਅਦੇ ਕੀਤੇ ਗਏ, ਮਾਫੀਆ ਤੋੜਨ ਦਾ ਫਾਇਦਾ ਤਾਂ ਕੀ ਹੋਣਾ ਸੀ, ਨੁਕਸਾਨ ਹੋ ਗਿਆ। ਜਦੋਂ ਮਾਫੀਆ ਕਹਿੰਦੇ ਹੁੰਦੇ ਸੀ ਉਦੋਂ ਰੇਤ ਸਸਤੀ ਹੁੰਦੀ ਸੀ, ਜਿੱਦਾਂ ਹੀ ਮਾਫੀਆ ਤੋੜਿਆ ਹਨਾ, ਉਹ ਮਾਫੀਆ ਦੇ ਉੱਪਰ ਹੋਰ ਜਗ੍ਹਾ ਟੈਕਸ ਲੱਗ ਗਿਆ ਤੇ ਉਹ ਜਿਹੜਾ ਰੇਟ ਸੀ ਉਹ ਤਕਰੀਬਨ ਡੇਢਾ ਹੋ ਗਿਆ। ਮਤਲਬ ਸਰਕਾਰ ਨੇ ਆਪਣੇ ਵੱਲੋਂ ਕੰਮ ਕਰ ਦਿੱਤਾ ਤੇ ਸਾਨੂੰ ਹੱਥ ਜੋੜ ਕੇ ਮਾਫ ਹੀ ਕਰੋ, ਉਹ ਵੱਧ ਗਿਆ। ਤੇ ਉਸ ਤੋਂ ਬਾਅਦ ਹੁਣ ਜਦੋਂ ਲੋਕਡਾਊਨ ਲੱਗਾ, ਜਿਹੜੀ 3000 ਦੀ ਰੇਤੇ ਦੀ ਟਰਾਲੀ ਸੀ ਉਹ 6000 ਦੀ ਹੋ ਗਈ। ਸੀਮਰ ਦਾ ਚਲੋ ਵਧਿਆ ਕੀ ਹੋਊਗਾ, ਲੀਗਲ ਹੋਏਗਾ। ਬਜਰੀ ਦਾ ਰੇਟ ਵੱਧ ਗਿਆ, ਜਿਹੜੀ 6000 ਦੀ ਚਲੋ ਹੁਣ 5000 ਦੀ ਰਹਿ ਗਈ ਹੈ ਨਾ। 3000 ਵਾਲੀ ਟਰਾਲੀ ਜਿਹੜੀ ਆ ਲੋਕਡਾਊਨ ਦੇ ਚੱਕਰ ਦੇ ਵਿੱਚ 3000 ਤੋਂ 5000 ਦੀ ਹੋ ਗਈ। ਤੇ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਕਿ ਕੀ ਉਹ ਨੇਤਾ ਦੁਬਾਰਾ ਹੁਣ ਕਾਊਂਟਰ ਲਾ ਕੇ ਉਹ ਰੇਤਾ ਵੇਚਣਗੇ ਥੋੜਾ ਕਰਕੇ, ਕੀ ਆਪਣੀ ਸਰਕਾਰ ਨੂੰ ਖਿੱਚਣਗੇ? ਮੈਂ ਕਿਸੇ ਸਰਕਾਰ ਦਾ ਪੱਖ ਨਹੀਂ ਪੂਰਦਾ, ਮੈਂ ਕਿਸੇ ਦਾ ਕੁਝ ਨਹੀਂ ਕਹਿੰਦਾ। ਜਦੋਂ ਅਕਾਲੀ ਸਰਕਾਰ ਹੁੰਦੀ ਆ, ਕਾਂਗਰਸ ਵਾਲੇ ਕਹਿੰਦੇ ਰਹਿੰਦੇ ਕਿ ਇਹ ਰੇਤ ਦਾ ਮਾਫੀਆ ਚਲਾਉਂਦੇ ਨੇ। ਜਦੋਂ ਕਾਂਗਰਸ ਹੁੰਦੀ ਆ, ਅਕਾਲੀ ਆਮ ਆਦਮੀ ਪਾਰਟੀ ਜਾਂ ਹੋਰ ਕਹਿਣ ਲੱਗ ਪੈਂਦੇ ਨੇ, ਬਾਕੀ ਜਿਹੜੇ ਆਪੋਜੀਸ਼ਨ ਵਾਲੇ ਉਹ ਸਾਰੇ ਕਹਿੰਦੇ ਨੇ, ਲੇਕਿਨ ਖਤਮ ਕੋਈ ਵੀ ਨਹੀਂ ਕਰਦਾ, ਕੋਈ ਵੀ ਨਹੀਂ ਕਰ ਰਿਹਾ। ਤੇ ਜਿਹੜਾ ਰੇਟ ਆ ਉਹ ਦਿਨੋਂ ਦਿਨ, ਭਾਵੇਂ ਜੇ ਆਪਾਂ ਕੋਈ ਵੀ ਘਰ ਬਣਾਉਂਦੇ ਆ, ਉਹਦੇ ਵਿੱਚ ਹੀ ਕੋਈ ਵੀ ਆਪਣੀ ਬਿਲਡਿੰਗ ਬਣਾਉਂਦੇ ਆ, ਉਹਦੇ ਵਿੱਚ ਕਿੰਨਾ ਵੱਡਾ ਜਿਹੜਾ ਆ ਯੋਗਦਾਨ ਆ, ਉਹਦੇ ਵਿੱਚ ਰੇਤ, ਬਜਰੀ, ਸੀਮਟ ਮੇਨ ਚੀਜ਼ਾਂ ਨੇ ਇਹ। ਤੇ ਇਹਨਾਂ ਦੇ ਰੇਟ ਇੰਨੇ ਵੱਧ ਗਏ ਨੇ ਤੇ ਆਮ ਇਨਸਾਨ ਕਿੱਧਰ ਨੂੰ ਜਾਏਗਾ? ਠੇਕੇਦਾਰਾਂ ਨੇ ਠੇਕੇ ਲਏ ਆ, ਉਹਨਾਂ ਨੇ ਉਸ ਹਿਸਾਬ ਨਾਲ ਲਏ ਆ, ਉਸ ਰੇਟ ਦੇ ਹਿਸਾਬ ਦੇ ਨਾਲ। ਹੁਣ ਰੇਟ ਜਦੋਂ ਇੰਨੇ ਵਧੇ ਨੇ ਤੇ ਉਹਨਾਂ ਦਾ ਆਪਣਾ ਜਿਹੜਾ ਬਜਟ ਆ ਉਹ ਵੀ ਨਾਲ ਉਹਦੇ ਹਿੱਲ ਜਾਂਦਾ ਆ ਜੀ। ਤੇ ਸਰ ਜਿਵੇਂ ਇਸ ਸਮੇਂ ਦੇ ਦੌਰਾਨ ਇਹ ਸਾਹਮਣੇ ਆਇਆ ਕਿ ਬਹੁਤ ਸਾਰੀਆਂ ਬੇਸ਼ੱਕ ਖਾਣ ਪੀਣ ਵਾਲੀਆਂ ਚੀਜ਼ਾਂ, ਪਹਿਨਣ ਵਾਲੀਆਂ ਚੀਜ਼ਾਂ, ਜਿੱਦਾਂ ਤੁਸੀਂ ਰੇਤ ਬਜਰੀ ਦੀ ਗੱਲ ਕਰ ਰਹੇ ਹੋ, ਉਹ ਹੋ ਗਈਆਂ, ਇਹਨਾਂ ਦੇ ਰੇਟ ਜਿਹੜੇ ਵੱਧ ਰਹੇ ਨੇ, ਮਤਲਬ ਦੁੱਗਣੇ ਹੋ ਰਹੇ ਨੇ। ਪਰ ਸਾਡੀ ਇਹ ਨੌਲੇਜ ਨਹੀਂ ਹੈਗਾ ਕਿ ਕਿਹਦੇ ਰੇਟ ਕਿੰਨੇ ਵਧਾਏ ਗਏ ਨੇ, ਇਸ ਕਰਕੇ ਕਈ ਦੁਕਾਨਦਾਰ ਬਿਨਾਂ ਮਤਲਬ ਤੋਂ ਜਿਹੜੀ ਚੀਜ਼ ਪਹਿਲੇ ਰੇਟ ਦੀ ਵੀ ਹੈਗੀ ਹੈ ਉਹਨੂੰ ਵੀ ਦੁੱਗਣੇ ਰੇਟ 'ਚ ਵੇਚ ਰਹੇ ਨੇ। ਇਹ ਵੀ ਦੇਖਣ 'ਚ ਸਾਹਮਣੇ ਆਇਆ। ਇੱਕ ਚੀਜ਼ ਹੋਰ ਵੀ ਹੋਇਆ ਕਿ ਅੱਗੇ ਕਿਸੇ ਵੀ ਚੀਜ਼ ਦਾ ਜਿਹੜਾ ਪਿੱਛੋਂ ਸਮਾਨ ਹੋਲਸੇਲ ਦੇ ਵਿੱਚ ਆਉਂਦਾ ਸੀ, ਬਹੁਤ ਸਾਰਾ ਜਿਹੜਾ ਸਮਾਨ ਸੀ ਉਹਦੇ ਵਿੱਚ ਉਧਾਰ ਆਉਂਦਾ ਸੀ। ਉਧਾਰ ਆ ਗਿਆ, ਬਾਅਦ ਵਿੱਚ 15 ਦਿਨ ਬਾਅਦ, 10 ਦਿਨ ਬਾਅਦ, ਮਹੀਨੇ ਬਾਅਦ ਜਿਹੜੇ ਆ ਉਹਦੇ ਪੈਸੇ ਜਾਂਦੇ ਸੀ। ਲੇਕਿਨ ਹੁਣ ਜਿੱਥੋਂ ਵੀ ਸਮਾਨ ਆਉਂਦਾ ਹੈ ਨਾ, ਤਾਂ ਪਿੱਛੋਂ ਸਾਡੀ ਕਈ ਇਸ ਸੰਬੰਧੀ ਦੁਕਾਨਦਾਰਾਂ ਨਾਲ ਹੋਰ ਨਾਲ ਗੱਲ ਹੋਈ ਕਿ ਹੁਣ ਜਿਹੜਾ ਸਮਾਨ ਆ ਰਿਹਾ ਹੈ ਤਾਂ ਉਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਸਮਾਨ ਜਿੰਨਾ ਵੀ ਮੰਗਵਾਉਣਾ ਹੈ ਪੇਮੈਂਟ ਅਕਾਊਂਟ ਦੇ ਵਿੱਚ ਪਾ ਦਿਓ, ਭੇਜ ਦਿਆਂਗੇ। ਜਿਹੜਾ ਇੱਕ ਨਾ ਬੇਵਿਸ਼ਵਾਸੀ ਜਿਹੀ ਹੋ ਗਈ ਆ ਕਿ ਪਤਾ ਨਹੀਂ ਇਹ ਦੁਬਾਰਾ ਲੋਕਡਾਊਨ ਹੋ ਗਿਆ ਤੇ ਕਿੰਨਾ ਬੰਦ ਰਹਿਣਾ, ਕਿਹੜੇ ਕੰਮ ਨੇ ਚੱਲਣਾ, ਕਿਹੜੇ ਕੰਮ ਨੇ ਬੰਦ ਹੋ ਜਾਣਾ, ਤੇ ਕਿਤੇ ਇਹ ਨਾ ਹੋਵੇ ਸਾਡੇ ਪੈਸੇ ਜਿਹੜੇ ਆ ਉਹ ਰੁਕ ਜਾਣ, ਜਿਹੜੇ ਆਪਣੇ ਹੱਥ 'ਚ ਪੈਸੇ ਆਏ ਉਹੀ ਆਪਣੇ ਆ, ਉਸ ਹਿਸਾਬ ਦੇ ਨਾਲ ਕੰਮ ਜਿਹੜਾ ਹੈ ਚੱਲਦਾ ਪਿਆ। ਤੇ ਹਰੇਕ ਚੀਜ਼ ਦੇ ਵਿੱਚ ਜਿਹੜੀ ਆਮ ਜਨਤਾ ਉਹ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। ਜਦੋਂ ਆਪਾਂ ਫੈਕਟਰੀ ਨੂੰ ਕਿਸੇ ਨੂੰ ਗੱਲ ਕਰਦੇ ਆ ਸਮਾਨ ਭੇਜਣ ਦੀ, ਉਹ ਵੀ ਕਹਿੰਦੇ ਕਿ ਸਾਡੇ ਕੋਲ ਲੇਬਰ ਹੈ ਨਹੀਂ, ਹਨਾ। ਲੇਬਰ ਨਾ ਹੋਣ ਕਰਕੇ ਸਾਨੂੰ ਮਹਿੰਗੀ ਲੇਬਰ ਮਿਲੀ ਆ, ਉਹ ਵੀ ਰੇਟ ਵਧਾ ਰਹੇ ਆ। ਇਸ ਚੀਜ਼ ਦੇ ਕਰਕੇ ਮਹਿੰਗਾਈ ਜਿਹੜੀ ਆ ਉਹ ਦਿਨੋਂ ਦਿਨ ਉਹ ਵੱਧਦੀ ਜਾ ਰਹੀ ਹੈ। ਤੁਸੀਂ ਦੇਖੋ ਮਹਿੰਗਾਈ ਤਾਂ ਵਧਣ ਲੱਗ ਪਈ, ਮਤਲਬ ਆਪਣੀ ਲੋੜ ਅਨੁਸਾਰ ਰੇਟ ਵੀ ਵਧਾ ਦਿੱਤੇ ਗਏ, ਤੇ ਜਿਹੜਾ ਆਮ ਵਿਅਕਤੀ ਹੈਗਾ ਆ, ਜਿਹਨੂੰ ਸੈਲਰੀ ਤੱਕ ਨਹੀਂ ਮਿਲੀ, ਜਿਹੜਾ ਕੰਮ ਨਹੀਂ ਹੈਗਾ, ਘਰਾਂ 'ਚ ਬੈਠੇ ਨੇ, ਉਹ ਕਿੱਦਾਂ ਇਹਦਾ ਗੁਜ਼ਾਰਾ ਜਿਹੜਾ ਕਹ ਲੋ ਕਰ ਸਕਦੇ ਆ ਨਾ। ਫਿਰ ਉਹਨਾਂ ਦੇ ਲਈ ਵੀ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ। ਬੜਾ ਮੁਸ਼ਕਿਲ ਹੋ ਗਿਆ। ਬਹੁਤ ਸਾਰੇ ਲੋਕਾਂ ਨੂੰ ਜਿਹੜੀਆਂ ਆ ਉਹ ਸੈਲਰੀਜ਼ ਨਹੀਂ ਮਿਲੀਆਂ, ਜਾਂ ਅੱਧੀਆਂ ਮਿਲੀਆਂ ਜਾਂ ਘੱਟ ਮਿਲੀਆਂ ਨੇ, ਹਨਾ। ਕੰਮ ਉਹ ਹੁਣ ਉੱਥੇ ਜਿਹੜਾ ਵਪਾਰੀ ਆ ਉਹ ਇਸ ਗੱਲੋਂ ਕਹਿੰਦਾ ਕਿ ਮੈਨੂੰ ਇਨਕਮ ਹੀ ਨਹੀਂ ਆ ਰਹੀ, ਮੈਂ ਸੈਲਰੀ ਕਿੱਥੋਂ ਦੇ ਦਾਂ? ਕਿਤੇ ਨਾ ਕਿਤੇ ਉਹ ਵੀ ਸੱਚ ਬੋਲਦਾ ਪਿਆ। ਲੇਕਿਨ ਜੇ ਆਪਾਂ ਇਹ ਕਹਿ ਲਈਏ ਕਿ ਸਾਰੀ ਚੇਂਜ ਜਿਹੜੀ ਆ ਉਹ ਵਿਗੜ ਗਈ ਆ, ਹਨਾ, ਉਹਦੇ ਨਾਲ ਇਹ ਜ਼ਰੂਰ ਹੋ ਗਿਆ। ਪਰ ਇੱਥੇ ਇਦਾਂ ਬਣਦਾ ਨਾ ਕਿ ਜੇਕਰ ਸਰਕਾਰ ਵੱਲੋਂ ਕੋਈ ਨਿਯਮ ਲਾਗੂ ਕੀਤੇ ਜਾਂਦੇ ਫਿਰ ਹਰੇਕ ਵਰਗ ਦੇ ਲਈ ਲਾਗੂ ਕਰਨ, ਹਨਾ, ਕਿ ਉਹਦਾ ਫਾਇਦਾ ਸਾਰਿਆਂ ਨੂੰ ਹੋਵੇ। ਮਤਲਬ ਟਾਈਮ ਵੀ ਨੇੜੇ ਜਾ ਰਿਹਾ ਮਨਪ੍ਰੀਤ। ਬਿਲਕੁਲ ਸਰ, ਇੱਕ ਇਹ ਵੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਤੱਕ ਸਾਂਝੀ ਕਰ ਦਈਏ ਕਿ ਜਿਹੜੇ ਬਿੱਲਾਂ ਨੂੰ ਲੈ ਕੇ ਬੜਾ ਇੱਕ ਕਹ ਲੋ ਕਿ ਇਦਾਂ ਦਾ ਮਾਹੌਲ ਬਣਿਆ ਹੋਇਆ ਸੀ ਕਿ ਸਾਡਾ ਪਿਛਲੀ ਵਾਰੀ ਘੱਟ ਬਿੱਲ ਆਇਆ, ਇਤਕੀ ਜ਼ਿਆਦਾ ਆ ਗਿਆ, ਜਾਂ ਸਾਡਾ ਪਹਿਲਾਂ ਜ਼ਿਆਦਾ ਆਇਆ ਸੀ ਹੁਣ ਘੱਟ ਆ ਗਿਆ। ਕਹ ਲੋ ਕਿ ਇੱਕ ਅੰਦਾਜ਼ੇ ਦੇ ਨਾਲ ਜਿਹੜੇ ਬਿੱਲ ਆ ਉਹ ਭੇਜ ਦਿੱਤੇ ਗਏ। ਤੁਸੀਂ ਦੇਖੋ ਇੱਕ ਖਬਰ ਇਹ ਹੈ ਕਿ ਇੱਕ ਇਨਸਾਨ, ਇੱਕ ਵਿਅਕਤੀ ਜਿਹੜਾ ਕਿ ਦਿਹਾੜੀ ਕਰਦਾ ਸੀ, 200 ਰੁਪਇਆ ਦਿਹਾੜੀ, ਉਹਦੀ ਦਿਹਾੜੀ ਬੰਦ ਆ, ਉਹਦੇ ਘਰ ਦਾ ਬਿੱਲ 3,80,000 ਰੁਪਇਆ ਆਇਆ। ਓ ਮਾਈ ਗॉड।
ਤੁਸੀਂ ਇਹ ਦੇਖੋ, ਫਿਰ ਤੁਸੀਂ ਇਹ ਦੇਖੋ ਉਹਨਾਂ ਨੇ ਇੰਨੀ ਗੁਹਾਰ ਵੀ ਲਗਾਈ ਕਿ ਤੁਸੀਂ ਆਪ ਚੈੱਕ ਕਰੋ, ਸਾਡੇ 3 ਪੱਖੇ 4 ਬਲਬ ਚੱਲ ਰਹੇ ਆ, 100 ਯੂਨਿਟ ਸਾਨੂੰ ਫ੍ਰੀ ਆ। ਮਤਲਬ ਕਈ ਫੈਮਲੀਆਂ ਨੂੰ ਜਿਹੜੇ ਯੂਨਿਟਸ ਫ੍ਰੀ ਹੈਗੀਆਂ ਹੈ ਨਾ, ਉਹਨਾਂ ਨੇ ਕਿਹਾ ਕਿ ਸਾਨੂੰ 100 ਯੂਨਿਟ ਫ੍ਰੀ ਆ, ਫਿਰ ਵੀ ਸਾਡਾ ਇੰਨਾ ਬਿੱਲ ਆ ਹੀ ਨਹੀਂ ਸਕਦਾ। ਉਹਨਾਂ ਨੇ ਉਹਨਾਂ ਦੀ ਗੱਲ ਸੁਣਨ ਤੋਂ ਇਲਾਵਾ ਉਹਨਾਂ ਦਾ ਮੀਟਰ ਜਿਹੜਾ ਉਹ ਕੱਟ ਦਿੱਤਾ ਤੇ ਹੁਣ 380 ਕਿੱਥੋਂ ਰਹੇਗਾ? ਜਦ ਕਿ ਇਹ ਨਲਾਇਕੀ ਸਰਕਾਰ ਦੀ ਜਿਹੜੀ ਸਾਹਮਣੇ ਆਈ ਹੈ, ਇਹ ਬਿਜਲੀ ਪ੍ਰਸ਼ਾਸਨ ਦੀ ਨਲਾਇਕੀ ਸਾਹਮਣੇ ਆਈ ਹੈ। ਜੇ ਤੁਸੀਂ ਘਰ ਦਾ ਮਾਹੌਲ ਦੇਖ ਸਕਦੇ ਹੋ, 1 ਮਹੀਨੇ ਦੇ ਵਿੱਚ ਜਦੋਂ ਤੁਸੀਂ ਮੀਟਰ ਕੱਟਣ ਗਏ ਆ, ਉਦੋਂ ਉਹਨਾਂ ਨੇ ਦੇਖਿਆ ਨਹੀਂ ਕਿ ਇਹਨਾਂ ਦੇ ਘਰ ਦੇ ਕੀ ਹਾਲਾਤ ਹੈਗੇ ਆ, ਕਿ ਇਹਨਾਂ ਦਾ ਬਿੱਲ ਇੰਨਾ ਆ ਸਕਦਾ। ਪਰ ਨਹੀਂ ਜੀ, ਸਾਨੂੰ ਆਰਡਰ ਆ ਮੀਟਰ ਵੀ ਜਿਹੜਾ 1 ਕਿਲੋਵਾਟ ਜਾਂ 2 ਕਿਲੋਵਾਟ ਦਾ ਲੱਗਾ ਹੋਣਾ। ਇਹ ਕਹੇਗਾ ਕਿ ਸਾਨੂੰ ਆਰਡਰ ਹੈ। ਦੇਖੋ ਗਰੀਬ ਜਿਹੜਾ ਪਰਿਵਾਰ ਆ ਉਹ ਤਾਂ ਵਿੱਚ ਰਗੜਿਆ ਗਿਆ ਨਾ, ਤੇ ਹੁਣ ਉਹ ਮੀਟਰ ਵੀ ਕੱਟ ਗਏ ਨੇ। 31 ਤਰੀਕ ਤੱਕ ਉਹਨਾਂ ਦਾ ਜਿਹੜਾ ਕਹ ਲੋ ਕਿ 30 ਤੱਕ ਸੀਗਾ ਬਿੱਲ ਪੇ ਕਰਨ ਦਾ, ਉਹਨਾਂ ਨੇ ਨਹੀਂ ਕੀਤਾ। ਤੇ ਹੁਣ ਸਰਕਾਰ ਦੀ ਨਲਾਇਕੀ ਉੱਭਰ ਕੇ ਬਾਹਰ ਆ ਰਹੀ ਹੈ। ਹੁਣ ਸਰਕਾਰ ਉਹਨਾਂ ਨੂੰ ਚੁੱਪ ਕਰਾ ਰਹੀ ਹੈ। ਅਸੀਂ ਤੁਹਾਡਾ ਮੀਟਰ ਲਾ ਦਿੰਨੇ ਆ, ਤੇ ਤੁਸੀਂ ਹੁਣ ਜਿਹੜੀ ਆ ਕਿ ਜਦੋਂ ਤੁਹਾਡੇ ਕੋਲ ਕੋਈ ਮੀਡੀਆ ਵਾਲਾ ਆਉਂਦਾ ਜਾਂ ਫਿਰ ਹੋਰ ਕੋਈ ਪੁੱਛਗਿੱਛ ਲਈ ਆਉਂਦਾ, ਤੁਸੀਂ ਉਹਨਾਂ ਨਾਲ ਗੱਲਬਾਤ ਨਾ ਕਰੋ। ਮਤਲਬ ਸਰਕਾਰ ਨਲਾਇਕੀਆਂ ਵੀ ਕਰ ਰਹੀ ਹੈ ਤੇ ਉਹਨਾਂ ਨੂੰ ਲੁਕਾਓ ਵੀ ਰਹੀ ਹੈ, ਇਹੀ ਕਹਿ ਸਕਦੇ ਹਾਂ। ਆਪਣੀ ਗੱਲ ਬਾਹਰ ਨਹੀਂ ਆਉਣ ਦੇਣੀ। ਵਾਹਨ ਲੈਬ ਦੀ ਜਿਹੜੀ ਡਿਪਟੀ ਡਾਇਰੈਕਟਰ ਆ, ਜਿਹਨੂੰ ਬੈਕ ਬੋਮਨ ਵੀ ਕਿਹਾ ਜਾਂਦਾ, ਉਹਨੇ ਕਿਹਾ ਕਿ ਕਰੋਨਾ ਵਾਇਰਸ ਤਾਂ ਕੁਝ ਵੀ ਨਹੀਂ ਹੈਗਾ, ਜਿਹੜੇ ਚਮਗੱਦੜ ਆ ਉਹਨਾਂ ਤੋਂ ਵਿੱਚ ਹੋਰ ਬਹੁਤ ਸਾਰੇ ਵਾਇਰਸ ਨੇ ਜਿਹੜੇ ਇਹਨਾਂ ਤੋਂ ਵੀ ਬਹੁਤ ਜ਼ਿਆਦਾ ਖਤਰਨਾਕ ਨੇ। ਤੇ ਇੱਕ ਕਿਸਮ ਦੀ ਉਹਨਾਂ ਨੇ ਨੌਲੇਜ ਵੀ ਦਿੱਤੀ ਤੇ ਚੇਤਾਵਨੀ ਵੀ ਜਿਹੜੀ ਆ ਉਹ ਦਿੱਤੀ ਆ ਦੁਨੀਆ ਨੂੰ। ਬਿਲਕੁਲ। ਤੇ ਸਰ ਉਸੇ ਤਰ੍ਹਾਂ ਜਿੱਦਾਂ ਇਸ ਤਾਲਾਬੰਦੀ ਦੌਰਾਨ ਕਈ ਜਿਹੜਾ ਲੋਕਾਂ ਵੱਲੋਂ ਇਹ ਗੱਲ ਉਠਾਈ ਗਈ ਸੀ, ਇਹ ਮੁੱਦਾ ਉਠਾਇਆ ਗਿਆ ਸੀ ਕਿ ਬੈਂਕਾਂ ਵੱਲੋਂ ਜਿਹੜੀਆਂ ਕਿਸ਼ਤਾਂ, ਵਿਆਜ ਦੇ ਜਿਹੜੇ ਕਿਸ਼ਤਾਂ ਸੀ, ਉਹ ਕਹਿ ਲੋ ਕਿ ਪਿਛਲੇ ਹਿਸਾਬ ਦੇ ਨਾਲ ਕੱਟੀਆਂ ਗਈਆਂ, ਸਾਨੂੰ ਕੋਈ ਛੋਟ ਜਿਹੜੀ ਉਹ ਨਹੀਂ ਦਿੱਤੀ ਗਈ। ਉਸ ਰਿਗਾਰਡਿੰਗ ਜਿਹੜਾ ਕਿ ਸੁਪਰੀਮ ਕੋਰਟ ਵੱਲੋਂ ਸਖਤ ਇੱਕ ਰੁਖ ਅਪਣਾਉਂਦੇ ਹੋਏ ਕੇਂਦਰ ਨੂੰ ਤੇ ਆਰਬੀਆਈ ਨੂੰ ਜਿਹੜਾ ਇੱਕ ਨੋਟਿਸ ਜਾਰੀ ਕੀਤਾ ਗਿਆ ਕਿ ਉਹਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਸਾਡੇ ਤੱਕ ਪਹੁੰਚਾਓ ਕਿ ਤੁਸੀਂ ਇਸ ਸਮੇਂ ਦੌਰਾਨ ਜਨਤਾ ਦੇ ਨਾਲ ਸਹਿਯੋਗ ਕਿਉਂ ਨਹੀਂ ਕੀਤਾ। ਸੋ ਆਉਣ ਵਾਲੇ ਬਾਕੀ ਜਿਹੜੀ ਜਾਣਕਾਰੀ ਸਾਡੇ ਤੱਕ ਜਿਹੜੇ ਬੈਂਕਰ ਸੀ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਜੇ ਕਿਸ਼ਤਾਂ 3 ਮਹੀਨੇ ਜਾਂ 4 ਮਹੀਨੇ ਜਿਹੜੀਆਂ ਬੈਂਕ ਵੱਲੋਂ ਨਹੀਂ ਲਈਆਂ ਜਾਣਗੀਆਂ ਤਾਂ ਉਹ 4 ਮਹੀਨੇ ਦਾ ਇੰਟਰਸਟ ਜਿਹੜਾ ਆ ਉਹ ਕਸਟਮਰ ਨੂੰ ਪਵੇਗਾ। ਬਿਲਕੁਲ ਹਨਾ, ਇਹ ਕਿਹਾ ਜਾ ਰਿਹਾ, ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤ ਰੁਖ ਅਖਤਿਆਰ ਕਰਦੇ ਕਿਹਾ ਕਿ ਉਹ ਜਿਹੜਾ ਵਿਆਜ ਆ ਉਹ ਨਹੀਂ ਪੈਣਾ ਚਾਹੀਦਾ। ਤੇ ਉਹਦੇ ਬਾਰੇ ਉਹਨਾਂ ਤੋਂ ਰਿਪੋਰਟ ਮੰਗੀ ਆ ਕਿ ਸਾਨੂੰ ਰਿਟਨ ਦੇ ਵਿੱਚ ਦਿਓ ਕਿ ਤੁਸੀਂ ਕੀ ਕਰ ਰਹੇ ਹੋ ਉਹਦੇ ਬਾਰੇ। ਹਾਂ, ਮਤਲਬ ਇਹ ਕਹਿ ਸਕਦੇ ਕਿ ਥੋੜੀ ਬਹੁਤੀ ਸੁਣਵਾਈ ਜਨਤਾ ਦੀ ਹੋਣੀ ਸ਼ੁਰੂ ਹੋ ਗਈ ਜਿਹੜੀ ਆ ਸ਼ੁਰੂ ਹੋ ਗਈ। ਤੇ ਸਾਡੇ ਕੋਲ ਸਮਾਂ ਹੋਰ ਨਹੀਂ ਹੈਗਾ ਤੇ ਜਾਂਦੇ ਜਿਹੜੀ ਭਾਰਤ ਦੀ ਕੋਵਿਡ-19 ਦੀ ਰਿਪੋਰਟ ਹੈ ਆਪਣੇ ਦਰਸ਼ਕਾਂ ਤੱਕ ਸਾਂਝੀ ਕਰਦੇ ਜਾਈਏ। ਭਾਰਤ ਨੇ 1,51,767 ਦਾ ਜਿਹੜਾ ਅੰਕੜਾ ਆ ਪੀੜਤਾਂ ਦਾ ਉਹ ਪਾਰ ਕਰ ਲਿਆ। 4,337 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। 64,000 ਤੋਂ ਵੱਧ ਲੋਕ ਠੀਕ ਵੀ ਹੋ ਚੁੱਕੇ ਨੇ। 83,000 ਕੇਸ ਜਿਹੜੇ ਹਜੇ ਸਰਗਰਮ ਹੋ ਚੱਲ ਰਹੇ ਨੇ। ਤੇ ਜੇਕਰ ਅਸੀਂ ਗੱਲ ਕਰੀਏ, ਜਿੱਦਾਂ ਅਸੀਂ ਸਾਰੇ ਜਾਣਦੇ ਹਾਂ ਕਿ ਮਹਾਰਾਸ਼ਟਰ ਤੇ ਦਿੱਲੀ ਦੇ ਵਿੱਚ ਜਿਹੜਾ ਪੀੜਤਾਂ ਦਾ ਤੇ ਮੌਤਾਂ ਦਾ ਅੰਕੜਾ ਬਹੁਤ ਜ਼ਿਆਦਾ ਦਿਨੋ ਦਿਨ ਜਿਹੜਾ ਵੱਧਦਾ ਜਾ ਰਿਹਾ। ਤੇ ਮਹਾਰਾਸ਼ਟਰ ਜਿਹੜਾ ਕਿ ਹੁਣ ਤੱਕ 54,785 ਪੀੜਤ ਜਿਹੜੇ ਉੱਥੇ ਇਸ ਕੋਵਿਡ-19 ਦੇ ਪਾਏ ਗਏ ਨੇ। ਨਾਲ ਦੀ ਨਾਲ 1792 ਮੌਤਾਂ ਹੋ ਚੁੱਕੀਆਂ ਨੇ ਸਿਰਫ ਤੇ ਸਿਰਫ ਮਹਾਰਾਸ਼ਟਰ ਦੇ ਵਿੱਚ। ਤੇ ਜੇਕਰ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ 14,465 ਪੀੜਤ ਹੁਣ ਤੱਕ ਉੱਥੇ ਪਾਏ ਗਏ ਨੇ। 283 ਇੱਥੇ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ। 24 ਘੰਟਿਆਂ ਦੇ ਵਿੱਚ ਜਿਹੜਾ ਮੌਤਾਂ ਦਾ ਅੰਕੜਾ ਹੈ ਜਾਂ ਪੀੜਤਾਂ ਦਾ ਅੰਕੜਾ ਹੈ, ਮਹਾਰਾਸ਼ਟਰ ਤੇ ਦਿੱਲੀ ਦੇ ਵਿੱਚ ਕਹਿ ਲਓ ਕਿ ਇੱਕ ਲੈਵਲ ਤੇ ਉਹ ਮਤਲਬ ਗਿਣਿਆ ਗਿਆ ਹੈ। ਸਭ ਤੋਂ ਵੱਧ ਜਿਹੜੇ ਉੱਥੇ ਪੀੜਤ ਉਹ ਸਾਹਮਣੇ ਆ ਰਹੇ ਨੇ। ਤੇ ਜੇਕਰ ਅਸੀਂ ਗੱਲ ਕਰੀਏ ਪੂਰੇ ਵਿਸ਼ਵ ਦੀ ਤਾਂ ਵਿਸ਼ਵ ਦੇ ਵਿੱਚ 55 ਲੱਖ ਤੋਂ ਉੱਪਰ ਦਾ ਜਿਹੜਾ ਅੰਕੜਾ ਆ ਉਹ ਪੀੜਤਾਂ ਦਾ ਪਾਰ ਹੋ ਗਿਆ। 17,08,226 ਜਿਹੜੇ ਕਿ ਪੀੜਤ ਉਹ ਠੀਕ ਵੀ ਹੋ ਚੁੱਕੇ ਨੇ ਤੇ 23 ਲੱਖ ਤੋਂ ਵਧੇਰੇ ਪੂਰੀ ਆਲੇ ਦੁਆਲੇ ਦੀ ਜਿੰਨੀਆਂ ਕੰਟਰੀਜ਼ ਹੈਗੀਆਂ, ਟੋਟਲ ਜਿਹੜੇ 23 ਲੱਖ ਤੋਂ ਵਧੇਰੇ ਉਹ ਠੀਕ ਹੋ ਚੁੱਕੇ ਨੇ। ਤੇ ਇਹ ਸੀ ਜੀ ਅੱਜ ਦੀ ਰਿਪੋਰਟ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਅੱਜ ਦੇ ਲਈ ਇੰਨਾ ਹੀ। ਜਾਂਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ।